ਵਾਹਿਗੁਰੂ जी का खालसा वाहिगुरू जी की फतेह। ਅਸੀਂ ਪਹੁੰਚੇ ਹੋਏ ਹਾਂ ਅਨਾਥ ਆਸ਼ਰਮ ਭਾਗਸਰ, ਪਿੰਡ ਖੇੜੀ ਜੱਟਾਂ, ਜ਼ਿਲ੍ਹਾ ਸੰਗਰੂਰ। ਸੋ ਇੱਥੇ ਪਹੁੰਚਣ ਦਾ ਮਕਸਦ ਇਹ ਆ ਕਿ ਤੁਹਾਨੂੰ ਕੁਝ ਅਜਿਹੇ ਲੋਕਾਂ ਦੇ ਨਾਲ ਮਿਲਾਵਾਂਗੇ ਜਿਨ੍ਹਾਂ ਦੀ ਸੇਵਾ ਸੰਭਾਲ ਉਹਨਾਂ ਦੇ ਪਰਿਵਾਰਾਂ ਵੱਲੋਂ ਨਹੀਂ ਕੀਤੀ ਜਾਂਦੀ। ਇੱਥੇ ਉਹਨਾਂ ਦੀ ਸੇਵਾ ਸੰਭਾਲ ਕੌਣ ਕਰ ਰਿਹਾ ਆ। ਅਸੀਂ ਦੇਖਦੇ ਹਾਂ ਫੇਸਬੁੱਕ ਦੇ ਉੱਤੇ, YouTube ਦੇ ਉੱਤੇ ਦੇਖਦੇ ਹਾਂ ਕਿ ਦੁਨੀਆ ਭਰ ਦੇ ਵਿੱਚ ਬਹੁਤ ਸਾਰੇ ਅਜਿਹੇ ਲੋਕ ਨੇ ਜਿਨ੍ਹਾਂ ਦੇ ਆਲੀਸ਼ਾਨ ਘਰ ਨੇ, ਆਲੀਸ਼ਾਨ ਮਕਾਨ ਨੇ ਜਿਨ੍ਹਾਂ ਦੇ ਵਿੱਚ ਰਹਿੰਦੇ ਆ, ਪਰ ਕੁਝ ਦੁਨੀਆ ਦੇ ਵਿੱਚ ਅਜਿਹੇ ਵੀ ਲੋਕ ਨੇ ਜਿਨ੍ਹਾਂ ਦੇ ਕੋਲ ਰਹਿਣ ਵਾਸਤੇ ਛੱਤ ਵੀ ਨਹੀਂ ਹੈਗੀ। ਸੋ ਅਜਿਹੇ ਹੀ ਲੋਕਾਂ ਦੀ ਸੇਵਾ ਕੀਤੀ ਜਾ ਰਹੀ ਆ। ਬਾਬਾ ਗੁਰਵਿੰਦਰ ਸਿੰਘ ਜੀ ਜਿਹੜੇ ਕਿ ਇੱਥੇ ਇਹ ਅਨਾਥ ਆਸ਼ਰਮ ਚਲਾ ਰਹੇ ਆ। ਉਹਨਾਂ ਨਾਲ ਗੱਲਬਾਤ ਕਰਾਂਗੇ, ਉਹਨਾਂ ਤੋਂ ਜਾਣਾਂਗੇ ਕਿ ਕਿਵੇਂ ਉਹਨਾਂ ਨੇ ਇਹ ਅਨਾਥ ਆਸ਼ਰਮ ਸ਼ੁਰੂ ਕੀਤਾ ਤੇ ਲਗਾਤਾਰ ਪਿਛਲੇ ਕਈ ਸਾਲਾਂ ਤੋਂ ਇਹ ਸੇਵਾਵਾਂ ਜਿਹੜੀਆਂ ਉਹ ਨਿਭਾ ਰਹੇ ਆ। ਸੋ ਆਓ ਚੱਲਦੇ ਹਾਂ ਇਸ ਅਨਾਥ ਆਸ਼ਰਮ ਦੇ ਅੰਦਰ ਤੇ ਮੁਲਾਕਾਤ ਕਰਾਉਂਦੇ ਆ ਬਾਬਾ ਜੀ ਦੇ ਨਾਲ, ਤੇ ਜਿਨ੍ਹਾਂ ਲੋਕਾਂ ਦੀ ਸੇਵਾ ਸੰਭਾਲ ਕੀਤੀ ਜਾ ਰਹੀ ਆ, ਜਿਨ੍ਹਾਂ ਨੂੰ ਇੱਥੇ ਸਾਂਭਿਆ ਜਾ ਰਿਹਾ ਆ, ਉਹਨਾਂ ਨੂੰ ਪ੍ਰਸ਼ਾਦਾ ਪਾਣੀ ਦਿੱਤਾ ਜਾ ਰਿਹਾ ਆ, ਉਹਨਾਂ ਦੇ ਸਬੰਧ ਦੇ ਵਿੱਚ ਵੀ ਬਾਬਾ ਜੀ ਤੋਂ ਜਾਣਕਾਰੀ ਹਾਸਲ ਕਰਦੇ ਹਾਂ। ਅਨਾਥ ਆਸ਼ਰਮ ਜਿਹੜਾ ਆ ਉਹ ਚਲਾ ਰਹੇ ਹੋ ਤੇ ਕਿਵੇਂ ਇਹ ਚੱਲ ਰਿਹਾ ਆ? ਸਭ ਤੋਂ ਪਹਿਲਾਂ ਸਿੱਖ ਚੈਨਲ ਦਾ ਬਹੁਤ ਬਹੁਤ ਧੰਨਵਾਦ। ਕਿਸੇ ਤੋਂ ਮੈਂ ਕੋਈ ਡੋਨੇਸ਼ਨ ਨਹੀਂ ਲਈ। 2 ਸਾਲਾਂ ਦੇ ਵਿੱਚ ਮੈਂ ਇਹਨੂੰ 18-20 ਲੱਖ ਰੁਪਇਆ ਲਾ ਕੇ ਇੱਥੇ ਭਰਤ ਪਾਇਆ, ਇੱਥੇ ਕਮਰੇ ਬਣਾਏ, ਲੈਟਰਿੰਗ ਬਾਥਰੂਮ ਬਣਾਏ, ਕਿਚਨ ਬਣਾਈ। ਫਿਰ ਮੈਂ ਟੂਰਨਾਮੈਂਟ ਤੇ ਇੱਕ ਤੇ ਮੈਨੂੰ ਸਨਮਾਨ ਸੀ, ਉੱਥੇ ਮੈਂ ਬੋਲਤਾ, ਮੈਂ ਕਿਹਾ ਜੀ ਕਿਤੇ ਵੀ ਤੁਹਾਨੂੰ ਕੋਈ ਬੇਸਹਾਰਾ ਬਜ਼ੁਰਗ ਦਿਖਦਾ, ਮੈਂ ਆਪਣੇ ਮਾਂ ਪਿਓ ਬਣਾ ਕੇ ਉਹਦੀ ਸੇਵਾ ਕਰੂੰਗਾ। ਸੋਚੇ ਕਿਸੇ ਦੀਆਂ ਲੱਤਾਂ ਦੇ ਵਿੱਚ ਕੀੜੇ, ਕਿਸੇ ਦੇ ਸਿਰ ਦੇ ਵਿੱਚ ਕੀੜੇ, ਕਿਸੇ ਦੀਆਂ ਬਾਹਾਂ ਦੇ ਵਿੱਚ ਕੀੜੇ, ਕਿਸੇ ਨੂੰ ਕੋਹੜ ਦਾ ਰੋਗ, ਕੋਈ ਕਿਰਿਆ ਆਪਣੀ ਕਰ ਨਹੀਂ ਸਕਦਾ। ਕਹਿਣ ਦਾ ਭਾਵ ਜਿਨ੍ਹਾਂ ਨੂੰ ਕਿਸੇ ਵੀ ਸੰਸਥਾ ਨੇ ਨਾਂ ਰੱਖਿਆ ਉਹਨੂੰ ਮੇਰੇ ਕੋਲ ਚੱਕ ਲਿਆ। ਬੰਦਾ ਆਪਣੀ ਗੰਦਗੀ ਇੱਕ ਆਪਣੀ ਸਾਫ਼ ਕਰ ਸਕਦਾ, ਟੋਇਲਟ ਵਾਲੇ ਹੱਥ ਆਪਣੇ ਧੋ ਸਕਦਾ, ਇੱਕ ਆਪਣੇ ਬੱਚਿਆਂ ਨੂੰ। ਕਿਸੇ ਬਗਾਨੇ ਦੇ ਧੋਣੇ, ਉਹ ਮੈਂ ਕਹਿੰਦਾ ਵੀ ਜੇ ਗੁਰੂ ਨਾਨਕ ਸਾਹਿਬ ਆਪ ਤੁਹਾਡੇ ਉਸ ਸਿਰ ਤੇ ਹੱਥ ਧਰ ਕੇ ਕਰਾਉਣ। ਸੱਚੀ ਗੱਲ ਦੱਸਦਾ ਵੀ ਉਹ 6 ਮਹੀਨੇ ਮੈਨੂੰ ਇੱਦਾਂ ਲੱਗਿਆ ਵੀ ਮੇਰੇ ਵਿੱਚ ਵੜ ਕੇ ਕੋਈ ਚੀਜ਼ ਮੇਰੇ ਤੋਂ ਕੰਮ ਕਰਾ ਰਹੀ ਆ। ਇਹ ਬੱਚਿਆਂ ਦੇ ਹਿਰਦੇ ਦੇ ਵਿੱਚ ਪਰਮਾਤਮਾ ਬੈਠਾ। ਜਿਹਨੇ ਇਹ ਬੱਚਾ ਖੁਸ਼ ਕਰ ਲਿਆ ਉਹਨੇ ਵੀਰ ਦੀ ਸਮਝ ਲਓ ਪਰਮਾਤਮਾ ਖੁਸ਼ ਕਰ ਲਿਆ। ਇਹ ਵੀ ਸਾਡੀਆਂ ਬਜ਼ੁਰਗ ਬੀਬੀਆਂ ਜੀ, ਤੇ ਜਿੱਦਾਂ ਇਹ ਜਿਹੜੀਆਂ ਮੰਦਬੁੱਧੀ ਸਾਡੀਆਂ ਭੈਣਾਂ, ਮੈਂ ਕੈਮਰਾਮੈਨ ਨੂੰ ਵੀਰ ਨੂੰ ਕਹੂੰਗਾ ਵੀ ਜ਼ਰੂਰ ਤੁਸੀਂ ਇਹਨੂੰ ਵਿਖਾਓ। ਹੋ ਸਕਦਾ ਇਹਦੇ ਘਰ ਦੇ ਪਰਿਵਾਰ ਦੇ ਉਹਨੂੰ ਮਿਲ ਜਾਣ। ਇਹ ਵੀ ਰੋਡ ਤੋਂ ਪਤਾ ਵਿਚਾਰੀ ਮਿਲੀ ਆ, ਫੱਕਰ ਸੁਭਾਅ ਦੀ ਆ। ਵੀਰੋ ਜ਼ਰੂਰ ਇਹਨੂੰ ਸ਼ੇਅਰ ਕਰਿਓ, ਹੋ ਸਕਦਾ ਇਹਦੇ ਪਰਿਵਾਰ ਦੇ ਮਿਲ ਜਾਣ। ਬਾਕੀ ਇਹ ਬਾਥਰੂਮ ਬਣ ਰਹੇ ਨੇ ਜੀ, ਮਟੀਰੀਅਲ ਦੀ ਘਾਟ ਕਰਕੇ ਸਾਡਾ ਕੰਮ ਕਈ ਵਾਰ ਬੰਦ ਹੋ ਜਾਂਦਾ। ਬਿਲਕੁਲ, ਸੰਗਤਾਂ ਜਿਹੜੀਆਂ ਜ਼ਰੂਰ ਸਹਿਯੋਗ ਕਰਨਗੀਆਂ ਕਿਉਂਕਿ ਸਾਰਾ ਕੁਝ ਉਹਨਾਂ ਨੂੰ ਦਿਖਾਇਆ ਹੈ ਕਿ ਕਿਵੇਂ ਤੁਸੀਂ ਇਹਨਾਂ ਲਵਾਰਸ ਤੇ ਮੰਦਬੁੱਧੀ ਬੱਚੇ ਤੇ ਬਜ਼ੁਰਗ ਜਿਹੜੇ ਆ ਉਹਨਾਂ ਦੀ ਸਾਂਭ ਸੰਭਾਲ ਜਿਹੜੀ ਆ ਉਹ ਕਰ ਰਹੇ ਹੋ। ਸਿੱਖ ਚੈਨਲ ਦੇ ਰਾਹੀਂ ਦਸਵੰਧ ਜਿਹੜਾ ਉਹ ਵੀ ਭੇਜ ਸਕਦੇ ਹੋ, ਤੇ ਜੇ ਤੁਸੀਂ ਚਾਹੋ ਕਿ ਕੋਈ ਚੀਜ਼ ਖਰੀਦ ਕੇ ਦੇਣੀ ਆ, ਜਿਵੇਂ ਕੰਬਲ ਵੀ ਆ ਇੱਥੇ ਹੈਗੇ, ਹੋਰ ਵੀ ਬਹੁਤ ਸਾਰਾ ਸਮਾਨ ਜਿਹੜਾ ਵੀ ਜ਼ਰੂਰਤ ਦਾ ਸਮਾਨ ਇੱਥੇ ਉਹ ਵੀ ਦੇ ਸਕਦੇ ਹੋ। ਜੇ ਤੁਸੀਂ ਮਾਇਆ ਨਹੀਂ ਵੀ ਦੇਣਾ ਚਾਹੁੰਦੇ ਤਾਂ ਜਿਹੜਾ ਇਹਨਾਂ ਦਾ ਜ਼ਰੂਰਤ ਦਾ ਸਮਾਨ ਆ ਉਹ ਵੀ ਤੁਸੀਂ ਜਿਹੜਾ ਸਿੱਖ ਚੈਨਲ ਦੇ ਨਾਲ ਸੰਪਰਕ ਕਰਕੇ ਤੇ ਇਹਨਾਂ ਤੱਕ ਪਹੁੰਚਾ ਸਕਦੇ ਹੋ। ਤੁਸੀਂ ਸਹਿਯੋਗ ਦਿਓ ਸਾਨੂੰ, ਤੁਸੀਂ ਪ੍ਰਬੰਧ ਕਰਕੇ ਦਿਓ, ਅਸੀਂ ਆਪਣੀ ਸਾਰੀ ਜ਼ਿੰਦਗੀ ਇਹ ਸੇਵਾ ਕਰਾਂਗੇ। ਸੇਵਾ ਤੇ ਸਿਮਰਨ ਦੀ ਸਿੱਖ ਧਰਮ ਦੇ ਵਿੱਚ ਬਹੁਤ ਮਹੱਤਤਾ ਹੈ। ਸਿਮਰਨ ਮਨੁੱਖ ਆਪਣੇ ਵਾਸਤੇ ਕਰਦਾ ਹੈ ਤੇ ਸੇਵਾ ਦੂਸਰੇ ਦੀ। ਸੋ ਜਿਸ ਜਗ੍ਹਾ 'ਤੇ ਪਹੁੰਚੇ ਹਾਂ, ਜਿਵੇਂ ਮੈਂ ਪਹਿਲਾਂ ਦੱਸਿਆ ਕਿ ਅਨਾਥ ਆਸ਼ਰਮ ਭਾਗਸਰ, ਜਿੱਥੇ ਬਾਬਾ ਗੁਰਵਿੰਦਰ ਸਿੰਘ ਜੀ ਇਹਨਾਂ ਮੰਦਬੁੱਧੀ ਬੱਚਿਆਂ ਦੀ ਤੇ ਹੋਰ ਜਿਨ੍ਹਾਂ ਦੇ ਪਰਿਵਾਰਕ ਮੈਂਬਰ ਉਹਨਾਂ ਬੱਚਿਆਂ ਦੀ ਸਾਂਭ ਸੰਭਾਲ ਨਹੀਂ ਕਰ ਸਕਦੇ ਜਾਂ ਜਿਨ੍ਹਾਂ ਦੇ ਘਰ ਨਹੀਂ ਹੈਗੇ, ਉਹਨਾਂ ਦੀ ਸੇਵਾ ਜਿਹੜੀ ਆ ਉਹ ਇੱਥੇ ਕਰ ਰਿਹਾ। ਸੋ ਸਭ ਤੋਂ ਪਹਿਲਾਂ ਬਾਬਾ ਜੀ ਦੇ ਨਾਲ ਗੱਲਬਾਤ ਕਰਦੇ ਹਾਂ ਤੇ ਜਾਣਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਬਾ ਜੀ, ਗੁਰੂ ਰੂਪ ਸਾਧ ਸੰਗਤ ਜੀ, ਦੇਸਾਂ ਤੇ ਵਿਦੇਸਾਂ ਦੇ ਵਿੱਚ ਵਸ ਰਹੀ ਗੁਰੂ ਨਾਨਕ ਲੇਵਾ ਸੰਗਤ ਨੂੰ ਸਭ ਤੋਂ ਪਹਿਲਾਂ
ਫਤਿਹ ਪ੍ਰਵਾਨ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬਾਬਾ ਜੀ ਤੁਹਾਡੇ ਕੋਲ ਅੱਜ ਅਸੀਂ ਪਹੁੰਚੇ ਹਾਂ ਖੇੜੀ ਜੱਟਾਂ ਪਿੰਡ ਦੇ ਵਿੱਚ। ਸਭ ਤੋਂ ਪਹਿਲਾਂ ਤਾਂ ਮੈਂ ਇਹੀ ਜਾਣਨਾ ਚਾਹੂੰਗਾ ਕਿ ਇਹ ਸੇਵਾ ਜਿਹੜੀ ਆ ਉਹ ਤੁਸੀਂ ਕਿਵੇਂ ਸ਼ੁਰੂ ਕੀਤੀ, ਕਿੰਨਾ ਕੁ ਚਿਰ ਹੋ ਗਿਆ ਆ, ਕਿਵੇਂ ਤੁਹਾਡੇ ਮਨ ਦੇ ਵਿੱਚ ਫੁਰਨਾ ਆਇਆ ਕਿ ਅਜਿਹੀ ਸੇਵਾ ਕੀਤੀ ਜਾਵੇ? ਕਿਉਂਕਿ ਸੇਵਾ ਬਹੁਤ ਤਰ੍ਹਾਂ ਦੀ ਆ, ਪਰ ਜਿਹੜੀ ਸੇਵਾ ਤੁਸੀਂ ਕਰ ਰਹੇ ਹੋ ਇਹ ਕਰਨੀ ਵੀ ਬਹੁਤ ਔਖੀ ਆ, ਕਿਉਂਕਿ ਮੰਦਬੁੱਧੀ ਬੱਚੇ ਆ, ਕੁਝ ਹੋਰ ਜਿਹੜੇ ਤੁਹਾਡੇ ਆਸ਼ਰਮ ਦੇ ਵਿੱਚ ਰਹਿੰਦੇ ਆ, ਜਿਨ੍ਹਾਂ ਦੇ ਘਰ-ਬਾਰ ਨਹੀਂ ਹੈਗੇ, ਜਾਂ ਉਹਨਾਂ ਦੀ ਸਾਰੀ ਸਾਂਭ ਸੰਭਾਲ ਜਾਂ ਜਿਹੜੀ ਸਰੀਰਕ ਕਿਰਿਆ ਆ ਉਹ ਨਹੀਂ ਕਰ ਸਕਦੇ। ਸੋ ਕਿਵੇਂ ਤੁਹਾਡੇ ਮਨ ਦੇ ਵਿੱਚ ਫੁਰਨਾ ਆਇਆ ਤੇ ਕਦੋਂ ਤੋਂ ਤੁਸੀਂ ਇਹ ਅਨਾਥ ਆਸ਼ਰਮ ਜਿਹੜਾ ਆ ਉਹ ਚਲਾ ਰਹੇ ਹੋ ਤੇ ਕਿਵੇਂ ਇਹ ਚੱਲ ਰਿਹਾ ਆ? ਸਭ ਤੋਂ ਪਹਿਲਾਂ ਸਿੱਖ ਚੈਨਲ ਦਾ ਬਹੁਤ ਬਹੁਤ ਧੰਨਵਾਦ। ਤੁਸੀਂ ਸਾਡੀ ਆਵਾਜ਼ ਨੂੰ ਦੁਨੀਆ ਦੇ ਕੋਨੇ-ਕੋਨੇ ਦੇ ਵਿੱਚ ਪਹੁੰਚਾਉਣ ਦੇ ਲਈ ਸਾਡੇ ਆਸ਼ਰਮ ਦੇ ਵਿੱਚ ਪੁੱਜੇ ਹੋ, ਤੇ ਮੈਨੂੰ ਆਸ ਹੈ ਥੋੜ੍ਹਾ ਟਾਈਮ ਤੁਹਾਨੂੰ ਪਹਿਲਾਂ ਵੀ ਆਉਣਾ ਚਾਹੀਦਾ ਸੀ। ਚਲੋ ਤੁਸੀਂ ਅੱਜ ਤੁਹਾਡਾ ਜਿੰਨੇ ਵੀ ਤੁਸੀਂ ਕਦਮ ਚੱਲ ਕੇ ਆਏ, ਸਾਡੇ ਸਿਰ 'ਤੇ ਪੈਰ ਧਰ ਕੇ ਆਏ, ਕਿਉਂਕਿ ਬੜਾ ਔਖਾ ਸਮਾਂ ਸ਼ੁਰੂ ਦੇ ਵਿੱਚ, ਤੁਹਾਨੂੰ ਪਤਾ ਕਿਸੇ ਸੰਸਥਾ ਨੂੰ ਖੜਾ ਕਰਨਾ ਤੇ ਸ਼ੁਰੂ ਕਰਨਾ ਹੈ, ਮੈਂ ਕਹਿੰਦਾ ਬੱਸ ਨੂੰ ਤਿਆਰ ਕਰਕੇ ਚਲਾਉਣਾ ਬਹੁਤ ਔਖਾ ਹੁੰਦਾ। ਚੱਲਦੀ ਬੱਸ 'ਚ ਸਵਾਰੀਆਂ ਚੜ੍ਹ ਜਾਂਦੀਆਂ ਨੇ। ਇਹ ਜੀ ਦਾਸ ਗੁਰਵਿੰਦਰ ਸਿੰਘ, ਪਿੰਡ ਖੇੜੀ ਜੱਟਾਂ, ਜ਼ਿਲ੍ਹਾ ਸੰਗਰੂਰ ਦੇ ਵਿੱਚ ਇਹ ਪੈਂਦਾ। ਦਾਸ ਨੇ +2 10ਵੀਂ ਕਲਾਸ ਆਪਣੇ ਪਿੰਡ ਦਾ ਕੀਤੀ, +2 ਅਮਰਗੜ੍ਹ ਸੀਨੀਅਰ ਸਰਕਾਰੀ ਸੈਕੰਡਰੀ ਸਕੂਲ ਅਮਰਗੜ੍ਹ। ਉਦੋਂ ਮੈਂ ਗੇਮ ਵੀ ਸ਼ੁਰੂ ਕੀਤੀ ਪ੍ਰੋਫੈਸ਼ਨਲੀ, ਮੈਂ ਭਲਵਾਨ ਰਿਹਾ, ਰੈਸਲਰ ਰਿਹਾ, ਸਟੇਟ ਦੇ ਵਿੱਚੋਂ ਮੇਰੇ ਕਈ ਮੈਡਲ ਨੇ, ਨੈਸ਼ਨਲ ਖੇਡੇ। ਉਸ ਤੋਂ ਬਾਅਦ ਮੈਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਥਰੂ BPEd ਕੀਤੀ, ਪੋਸਟ ਗ੍ਰੈਜੂਏਸ਼ਨ। ਉਸ ਤੋਂ ਬਾਅਦ ਮੈਨੇ BPEd ਦੀ ਡਿਗਰੀ, ਉਸ ਤੋਂ ਬਾਅਦ ਮੈਨੇ ਆਪਣਾ ਹੈਲਥ ਫਿਟਨੈਸ ਦਾ ਡਿਪਲੋਮਾ ਪੰਜਾਬੀ ਯੂਨੀਵਰਸਿਟੀ ਪਟਿਆਲੇ ਰਹਿ ਕੇ ਕੀਤਾ। ਉਦੋਂ ਮੈਂ ਮਸਕੀਨ ਜੀ ਦੀਆਂ ਕਥਾ ਬਹੁਤ ਜ਼ਿਆਦਾ ਸੁਣਦਾ ਸੀ। ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣਾ ਸਾਹਿਬ ਵਾਲਿਆਂ ਦੀ ਜੀਵਨੀ ਪੜ੍ਹੀ, ਕਿੰਨਾ ਉਹਨਾਂ ਨੇ ਤਪ ਕੀਤਾ। ਸੰਤ ਈਸਰ ਸਿੰਘ ਰਾੜਾ ਸਾਹਿਬ ਵਾਲਿਆਂ ਦੇ ਦੀਵਾਨ ਸੁਣੇ, ਮਸਕੀਨ ਜੀ ਦੀਆਂ ਕਥਾ ਸੁਣੀਆਂ। ਉਹ ਕਥਾ ਸੁਣ ਕੇ ਮੇਰੇ ਮਨ ਦੇ ਵਿੱਚ ਵਿਰਾਗ ਜਿਹਾ ਪੈਦਾ ਹੋ ਗਿਆ। ਮੇਰਾ ਪੜ੍ਹਾਈ ਦੇ ਵਿੱਚ, ਜਿੱਦਾਂ ਪੜ੍ਹਾਈ ਤਾਂ ਮੇਰੀ ਕੰਪਲੀਟ ਹੋ ਗਈ ਸੀ, ਥੋੜ੍ਹਾ ਵਿਰਾਗ ਦਾ ਪੈਦਾ ਹੋ ਗਿਆ। ਮੈਨੂੰ ਇਹ ਹੋ ਗਿਆ ਵੀ ਯਾਰ ਕੁਛ ਧਰਮ ਦੇ ਖੇਤਰ ਦੇ ਵਿੱਚ ਕਰਨਾ, ਸਰਕਾਰ ਦੀ ਨੌਕਰੀ ਨਹੀਂ ਕਰਨੀ। ਉਸ ਤੋਂ ਬਾਅਦ ਮੈਂ ਉੱਥੋਂ ਯੂਨੀਵਰਸਿਟੀ ਪਟਿਆਲਿਓਂ ਆਪਣੀ ਪੜ੍ਹਾਈ ਪੂਰੀ ਕਰਕੇ ਪਿੰਡ ਆ ਗਿਆ। ਚਲੋ ਘਰੇ ਮਾਤਾ ਪਿਤਾ ਨੂੰ ਹੋਇਆ ਵੀ ਠੀਕ ਆ, ਪੜ੍ਹਾਈ ਕਰਕੇ ਆਇਆ, ਕੋਈ ਨੌਕਰੀ ਕਰੂਗਾ। ਪਰ ਇੱਥੋਂ ਮੈਂ ਹਰਿਮੰਦਰ ਸਾਹਿਬ ਚੱਲਿਆ ਗਿਆ। ਹਰਿਮੰਦਰ ਸਾਹਿਬ ਜਾ ਕੇ ਉੱਥੇ ਤੁਸੀਂ ਸੱਚ ਜਾਣਿਓ, ਮੇਰੇ ਅੰਦਰ ਇੰਨਾ ਵਿਰਾਗ ਸੀ। ਜਦੋਂ ਮੈਂ ਪਰਿਕਰਮਾ ਦੇ ਅੰਦਰ ਵੜਿਆ, ਮੇਰੇ ਅੱਜ ਵੀ ਮੈਨੂੰ ਜ਼ਿਆਦਾ, ਮੈਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਜਦੋਂ ਦਰਸ਼ਨ ਕੀਤੇ, ਮੇਰੀ ਭੁੱਬ ਨਿਕਲ ਗਈ। ਮੈਂ ਜਿੱਦਾਂ ਪਰਿਕਰਮਾ ਦੇ ਵਿੱਚ ਲੰਬਾ ਪੈ ਗਿਆ, ਕਿਉਂਕਿ ਮਨ ਵਿਰਾਗ ਦੇ ਵਿੱਚ ਸੀਗਾ। ਤੇ ਉੱਥੋਂ ਚਲੋ ਮੈਂ ਖੜਾ, ਮੇਰਾ ਦੋਸਤ ਉੱਥੇ ਰਹਿੰਦਾ, ਉਹ ਉੱਥੇ ਗ੍ਰੰਥੀ ਦੀ ਡਿਊਟੀ ਕਰਦਾ, ਉਹਦਾ ਡੈਡੀ ਪਹਿਲਾਂ ਹੈੱਡ ਗ੍ਰੰਥੀ ਰਹੇ ਆ। ਉਹ ਮੇਰੇ ਕੋਲ ਆਏ ਤੇ ਗੱਲਬਾਤ ਕੀਤੀ। ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਮੈਂ ਅਖੰਡ ਪਾਠ ਸਾਹਿਬ ਇੱਥੇ ਕਰਾਉਣਾ ਮਹਾਰਾਜ ਦੇ ਦਰ 'ਤੇ। ਕਹਿੰਦੇ ਜੀ ਇੱਥੇ ਬਾਰੀ ਵੀ ਬਹੁਤ ਔਖੀ ਮਿਲਦੀ। ਮੈਂ ਨਹੀਂ, ਮੈਨੂੰ ਲੱਗਦਾ ਮੈਨੂੰ ਜਲਦੀ ਮਿਲ ਜੂ। ਅਸੀਂ ਉੱਥੇ ਅਖੰਡ ਪਾਠ ਸਾਹਿਬ ਦੀ ਬੇਨਤੀ ਕੀਤੀ, ਸਾਨੂੰ ਨਾਲ ਦੀ ਨਾਲ ਹੀ ਜਿਹੜਾ ਅਖੰਡ ਪਾਠ ਸਾਹਿਬ ਦੀ ਮਨਜ਼ੂਰੀ ਮਿਲ ਗਈ। ਫਿਰ ਉੱਥੇ ਮੈਂ 3 ਦਿਨ ਚੌਂਕੜਾ ਲਾ ਕੇ ਮਹਾਰਾਜ ਦੀ ਹਜ਼ੂਰੀ ਦੇ ਵਿੱਚ 3 ਦਿਨ ਹੀ ਪਾਠ ਜਿਹੜਾ ਸਰਵਣ ਕੀਤਾ। ਉਹ ਐਂਡ 'ਤੇ ਨਾ ਜਦੋਂ ਭੋਗ ਪੈਂਦਾ, ਉਹ 'ਤੇ ਪੁੱਛਦੇ ਆ ਅੰਮ੍ਰਿਤ ਵੇਲੇ ਵੀ ਅਰਦਾਸ ਕਰਨੀ ਹੈ, ਦੱਸੋ ਕਿਸ ਸੰਬੰਧ ਦੇ ਵਿੱਚ ਤੁਸੀਂ ਇਹ ਅਖੰਡ ਪਾਠ ਕਰਾਇਆ? ਕੋਈ ਬਿਜ਼ਨਸ ਖੋਲ੍ਹਿਆ, ਕੋਈ ਬਾਹਰ ਗਿਆ, ਜਾਂ ਫਿਰ ਕੋਈ ਵਿਆਹ ਸ਼ਾਦੀ ਦਾ ਪ੍ਰੋਗਰਾਮ ਆ? ਤੇ ਮੈਨੂੰ ਪਤਾ ਹੀ ਨਹੀਂ ਸੀ ਮੈਂ ਕਾਹਦੇ ਵਾਸਤੇ ਕਰਾਇਆ। ਮੈਂ ਕਿਹਾ ਜੀ ਮੈਨੂੰ ਪਤਾ ਹੀ ਨਹੀਂ, ਮੈਂ ਸੋਚ ਕੇ ਨਹੀਂ ਆਇਆ ਵੀ ਮੈਂ ਕਿਉਂ ਕਰਵਾਇਆ। ਮੇਰੇ ਮਨ ਦੇ ਵਿੱਚ ਖੋਹ ਸੀ, ਮੇਰਾ ਮਨ ਕਰਦਾ ਸੀ ਬਾਣੀ ਸੁਣਨ ਨੂੰ, ਮੈਂ ਤਾਂ ਕਰਾਇਆ। ਬਈ ਬਾਕੀ ਤੁਸੀਂ ਗੁਰੂ ਰਾਮਦਾਸ ਮਹਾਰਾਜ ਦੇ ਦਰ 'ਤੇ ਆਇਆ, ਗੁਰੂ ਰਾਮਦਾਸ ਮਹਾਰਾਜ ਜੀ ਦੇ ਦਰ 'ਤੇ ਅਰਦਾਸ ਬੇਨਤੀ ਕਰੋ ਵੀ ਮੈਂ ਸਰਕਾਰ ਦੀ ਨੌਕਰੀ ਨਹੀਂ ਕਰਨੀ, ਤੇਰੇ ਦਰ ਦੀ ਨੌਕਰੀ ਕਰਨੀ ਆ। ਤੁਹਾਨੂੰ ਜੋ ਠੀਕ ਲੱਗੇ ਉਹ ਤੁਸੀਂ ਸੇਵਾ ਮੇਰੇ ਤੋਂ ਲੈ ਲਓ। ਉਹਨਾਂ ਨੇ ਉਸੇ ਤਰ੍ਹਾਂ ਅਰਦਾਸ ਕੀਤੀ ਵੀ ਗੁਰੂ ਰਾਮਦਾਸ ਮਹਾਰਾਜ ਜੀ, ਤੁਹਾਡਾ ਬੱਚਾ ਤੁਹਾਡੇ ਦਰ 'ਤੇ ਆਇਆ, ਇਹਨੂੰ ਆਪਣੇ ਚਰਨਾਂ ਦੇ ਨਾਲ ਜੋੜ ਕੇ ਰੱਖੋ। ਮੈਂ ਜੋ ਵੀ ਕੰਮ ਮੈਂ ਕਿਹਾ ਕਰਾਂਗਾ ਸਭ ਗੁਰੂ ਰਾਮਦਾਸ ਮਹਾਰਾਜ ਕਰਾਉਣਗੇ, ਚੰਗਾ ਮਾੜਾ ਬਸ ਉਹ ਮੇਰੇ ਸਿਰ 'ਤੇ ਹੱਥ ਰੱਖਣ। ਉਹਨਾਂ ਨੇ ਉਸੇ ਤਰ੍ਹਾਂ ਅਰਦਾਸ ਕੀਤੀ, ਉਹਨਾਂ ਨੇ ਉਸੇ ਤਰ੍ਹਾਂ ਅਰਦਾਸ ਕੀਤੀ। ਅਤੇ ਉਸ ਤੋਂ ਬਾਅਦ ਮੈਂ ਜਿੱਦਾਂ ਉੱਥੇ ਫਿਰ 10 ਕੁ ਦਿਨ ਲੰਗਰ ਦੇ ਵਿੱਚ ਮੈਂ ਸੇਵਾ ਕਰਦਾ ਰਿਹਾ ਹਰਿਮੰਦਰ ਸਾਹਿਬ। ਸੇਵਾ ਕਰਦੇ ਕਰਦੇ ਮੇਰੇ ਮਨ ਦੇ ਵਿੱਚ ਫੁਰਨ ਆਇਆ, ਮੈਂ ਕਿਹਾ ਇੱਥੇ ਤਾਂ ਲੱਖਾਂ ਲੋਕ ਘਰੇ ਰਹੇ ਨੇ, ਮੈਂ ਕਿਹਾ ਮੈਂ ਆਪਣੀ ਮੋਟਰ 'ਤੇ ਬਹਿ ਜਾਣਾ, ਚਲੋ ਰੱਬ ਦਾ ਨਾਮ ਜਪਾਂਗੇ। ਇਹੋ ਲੰਗਰ ਜਿਹੜਾ ਉਰੇ ਲੋਕ ਛਕਦੇ ਆ, ਇਹੋ ਕੋਈ ਉੱਥੇ ਭੁੱਖਣ ਭਾਣਾ ਆਵੇਗਾ ਤਾਂ ਉਹਨਾਂ ਨੂੰ ਛਕਾਵਾਂਗੇ। ਇੰਨਾ ਕੀ ਸੋਚਿਆ ਸੀ, ਮਨ ਦੇ ਵਿੱਚ ਫੁਰਨਾ ਬਣਿਆ। ਅਸੀਂ ਆਪਣੇ ਪਿੰਡ ਆ ਗਏ।
ਮੈਂ ਭਲਵਾਨ ਸੀਗਾ। ਵੈਸੇ ਇੱਕ ਤਾਂ ਹੁੰਦਾ ਵੀ ਕਿਸੇ ਹੱਥ ਨਹੀਂ ਪਿਆ ਤਾਂ ਬਾਬੇ ਬਣ ਗਏ। ਦੋ ਤਰ੍ਹਾਂ ਦੇ ਬਾਬੇ ਹੁੰਦੇ ਨੇ। ਇੱਕ ਉਹ ਹੁੰਦੇ ਨੇ ਵਿਆਹ ਸ਼ਾਦੀ ਕਰਾ ਲਿਆ, ਬੱਚੇ ਹੋ ਗਏ, ਕਿਤੇ ਹੱਥ ਨਹੀਂ ਪੈਂਦਾ, ਫਿਰ ਉਹ ਜ਼ਿੰਦਗੀ ਤੋਂ ਹਾਰੇ ਹੋਏ ਇਨਸਾਨ ਬਾਬੇ ਬਣ ਜਾਂਦੇ ਨੇ। ਇੱਕ ਹੁੰਦਾ ਕਿਸੇ ਖੋਜ ਕਰਕੇ ਸਭ ਕੁਝ ਤਿਆਗ ਕੇ ਫਿਰ ਧਰਮ ਦੇ ਖੇਤਰ ਦੇ ਵਿੱਚ ਪ੍ਰਮਾਤਮਾ ਦੀ ਪ੍ਰਾਪਤੀ ਲਈ ਆਉਂਦੇ ਆ। ਜਿਹੜੇ ਪਦਾਰਥਾਂ ਦੇ ਲਈ ਬਾਬੇ ਬਣਦੇ ਆ ਉਹ ਫਿਰ ਸਵਾਹ ਨਹੀਂ ਟਾਉਂਦੇ। ਅਸੀਂ ਜਦੋਂ ਆਪਣੀ ਮੋਟਰ ਤੇ ਬੈਠੇ ਹਾਂ ਉਦੋਂ ਤਕਰੀਬਨ ਮੈਂ 1 ਸਾਲ ਦੇ ਵਿੱਚ 8 ਤੋਂ 10 ਲੱਖ ਰੁਪਈਆ ਕਮਾ ਲੈਂਦਾ ਸੀ। ਮੈਂ ਪ੍ਰੋਫੈਸ਼ਨਲੀ ਬੁਲਾਰਾ ਸੀਗਾ, ਕਿਉਂਕਿ ਪਹਿਲਾਂ ਭਲਵਾਨ ਸੀ, ਫਿਰ ਚਲੋ ਮਹਾਰਾਜ ਦੀ ਮਿਹਰ ਨਾਲ ਸਿੰਝ ਕਮੇਟੀਆਂ ਮੇਲਾ ਕਰਵਾਉਣ ਦਾ ਮਾਣ ਦਿੰਦੀਆਂ ਸੀ, ਸਤਿਕਾਰ ਕਰਦੀਆਂ ਸੀ। ਇੱਦਾਂ ਨਹੀਂ ਸੀ ਵੀ ਕੋਈ ਕਿਸੇ ਚੀਜ਼ ਦਾ ਲਾਲਚ ਸੀ। ਤਕਰੀਬਨ ਸਾਡੇ ਪਿੰਡ ਦੇ ਵਿੱਚੋਂ ਸਭ ਤੋਂ ਵੱਧ ਮੇਰੀ ਉਮਰ ਦੇ ਵਿੱਚ ਮੈਂ ਹੀ ਪੈਸੇ ਕਮਾਉਂਦਾ ਸੀ, ਹੱਕ ਸੱਚ। ਪਰ ਪਤਾ ਨਹੀਂ ਮਨ ਦੇ ਵਿੱਚ ਬਰਾਗ ਸੀ, ਜਾਣਾ ਬੰਦ ਕਰਤਾ। ਫਿਰ ਮੈਂ ਘਰਦਿਆਂ ਨੂੰ ਕਹਿ ਕੇ ਵੀ ਘਰਦਿਆਂ ਨੇ ਇੱਦਾਂ ਤਾਂ ਮੰਨਣਾ ਨਹੀਂ, ਵੀ ਮੈਂ ਕਿਹਾ ਮੈਂ ਛੋਟਾ ਜਿਹਾ ਖਾੜਾ ਬਣਾਉਣਾ ਭਲਵਾਨਾਂ ਨੂੰ। ਬਾਹਾਂ ਚਲੋ ਨਾਲ ਮੈਨੂੰ ਸ਼ੌਂਕ ਹੈ ਭਲਵਾਨੀ ਕਰਾਉਣ ਦਾ, ਅਤੇ ਮੈਂ ਇੱਥੇ ਦੰਗਲ ਵੀ ਕਰਾਉਣਾ ਮੈਨੂੰ। ਅਤੇ ਉੱਥੋਂ ਫਿਰ ਮੈਂ ਪਹਿਲਾਂ ਤਾਂ ਘਰ ਦੇ ਮੰਨੇ ਨਹੀਂ, ਫਿਰ ਮੈਂ ਮਿਹਨਤਾਂ ਕਰਕੇ 1.5 ਬਿੱਘਾ ਥਾਂ ਜਿਹੜਾ ਛਡਵਾ ਲਿਆ। ਫਿਰ ਅਸੀਂ 2 ਸਾਲ ਲੱਗ ਗਏ, ਕਿਸੇ ਤੋਂ ਮੈਂ ਕੋਈ ਡੋਨੇਸ਼ਨ ਨਹੀਂ ਲਈ। 2 ਸਾਲਾਂ ਦੇ ਵਿੱਚ ਮੈਂ ਇਹਨੂੰ 18-20 ਲੱਖ ਰੁਪਇਆ ਲਾ ਕੇ ਇੱਥੇ ਭਰਤ ਪਾਇਆ। ਇੱਥੇ ਕਮਰੇ ਬਣਾਏ, ਲੈਟਰਿੰਗ ਬਾਥਰੂਮ ਬਣਾਏ, ਕਿਚਨ ਬਣਾਈ, ਬਿਜਲੀ ਦਾ ਪ੍ਰਬੰਧ ਕੀਤਾ, ਸਾਰਾ ਬਗਲਾ ਮਾਰਿਆ, ਫਰਿੱਜ ਵਗੈਰਾ ਸਭ ਮੰਜੇ ਬਿਸਤਰੇ ਲੈ ਕੇ ਆਇਆ। ਫਿਰ ਮੈਂ ਟੂਰਨਾਮੈਂਟ 'ਤੇ ਇੱਕ 'ਤੇ ਮੈਨੂੰ ਸਨਮਾਨ ਸੀ, ਉੱਥੇ ਮੈਂ ਬੋਲਤਾ, ਮੈਂ ਕਿਹਾ ਜੀ ਕਿਤੇ ਵੀ ਤੁਹਾਨੂੰ ਕੋਈ ਬੇਸਹਾਰਾ ਬਜ਼ੁਰਗ ਦਿਖਦਾ ਮੈਂ ਆਪਣੇ ਮਾਂ ਪਿਓ ਬਣਾ ਕੇ ਉਹਦੀ ਸੇਵਾ ਕਰੂੰਗਾ। ਉਸ ਟੂਰਨਾਮੈਂਟ 'ਤੇ ਬੋਲਤਾ ਵੀ ਕੋਈ ਬੱਚਾ ਤੁਹਾਨੂੰ ਅਨਾਥ ਮਿਲਦਾ ਮੈਂ ਆਪਣੇ ਬੱਚੇ ਬਣਾ ਕੇ ਸਾਂਭੂਗਾ। ਇੱਥੇ ਵਾਹਿਗੁਰੂ ਦੀ ਇੱਕ ਬਹੁਤ ਵੱਡੀ ਕਿਰਪਾ ਸੀ ਵੀ ਮੈਂ ਗ੍ਰਸਤੀ ਜੀਵਨ ਨਹੀਂ ਸੀ ਅਪਣਾਇਆ। ਜੇ ਮੇਰੇ ਤੇ ਮਹਾਰਾਜ ਨੇ ਐਡੇ ਕੁ ਪਰਚੇ ਪਏ, ਮੇਰੇ ਇੰਨੀ ਕੁ ਪਰਖ ਕੀਤੀ ਮਹਾਰਾਜ ਨੇ। ਜਿਹੜਾ ਮਜ਼ਾਕ ਕਰਨਾ, ਦੇਖੋ ਸਵਾਮੀ ਵਿਵੇਕਾਨੰਦ ਇੱਕ ਬੜੀ ਸੋਹਣੀ ਗੱਲ ਉਹਨੇ ਲਿਖੀ ਆ। ਉਹ ਕਹਿੰਦਾ ਜ਼ਿੰਦਗੀ ਦੇ ਵਿੱਚ ਨਾ 4 ਪੜਾਅ ਆਉਂਦੇ ਆ। ਜਦੋਂ ਤੁਸੀਂ ਸੰਸਾਰ ਦੇ ਵਿੱਚੋਂ ਹਟ ਕੇ ਕੁਛ ਕਰਦੇ ਹੋ, ਕੁਛ ਵੱਖਰਾ ਕਰਦੇ ਹੋ, ਪਹਿਲਾਂ ਤੁਹਾਡਾ ਮਜ਼ਾਕ ਬਣਦਾ, ਲੋਕ ਤੁਹਾਡੇ 'ਤੇ ਹੱਸਦੇ ਆ। ਜਦੋਂ ਤੁਸੀਂ ਹੋਰ ਤਰੱਕੀ ਕਰ ਜਾਂਦੇ ਹੋ ਫਿਰ ਉਹ ਲੋਕ ਤੁਹਾਡਾ ਮਜ਼ਾਕ ਕਰਨੋਂ ਹਟ ਜਾਂਦੇ ਆ, ਤੁਹਾਡਾ ਵਿਰੋਧ ਕਰਦੇ ਆ। ਜਿੰਨਾ ਤੁਹਾਡਾ ਵਿਰੋਧ ਕਰ ਸਕਦੇ ਆ ਕਰਦੇ ਆ। ਫਿਰ ਜਦੋਂ ਤੁਸੀਂ ਹੋਰ ਤਰੱਕੀ ਕਰ ਜਾਂਦੇ ਹੋ ਫਿਰ ਉਹ ਲੋਕ ਤੁਹਾਡਾ ਵਿਰੋਧ ਕਰਦੇ ਆ, ਨਾ ਤੁਹਾਡਾ ਸਹਿਯੋਗ ਕਰਦੇ ਆ। ਫਿਰ ਜਦੋਂ ਤੁਸੀਂ ਹੋਰ ਤਰੱਕੀ ਕਰਦੇ ਹੋ ਫਿਰ ਉਹ ਲੋਕ ਜਿਹੜਾ ਮਜ਼ਾਕ ਕਰਦੇ ਆ, ਵਿਰੋਧ ਕਰਦੇ ਆ, ਤੁਹਾਡੇ ਨਾਲ ਆ ਜਾਂਦੇ। ਇਹ ਸੇਮ ਹੀ ਚਲੋ ਹੁੰਦਾ ਹੀ ਆ ਹਰ ਇੱਕ ਨਾਲ ਜਦੋਂ ਆਪਾਂ ਵੱਖਰਾ ਕਰਦੇ ਹਾਂ ਕੁਛ। ਪਰ ਮਹਾਰਾਜ ਨੇ ਹੱਥ ਰੱਖਿਆ ਸਿਰ 'ਤੇ, ਮਿਹਨਤ ਕਰਦੇ ਗਏ। ਉਸ ਤੋਂ ਬਾਅਦ ਉਹ ਵੀਡੀਓ ਵਾਇਰਲ ਹੋ ਗਈ YouTube 'ਤੇ। ਫਿਰ ਮਹਾਰਾਜ ਨੇ ਏਡੀ ਕੁ ਸੱਚੇ ਪਾਤਸ਼ਾਹ ਨੇ ਪਰਖ ਲਈ। 6 ਮਹੀਨਿਆਂ ਦੇ ਵਿੱਚ ਤਕਰੀਬਨ ਬਜ਼ੁਰਗ ਬੱਚੇ ਆਉਣੇ ਸ਼ੁਰੂ ਹੋ ਗਏ। ਇੱਦਾਂ ਦੇ ਬਜ਼ੁਰਗ ਆਏ ਜਿਹੜੇ ਮੈਂ ਸੁਪਨੇ ਦੇ ਵਿੱਚ ਨਹੀਂ ਸੀ ਸੋਚੇ। ਕਿਸੇ ਦੀਆਂ ਲੱਤਾਂ ਦੇ ਵਿੱਚ ਕੀੜੇ, ਕਿਸੇ ਦੇ ਸਿਰ ਦੇ ਵਿੱਚ ਕੀੜੇ, ਕਿਸੇ ਦੀਆਂ ਬਾਹਾਂ ਦੇ ਵਿੱਚ ਕੀੜੇ, ਕਿਸੇ ਨੂੰ ਕੋਹੜ ਦਾ ਰੋਗ, ਕੋਈ ਕਿਰਿਆ ਆਪਣੀ ਕਰ ਨਹੀਂ ਸਕਦਾ। ਕਹਿਣ ਦਾ ਭਾਵ ਜਿਨ੍ਹਾਂ ਨੂੰ ਕਿਸੇ ਵੀ ਸੰਸਥਾ ਨੇ ਨਾਂ ਰੱਖਿਆ ਉਹਨੂੰ ਮੇਰੇ ਕੋਲ ਚੱਕ ਲਿਆਏ। ਮੈਨੂੰ ਇੰਨਾ ਤਜਰਬਾ ਨਹੀਂ ਸੀ, ਮੈਂ ਇੱਕ ਇਹ ਸੀ ਵੀ ਸੇਵਾ ਕਰਨੀ ਆ, ਬਸ ਪ੍ਰਮਾਤਮਾ ਜਿਹਦੀ ਕਰਵਾਉਣੀ ਆ ਤਾਂ ਕਰਵਾ ਲਾ। ਉੱਥੋਂ ਫਿਰ ਇੱਦਾਂ ਇਨਸਾਨ ਆਉਣੇ। ਦੇਖੋ ਮੈਂ ਤਾਂ ਕਦੇ ਜਾਨਵਰ ਦੇ ਵੀ ਕੀੜੇ ਪਏ ਨਹੀਂ ਸੀ ਵੇਖੇ। ਫਿਰ ਜਦੋਂ ਇਨਸਾਨ ਦੇ ਇੰਨੇ ਕੀੜੇ ਪਏ ਵੇਖੇ, ਫਿਰ ਨਾ ਰੋਟੀ ਖਾਧੀ ਜਾਣੀ, ਅੱਖਾਂ 'ਚੋਂ ਪਾਣੀ, ਮਨ ਕੈੜਾ ਕਰਕੇ। ਮੈਂ ਇਹ ਗੱਲ ਕਹਿਣਾ ਵੀ ਇਹ ਸੇਵਾ ਬੰਦਾ ਨਹੀਂ ਕਰ ਸਕਦਾ। ਬੰਦਾ ਆਪਣੀ ਗੰਦਗੀ ਇੱਕ ਆਪਣੀ ਸਾਫ਼ ਕਰ ਸਕਦਾ, ਟੋਇਲਟ ਵਾਲੇ ਹੱਥ ਆਪਣੇ ਧੋ ਸਕਦਾ, ਇੱਕ ਆਪਣੇ ਬੱਚਿਆਂ ਦੇ, ਆਪਣੇ ਮਾਤਾ ਪਿਤਾ ਦੇ ਵੀ ਕੋਈ ਨਹੀਂ ਧੋ। ਕਿਸੇ ਬਗਾਨੇ ਦੇ ਧੋਣੇ ਉਹ ਮੈਂ ਕਹਿੰਦਾ ਵੀ ਜੇ ਗੁਰੂ ਨਾਨਕ ਸਾਹਿਬ ਆਪ ਤੁਹਾਡੇ ਉਸ ਸਿਰ 'ਤੇ ਹੱਥ ਧਰ ਕੇ ਕਰਾਉਣਗੇ। ਮੈਂ ਤੁਹਾਨੂੰ ਸੱਚੀ ਗੱਲ ਦੱਸਦਾ ਵੀ ਉਹ 6 ਮਹੀਨੇ ਮੈਨੂੰ ਇੱਦਾਂ ਲੱਗਿਆ ਵੀ ਮੇਰੇ ਵਿੱਚ ਵੜ ਕੇ ਕੋਈ ਚੀਜ਼ ਮੇਰੇ ਤੋਂ ਕੰਮ ਕਰਾ ਰਹੀ ਆ। ਜਿਸ ਇਨਸਾਨ ਨੂੰ ਸਮੈਲ ਆਉਂਦੀ ਸੀ ਗੰਦੀ, ਦੂਰ 100 ਮੀਟਰ ਤੱਕ ਜਿਹਦੇ ਕੋਈ ਖੜ ਨਹੀਂ ਸੀ ਸਕਦਾ, ਗਲੇ ਸੜੇ ਵਿਚਾਰੇ ਬਜ਼ੁਰਗ ਤਰਸਯੋਗ ਹਾਲਤ ਲਿਆਂਦੇ, ਮਹਾਰਾਜ ਨੇ ਹੱਥ ਸਿਰ 'ਤੇ ਧਰ ਕੇ ਉਹਨਾਂ ਦੀ ਵੀ ਸੇਵਾ ਲਈ। ਜਦੋਂ ਚੱਲਦੇ ਰਹੇ, ਇੱਕ ਸਭ ਤੋਂ ਵੱਡੀ ਪਰਖ ਮਹਾਰਾਜ ਨੇ ਇਹ ਕੀਤੀ ਵੀ 6 ਮਹੀਨੇ 16-17 ਬਜ਼ੁਰਗ ਸਾਡੇ ਕੋਲ ਆ ਗਏ। ਮੇਰੇ ਕੋਲ ਜਿੰਨੀ ਵੀ ਚੀਜ਼ ਸੀ, ਕੁਛ ਮੈਂ ਸੋਨਾ ਜਿੱਤਿਆ ਹੋਇਆ ਸੀਗਾ, ਸੋਨੇ ਨਾਲ ਮੈਨੂੰ ਸਨਮਾਨ ਕੀਤਾ ਸੀ, ਉਹ ਵੀ ਵਿਕ ਗਿਆ। ਸਾਰੇ ਘਰੋਂ ਤੁਹਾਡੇ ਰੋਟੀ ਪਾਣੀ ਪੱਕ ਕੇ ਆਉਣਾ। ਮੇਰੀ ਮਾਤਾ ਸਾਰਾ ਦਿਨ ਚੁੱਲ੍ਹੇ 'ਤੇ ਬੈਠੀ ਰਹਿੰਦੀ ਸੀ, ਕਿਉਂਕਿ ਜਿਹੜੇ ਇਹ 16-17 ਮਰੀਜ਼ ਸੀ ਇਹ 20 ਰੋਟੀਆਂ ਖਾਂਦੇ ਸੀਗੇ। ਅਤੇ ਉਹਨਾਂ ਨੇ ਸਵੇਰੇ ਵੀ ਚੁੱਲ੍ਹੇ 'ਤੇ, ਸ਼ਾਮ ਨੂੰ ਵੀ ਚੁੱਲ੍ਹੇ 'ਤੇ ਟੋਕਰਾ ਰੋਟੀਆਂ ਦਾ ਆਉਣਾ। ਸਭ ਤੋਂ ਵੱਡੀ ਗੱਲ ਮੇਰੀ ਇਹ ਅਸੂਲ ਸੀ ਵੀ ਨਾ ਅਸੀਂ ਗੋਲਕ ਲਾਈ, ਨਾ ਅਸੀਂ ਉਰੇ ਕਿਤੇ ਮੱਥਾ ਟੇਕਦਾ ਤੁਸੀਂ ਆਏ ਹੋ, ਨਾ ਕਿਤੇ ਅਸੀਂ ਗਰਾਹੀ ਇਕੱਠੀ ਕਰਨ ਗਏ ਹਾਂ ਬਾਬਿਆਂ ਵਾਂਗੂ ਕਣਕ ਜਾਂ ਹੋਰ, ਨਾ ਕਦੇ ਅਸੀਂ ਕਿਸੇ ਦੀ ਪਰਚੀ ਕੱਟਣੀ ਹੈ।
6 ਮਹੀਨੇ ਤਾਂ ਕਿਸੇ ਨੂੰ ਪਤਾ ਹੀ ਨਹੀਂ ਸੀ, ਗੁਪਤ ਤਰੀਕੇ ਨਾਲ ਬੈਠੇ ਸੀ ਮਰੀਜ਼ਾਂ ਦੇ। ਮੈਨੂੰ ਪਤਾ, ਮੈਂ ਇੱਕ ਮਰੀਜ਼ ਦੇ ਲੈਟਰਿੰਗ ਵਾਲੇ ਹੱਥ ਧੋ ਕੇ ਉਹਨੂੰ ਪਾਉਂਦਾ ਸੀ, ਦੂਆ ਬੰਦਾ ਕਿਰਿਆ ਕਰ ਲੈਂਦਾ ਸੀ, ਫਿਰ ਦੂਏ ਨੂੰ ਪਾਉਂਦਾ ਸੀ, ਦੂਆ ਕਰ ਲੈਂਦਾ ਸੀ। ਮਾਵਾਂ ਭੈਣਾਂ ਦੀਆਂ ਮੈਨੂੰ ਗੰਦੀਆਂ ਗਾਲਾਂ ਕੱਢਦੇ ਸੀ, ਮੇਰੇ ਕੱਪੜੇ ਪਾੜ ਦਿੰਦੇ ਸੀ, ਮੇਰੀ ਦਾੜੀ ਫੜ ਲੈਂਦੇ ਸੀ। ਪਰ ਇੱਕ ਮੈਂ ਤੁਹਾਨੂੰ ਉਹੀ ਗੱਲ ਦੱਸਦਾ ਵੀ ਮੈਨੂੰ ਲੱਗ ਰਿਹਾ ਸੀ ਵੀ ਕੋਈ ਸੇਵਾ ਆਪ ਮਹਾਰਾਜ ਕਰਵਾ ਰਿਹਾ। ਜਿਹੜੀ ਜੇ ਮੇਰੇ ਥਾਂ ਤੇ ਕੋਈ ਹੋਰ ਬੰਦਾ ਹੁੰਦਾ, ਗ੍ਰਸਤੀ ਬੰਦਾ ਹੁੰਦਾ, ਮੈਨੂੰ ਐਂ ਲੱਗਦਾ ਵੀ ਉਹਦਾ ਪਰਿਵਾਰ ਛੱਡ ਕੇ ਭੱਜ ਜਾਂਦਾ। ਕਿਉਂਕਿ ਮੇਰਾ ਇਹ ਸੀ ਵੀ ਚਾਹੇ ਮੈਨੂੰ ਉਰੇ ਪਾ ਦਿਓ, ਮੈਂ ਇੱਥੇ ਸੌਂ ਜਾਣਾ, ਘਰੋਂ ਤਾਂ ਮੈਂ ਫਤਿਹ ਬੁਲਾਤੀ, ਚਾਹੇ ਜੰਗਲ 'ਚ ਪੈਣਾ ਜੰਗਲ 'ਚ ਪੈ ਜਾਂਗੇ। ਮਕਸਦ ਇਹ ਸੀ ਵੀ ਬਸ ਰੱਬਾ ਹੁਣ ਸੱਚੇ ਪਾਤਸ਼ਾਹ ਤੇਰੇ ਦਰਸ਼ਨ ਕਰਨੇ ਆ। ਹਰਿਮੰਦਰ ਸਾਹਿਬ ਅਰਦਾਸ ਕਰੀ ਹੋਈ ਸੀ। ਉਸ ਤੋਂ ਬਾਅਦ ਜਿੱਦਾਂ ਇਹ ਸੇਵਾ ਚੱਲਦੀ ਰਹੀ 6 ਮਹੀਨੇ ਬਿਲਕੁਲ ਰੱਬ ਨੇ ਪਰਖ ਕਰੀ, ਕੋਈ ਬੰਦਾ ਸਿਰ ਦੁਖਦੇ ਦਾ ਪੱਤਾ ਵੀ ਨਹੀਂ ਲੈ ਕੇ ਆਇਆ। ਪੈਸੇ ਵੀ ਸਿਰ ਹੋ ਗਏ, ਜ਼ਮੀਨ ਵੀ ਵਿਕ ਗਈ ਕਿੱਲਾ, ਪਰ ਚੱਲੀ ਗਏ। ਘਰੋਂ ਵੀ ਮਾਵਾਂ ਭੈਣਾਂ ਦੀਆਂ ਗਾਲਾਂ, ਇੱਥੋਂ ਤੱਕ ਕਿ ਤੁਹਾਨੂੰ ਸੱਚ ਦੱਸਦਾ ਵੀ ਮੇਰੀ ਬਹੁਤ ਮਾੜੀ ਆਦਤ ਆ ਵੀ ਮੈਥੋਂ ਉੱਚੀ ਬੋਲ ਹੋ ਜਾਂਦਾ ਗੁੱਸੇ ਦੇ ਵਿੱਚ। ਜਦੋਂ ਮਾਤਾ ਨੇ ਕਹਿਣਾ ਵੀ ਤੂੰ ਸਾਡਾ ਘਰ ਪੱਟੇਗਾ, ਤੂੰ ਘਰ ਉਜਾੜੇਗਾ, ਇੱਕ ਨੂੰ ਲੈ ਆਉਣ। ਸੇਵਾ ਉਹਨਾਂ ਨੇ ਬਹੁਤ ਕਰੀ ਆ, ਪਰ ਕੋਈ ਮਾਂ ਪਿਓ ਇਹ ਨਹੀਂ ਚਾਹੁੰਦੇ ਵੀ ਸਾਡਾ ਪੁੱਤ ਪੜ੍ਹ ਲਿਖ ਕੇ ਸਾਰਾ ਦਿਨ 24 ਘੰਟੇ ਸੇਵਾ ਹੀ ਕਰੀ ਜਾਵੇ, ਫਕੀਰ ਹੀ ਬਣ ਜੇ। ਤੇ ਮੈਂ ਵੀ ਥੋੜਾ ਗਰਮ ਹੋ ਜਾਣਾ ਵੀ ਮੇਰਾ ਹਿੱਸਾ ਮੈਂ ਕੁਛ ਕਰਾਂ, ਮੈਨੂੰ ਦੇ ਦਿਓ ਬਸ। ਚਲੋ ਥੋੜਾ ਜਿਹਾ ਤਿਆਗ ਦੇ ਨਾਲ ਹੀ ਇਹ ਸੇਵਾ ਚੱਲਦੀ ਹੈ। ਜੇ ਆਪਾਂ ਆਪਣਾ ਪਰਿਵਾਰ ਵੀ ਖੁਸ਼ ਰੱਖਣਾ, ਆਪਾਂ ਆਪਣੇ ਬੀਵੀ ਬੱਚੇ ਵੀ ਖੁਸ਼ ਰੱਖਣੇ ਆ, ਆਪਾਂ ਬੱਚਿਆਂ ਨੂੰ ਵੀ ਕੈਨੇਡਾ ਅਮਰੀਕਾ ਸੈੱਟ ਕਰਨਾ, ਫਿਰ ਆਹ ਜਵਾਕਾਂ ਦੀਆਂ ਮਤਲਬ ਕਿ ਨੱਕ ਸਾਫ਼ ਨਹੀਂ ਆਪਾਂ ਕਰ ਸਕਦੇ। ਇਹ ਆਪਾਂ ਤਾਈਓ ਕਰ ਸਕਦੇ ਹਾਂ ਜੇ ਇਹ ਮੇਰੇ ਬੱਚੇ ਆ, ਇਹ ਮੇਰੇ ਬੱਚੇ ਆ, ਬਜ਼ੁਰਗ ਮੇਰੇ ਬਜ਼ੁਰਗ ਹੈ, ਮੇਰਾ ਕੋਈ ਹੋਰ ਹੈ ਨਹੀਂ, ਇਹ ਮੇਰੇ ਰਿਸ਼ਤੇਦਾਰ ਹੈ, ਕੋਈ ਮੇਰਾ ਭਤੀਜਾ, ਕੋਈ ਮੇਰਾ ਪੁੱਤ, ਕੋਈ ਮੇਰਾ ਭਾਣਜਾ, ਸਭ ਮੇਰੇ ਇਹ ਨੇ। ਫਿਰ ਉੱਥੋਂ ਇੱਕ ਦਿਨ ਘਰੋਂ ਵੀ ਗਾਲਾਂ, ਮਰੀਜ਼ਾਂ ਤੋਂ ਵੀ ਗਾਲਾਂ, ਸਾਰੇ ਪਾਸੇ ਨਾ ਕੋਈ ਸਹਿਯੋਗ। ਫਿਰ ਕੀ ਹੋਇਆ, ਮੈਂ ਰੋਂਦਾ ਰੋਂਦਾ ਇੱਕ ਦਿਨ ਅਰਦਾਸ ਕਰੀ, ਮੈਂ ਮਹਾਰਾਜ ਮੈਂ ਪੜ੍ਹਿਆ ਸੈਲ ਪੱਥਰ ਮੈਂ ਜੰਤ ਉਪਾਏ ਤਾਂ ਕਾ ਰਿਜ਼ਕ ਆਗੇ ਕਰ ਧਰਿਆ। ਤੂੰ ਪੱਥਰਾਂ 'ਚ ਰਿਜ਼ਕ ਪਹੁੰਚਾ ਦੇਣਾ, ਤੂੰ ਪੱਥਰਾਂ 'ਚ ਰਿਜ਼ਕ ਪਹੁੰਚਾ ਦੇਣਾ। ਤੂੰ ਹਰ ਇੱਕ ਦੇ ਭਾਗ ਦੇ ਵਿੱਚ ਖਾਤੇ ਦੇ ਵਿੱਚ ਪਾਇਆ ਹੋਇਆ, ਆਸਣ ਲੋਏ ਲੋਏ ਭੰਡਾਰ ਜੋ ਕੁਛ ਪਾਇਆ ਸੋ ਏਕਾ ਵਾਰ, ਤੂੰ ਹਰ ਇੱਕ ਦੇ ਖਾਤੇ 'ਚ ਪਾਇਆ। ਬਾਬੇ ਨਾਨਕ ਦੀ ਇਹ ਧਰਤੀ ਹੋਵੇ, ਪੰਜਾਬ ਦੀ ਧਰਤੀ ਹੋਵੇ, ਥਾਂ ਥਾਂ ਤੇ ਗੁਰਦੁਆਰੇ ਹੋਣ। ਕੀ ਗੱਲ 6 ਮਹੀਨਿਆਂ ਤੋਂ ਅਸੀਂ ਸੇਵਾ ਕਰ ਰਹੇ ਹਾਂ, ਕੀ ਗੱਲ ਤੇਰਾ ਇੱਕ ਵੀ ਬੱਚਾ ਚੱਲ ਕੇ ਸਾਡੇ ਕੋਲ ਨਹੀਂ ਆਇਆ? ਮੈਂ ਕਿਹਾ ਵੀ ਮਹਾਰਾਜ ਸੱਚੇ ਪਾਤਸ਼ਾਹ ਮੇਰੇ ਹੱਥ ਖੜੇ ਨੇ ਵੀ ਮੈਂ ਅੱਜ ਤੋਂ ਬਾਅਦ ਇਹ ਸੇਵਾ ਨਹੀਂ ਕਰ ਸਕਦਾ। ਸਾਡੇ ਕੋਲ ਵਰਤਮਾਨ ਸਾਡੇ ਖਾਲੀ ਹੋ ਗਏ, ਘਰ ਸਾਡੇ, ਮੇਰੇ ਗਾਲਾਂ ਪੈਂਦੀਆਂ, ਕੱਪੜਾ ਲੀੜਾ ਸਭ ਮੇਰੇ ਕੋਲੇ ਵੀਰ ਜੀ, ਵਾਹਿਗੁਰੂ ਦੀ ਮਿਹਰ ਨਾਲ ਸਾਰੇ ਵਧੀਆ ਕੱਪੜੇ ਸੀ, ਜੀਨ ਦੀਆਂ ਪੈਂਟਾਂ ਵਧੀਆ ਮਹਿੰਗੀਆਂ। ਮੈਂ ਸਾਰੀ ਅਲਮਾਰੀ ਖਾਲੀ ਕਰਤੀ, ਇੱਕ ਕੁੜਤੀ ਲਈ ਬਸ ਉਹਦੇ ਵਿੱਚ ਹੀ ਆਪਾਂ ਸ਼ੁਰੂ ਕੀਤਾ ਕੰਮ, ਪਾ ਕੇ ਕੁੜਤੀ। ਕਹਿਣ ਦਾ ਭਾਵ ਹੁਣ ਤੱਕ ਵੀ ਮੈਂ ਕੋਈ ਨਾ ਕੱਪੜੇ ਤੇ ਪੈਸਾ ਲਾਇਆ, ਨਾ ਮੈਂ ਆਪਣੇ ਤੇ ਕਿਸੇ ਚੀਜ਼ ਤੇ। ਪਹਿਲਾਂ ਆਸ਼ਰਮ ਬਣਨ ਤੋਂ ਪਹਿਲਾਂ ਬੜੇ ਸ਼ੌਂਕ ਪਗਾਏ। ਉਸ ਤੋਂ ਬਾਅਦ ਫਿਰ 2 ਬੰਦੇ, ਜਦੋਂ ਮੈਂ ਰਾਤ ਨੂੰ ਅਰਦਾਸ ਕਰਕੇ ਪਿਆ, ਦੂਏ ਦਿਨ 2 ਬੰਦੇ ਆਏ, ਉਹਨਾਂ ਨੇ ਸਾਨੂੰ ਰਾਸ਼ਨ ਦਿੱਤਾ, ਉਹਨਾਂ ਨੇ ਦਵਾਈਆਂ ਦਿੱਤੀਆਂ, 10,000 ਰੁਪਈਆ। ਉਹ ਕਹਿੰਦੇ ਜੀ ਤੁਸੀਂ ਇੱਦਾਂ, ਉਹਨਾਂ ਨੇ ਸਾਡੀ ਵੀਡੀਓ ਬਣਾ ਕੇ ਪਾਈ ਸਾਰੇ ਕਿਤੇ, ਉਹ ਵੀਡੀਓ ਵਾਇਰਲ ਹੋਈਆਂ। ਉਹ ਫਿਰ ਉਹਨਾਂ ਨੇ ਸਾਨੂੰ ਦੱਸਿਆ, ਕਹਿੰਦੇ ਜੀ ਇੱਦਾਂ ਨਹੀਂ ਚੱਲਣੀ, ਤੁਸੀਂ ਨਾ ਵੀਡੀਓ ਪਾਇਆ ਕਰੋ, ਸਾਨੂੰ ਕਿਹੜੀ ਚੀਜ਼ ਦੀ ਲੋੜ ਆ। ਫਿਰ ਸਾਨੂੰ ਪਤਾ ਲੱਗ ਗਿਆ। ਫਿਰ ਅਸੀਂ WhatsApp 'ਤੇ 2-3 ਮਿੰਟ ਦੀ ਵੀਡੀਓ ਬਣਾਉਣੀ ਵੀ ਜੀ ਸਾਨੂੰ ਆਟੇ ਦੀ ਲੋੜ ਆ, ਸਾਨੂੰ ਰਾਸ਼ਨ ਦੀ ਲੋੜ ਆ, ਅਸੀਂ ਉਹ ਪਾ ਦਿਆ ਕਰਨੀ, ਲੋਕਾਂ ਨੇ ਸਾਨੂੰ ਲਿਆ ਦਿਆ ਕਰਨੀ। ਫਿਰ ਉਹ ਸੇਵਾ ਚੱਲ ਪਈ। ਹੁਣ ਇਹ 3 ਸਾਲ ਤੋਂ ਸਾਡੇ ਕੋਲ ਲਗਾਤਾਰ ਘੱਟ ਤੋਂ ਘੱਟ 250 ਤੋਂ 300 ਬਜ਼ੁਰਗ ਬੱਚਿਆਂ ਦੀ ਸੇਵਾ ਹੋ ਚੁੱਕੀ ਆ। ਕਈ 8-8 ਸਾਲ ਬਾਅਦ ਖੋਏ ਹੋਏ ਘਰਾਂ ਦੇ ਵਿੱਚੋਂ ਨੌਜਵਾਨ ਬਜ਼ੁਰਗ ਬੱਚੇ ਲੱਭ ਕੇ ਉਹਨਾਂ ਦੇ ਘਰਾਂ ਦੇ ਵਿੱਚ ਪਹੁੰਚਾਏ, ਵੱਡੇ ਤੋਂ ਵੱਡੇ ਰੋਗ ਠੀਕ ਕਰਕੇ ਘਰਾਂ ਦੇ ਵਿੱਚ ਪਹੁੰਚਾਏ। ਜਿਹੜੇ ਬੰਦੇ ਲਵਾਰਸ਼ ਲਾਸ਼ਾਂ ਬਣ ਚੁੱਕੀਆਂ ਸੀ, ਉਹਨਾਂ ਦੇ ਭੋਗ ਪਾਏ, ਉਹਨਾਂ ਦਾ ਸੰਸਕਾਰ ਕੀਤਾ। 50 ਤੋਂ 60 ਦੇ ਲਾਗੇ ਅੱਜ ਸਾਡੇ ਕੋਲ ਇੱਥੇ ਵੀ ਜਿਹੜੇ ਬਜ਼ੁਰਗ ਬੱਚੇ ਰਹਿ ਰਹੇ ਨੇ, ਜਿਨ੍ਹਾਂ ਦਾ ਇਸ ਸਮੇਂ ਘਰ ਦਾ ਕੋਈ ਪਤਾ ਨਹੀਂ, ਜਿਹੜੀ ਆਪਣੀ ਕਿਰਿਆ ਵੀ ਮੰਜੇ ਤੇ ਕਰਦੇ ਆ, ਉਹਨਾਂ ਦਾ ਸਾਰੀ ਸੰਗਤ ਦੇ ਸਹਿਯੋਗ ਨਾਲ। ਜਿਸ ਤਰ੍ਹਾਂ ਅਸੀਂ ਬੱਚੇ ਦੇਖ ਰਹੇ ਆ, ਇਹ ਬੱਚੇ ਆ ਜਿਹੜੇ ਮੰਦਬੁੱਧੀ ਬੱਚੇ ਆ, ਇਹ ਸਾਰੇ ਤੁਸੀਂ ਤੁਹਾਡੇ ਤੱਕ ਪਹੁੰਚਦੇ ਕਿਵੇਂ ਆ? ਇਹ ਜੀ ਇੱਦਾਂ, ਜਿੱਦਾਂ ਹੁਣ ਮੰਨ ਲਓ ਤੁਹਾਡੇ ਪਿੰਡ ਦੇ ਵਿੱਚ ਕੋਈ ਬੱਚਾ ਫਿਰਦਾ, ਜਾਂ ਕੋਈ ਉਹ ਲਵਾਰਸ ਹੈ, ਜਾਂ ਕੋਈ ਬੱਚਾ ਅਨਾਥ ਹੋ ਗਿਆ, ਸਾਡੀਆਂ ਵੀਡੀਓ ਲੋਕਾਂ ਤੱਕ ਪਹੁੰਚਦੀਆਂ ਨੇ, ਸਾਡਾ ਫੋਨ ਨੰਬਰ ਸਭ ਨੂੰ ਪਤਾ ਹੈ। ਉਹ ਫਿਰ ਕੀ ਕਰਦੇ ਆ, ਉਹ ਬੱਚੇ ਨੂੰ ਪੰਚਾਇਤ ਲੈਟਰ ਪੈਡ 'ਤੇ ਲਿਖ ਕੇ ਸਾਡੀ ਗੋਦੀ ਦੇ ਵਿੱਚ ਬਿਠਾ ਦਿੰਦੀ ਹੈ, ਚਾਹੇ ਉਹ ਬਜ਼ੁਰਗ ਹੈ। ਸਾਡੇ ਕੋਲ ਇੱਦਾਂ ਪਹੁੰਚਦੇ ਆ। ਕਈ ਵੀਰ ਸਾਨੂੰ ਫੋਨ ਮਾਰ ਦਿੰਦੇ ਵੀ ਫਲਾਣੇ ਰੋਡ 'ਤੇ ਬਜ਼ੁਰਗ ਪਿਆ, ਲੈ ਜਾਓ, ਅਸੀਂ ਉਹਨੂੰ ਉੱਦਾਂ ਲੈ ਆਉਂਦੇ ਹਾਂ ਜਾ ਕੇ। ਇੱਦਾਂ ਫਿਰ ਸਾਡੇ ਕੋਲ ਪਹੁੰਚਣਾ, ਅਸੀਂ ਵੀਡੀਓ ਪਾਉਣੀ। ਇੱਕ ਮੈਂ ਹੋਰ ਵੀ ਬੇਨਤੀ ਕਰਦਾ, ਸੰਗਤ ਜੀ ਵੀਡੀਓ ਤੁਸੀਂ ਜ਼ਰੂਰ ਸ਼ੇਅਰ ਕਰਿਆ ਕਰੋ ਜਦੋਂ ਕੋਈ ਮੰਦਬੁੱਧੀ ਬੱਚੇ ਦੀ ਅਸੀਂ ਪਾਉਂਦੇ ਹਾਂ। ਕਈ ਇੱਕ ਇੱਦਾਂ ਦੇ ਪਰਿਵਾਰ ਸਾਨੂੰ ਮਿਲੇ ਜਿਸ
ਪਰਿਵਾਰ ਨੇ ਭੁੱਬ ਨਿਕਲ ਗਈ ਉਹਦੀ, ਉਹਨਾਂ ਇੰਟਰਵਿਊ ਚੱਲਦੀ ਸੀ, ਉਹਨਾਂ ਨੇ ਆਪਣਾ ਬੰਦਾ ਪਹਿਚਾਣ ਲਿਆ ਹਰਿਆਣੇ ਦਾ। ਉਹ 8 ਸਾਲ ਬਾਅਦ ਉਹ ਬੰਦਾ ਲੱਭਿਆ ਤੇ ਸਾਡੇ ਤੋਂ ਲੈ ਕੇ ਗਏ। ਇਦਾਂ ਵੀਡੀਓ ਪਾਉਣ ਦਾ ਇਹ ਫਾਇਦਾ ਹੋ ਜਾਂਦਾ, ਕੋਈ ਪਤਾ ਨਹੀਂ ਜਦੋਂ ਤੁਸੀਂ ਸ਼ੇਅਰ ਕਰੋਗੇ ਇਹਨਾਂ ਦੇ ਘਰ ਦੇ ਪਤਾ ਲੱਗ ਜਾਣਾ। ਇਹ ਬਹੁਤ ਵੱਡਾ ਪੁੰਨ ਹੈ, ਕਿਸੇ ਮਾਂ ਨੂੰ ਆਪਣਾ ਪੁੱਤ ਮਿਲ ਜਾਣਾ, ਕਿਸੇ ਬੱਚਿਆਂ ਨੂੰ ਆਪਣਾ ਮਾਂ ਪਿਓ ਮਿਲ ਜਾਣਾ। ਤੇ ਇੱਥੋਂ ਫਿਰ ਇਹ ਸੇਵਾ ਚੱਲ ਪਈ। ਸਾਡਾ ਕੋਈ ਆਪਣਾ YouTube ਚੈਨਲ ਨਹੀਂ ਸੀ, ਆਪਣਾ ਪੇਜ ਨਹੀਂ ਸੀ, ਨਾ ਹੀ ਸਾਨੂੰ ਬਣਾਉਣਾ ਆਉਂਦਾ ਸੀ। ਅਸੀਂ ਸਿਰਫ ਸੇਵਾ ਹੀ ਕਰਦੇ ਸੀ, ਸੰਗਤ ਦੀ ਅਸੀਸਾਂ ਦੇ ਨਾਲ ਇਹ ਸੇਵਾ ਚੱਲਦੀ ਰਹੀ। ਇਸੇ ਤਰ੍ਹਾਂ ਜੀ ਜਦੋਂ ਇਹ ਸੇਵਾ ਚੱਲੀ, ਸਭ ਤੋਂ ਪਹਿਲਾਂ ਸਾਡੇ ਕੋਲੇ ਇਹ ਬੱਚਾ ਆਇਆ ਅੱਜ ਤੋਂ 3 ਸਾਲ ਪਹਿਲਾਂ। ਲੋਡੋਵਾਲ ਥਾਣੇ ਦੇ ਵਿੱਚ SHO ਬਰਿੰਦਰਪਾਲ ਸੀ, ਉਹਨੂੰ DSP ਬਣ ਗਏ, ਬਰਨਾਲੇ ਲੱਗੇ ਆ, ਮੇਰੇ ਬਹੁਤ ਚੰਗੇ ਦੋਸਤ ਆ। ਉਹਨਾਂ ਨੂੰ ਇਹ ਬੱਚਾ ਲਵਾਰਸ ਹਾਲਤ ਦੇ ਵਿੱਚ ਮਿਲਿਆ ਅੱਜ ਤੋਂ 3 ਸਾਲ ਪਹਿਲਾਂ। ਕਹਿੰਦੇ ਵੀ ਇਹ ਗੂੰਗਾ ਹੈ, ਇਹ ਬੋਲਦਾ ਨਹੀਂ, ਇਹਦਾ ਘਰ ਨਹੀਂ ਪਤਾ। ਵੀਰ ਜੀ ਅਸੀਂ ਇਹਨੂੰ ਲੈ ਕੇ ਆਏ, ਉਦੋਂ ਸਾਡਾ ਏਡਾ ਤਕੜਾ ਪ੍ਰਬੰਧ ਨਹੀਂ ਸੀ। ਪਰ ਜਦੋਂ ਦੇਖੋ ਇੱਕ ਸਭ ਤੋਂ ਵੱਡੀ ਗੱਲ ਆ, ਵਾਹਿਗੁਰੂ ਨੇ ਪਹਿਲਾ ਕੇਸ ਦਿੱਤਾ ਇਦਾਂ ਦਾ, ਤੇ ਪਹਿਲੇ ਹੀ ਕੇਸ ਨੇ ਮੈਂ ਅੰਦਰੋਂ ਝੰਜੋੜ ਕੇ ਰੱਖਤਾ। ਇਹ ਬੱਚਾ ਸਾਡੇ ਕੋਲ ਆਇਆ, ਮੈਂ ਇਹਨੂੰ ਸਵੇਰੇ ਲੈਟਰਿੰਗ ਦੇ ਵਿੱਚ ਬਿਠਾਇਆ। ਵੀਰ ਜੀ ਇਹਦੀਆਂ ਜਿਹੜੀਆਂ ਆਂਤੜੀਆਂ ਸੀ ਉਹ ਵੀ ਬਾਹਰ ਆਉਂਦੀਆਂ ਸੀ ਟਾਇਲਟ ਵਾਲੀ ਥਾਂ ਦੇ ਵਿੱਚੋਂ। ਇਹਦੇ ਨਾਲ ਵੀਰ ਜੀ ਕਈ 100 ਵਾਰ ਰੇਪ ਹੋਇਆ ਹੋਇਆ ਸੀ, ਬਲੱਡ ਆਉਣਾ, ਬਿਮਾਰ। ਇਹ ਇੰਨਾ ਕਮਜ਼ੋਰ ਸੀਗਾ ਵੀ ਇੱਥੋਂ ਸਾਡੇ ਸੜਕ ਜਾਂਦੀ ਹੈ, ਜੇ ਬੱਸ ਨੇ ਹਾਰਨ ਮਾਰ ਦੇਣਾ ਇਹਦਾ ਵਿਸਾਹ ਵਿੱਚ ਨਿਕਲ ਜਾਂਦਾ ਸੀ। ਮੈਨੂੰ ਅੱਜ ਵੀ ਜੇ ਕੋਈ ਕਹਿ ਦੇ ਵੀ ਰੋਡ ਤੇ ਕੋਈ ਬੱਚਾ ਫਿਰਦਾ, ਮੇਰੀ ਰੂਹ ਕੰਬ ਜਾਂਦੀ ਹੈ ਵੀ ਆਹ ਹਾਲ ਨਾ ਹੋਵੇ ਬੱਚੇ ਨੂੰ। ਇਹਦੇ ਨਾਲ ਇੰਨਾ ਕੁ ਜ਼ਿਆਦਾ ਕਲਯੁਗੀਆਂ ਨੇ ਧੱਕਾ ਕਰਿਆ, ਇੰਨਾ ਕੁ ਜ਼ਿਆਦਾ ਕਲਯੁਗੀਆਂ ਨੇ ਧੱਕਾ ਕਰਿਆ ਵੀ ਰੋਣਾ ਆ ਜਾਂਦਾ ਬੰਦੇ ਨੂੰ ਵੇਖ ਕੇ, ਰੂਹ ਕੰਬ ਜਾਂਦੀ ਆ। ਬਲੱਡ ਆਈ ਗਿਆ ਕਈ ਦਿਨ, ਫਿਰ ਇਹਦਾ ਅਸੀਂ ਡਾਕਟਰੀ ਇਲਾਜ ਕਰਾਇਆ। ਅੱਜ ਇਹ ਬਿਲਕੁਲ ਠੀਕ ਹੈ, ਇਹ ਬੋਲਣ ਵੀ ਲੱਗ ਗਿਆ। ਜਿੱਦਾਂ ਆਪਾਂ ਕਹਿੰਦੇ ਨੇ ਵੀ ਜੇ ਮਹਾਰਾਜ ਚਾਹਣ, ਗੁਰੂ ਹਰਕ੍ਰਿਸ਼ਨ ਮਹਾਰਾਜ ਨੇ ਗੂੰਗੇ ਤੋਂ ਗੀਤਾ ਦੇ ਅਰਥ ਕਰਾਤੇ ਸੀ। ਇਦਾਂ ਪੁੱਤ ਪਾਠ ਕਰਕੇ ਦਿਖਾ ਦੇ, ਫਤਿਹ ਬੁਲਾ ਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ। ਇਹ ਕਹਿੰਦੇ ਪਾਠ ਨਹੀਂ ਆਉਂਦਾ ਸੁੱਖੇ ਨੂੰ। ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ। ਪਹਿਲਾਂ ਜਿਹਨੇ ਸਤਿਨਾਮ ਵਾਹਿਗੁਰੂ ਗਿਆ, ਇਹ 6 ਘੰਟੇ ਨਾਮ ਜਪਦਾ ਰਿਹਾ। ਫਿਰ ਇਸ ਨੇ ਅੱਗੇ ਸੇਵਾ ਪਹੁੰਚੀ ਜੀ। ਹੁਣ ਉਸ ਤੋਂ ਬਾਅਦ ਜੀ ਜਿੱਦਾਂ ਇਹ ਬੱਚੀ ਸੀ, ਬਿਲਕੁਲ ਬਾਬਾ ਜੀ ਜਿਵੇਂ ਦੱਸ ਰਹੇ ਆ ਕਿ ਕਿਵੇਂ ਇਹ ਜਿਹੜੇ ਬੱਚੇ ਆ ਜਿਹੜੇ ਇਹਨਾਂ ਦੇ ਕੋਲ ਪਹੁੰਚਦੇ ਆ। ਇਹ ਪਹਿਲਾ ਬੱਚਾ ਸੀਗਾ ਜਿਹੜਾ ਕਿ ਬਹੁਤ ਹੀ ਬੁਰੀ ਹਾਲਤ ਦੇ ਵਿੱਚ ਇਹਨਾਂ ਦੇ ਕੋਲ ਪਹੁੰਚਿਆ, ਜਿਸ ਦਾ ਸਾਰਾ ਇਲਾਜ, ਡਾਕਟਰੀ ਇਲਾਜ ਕਰਾਇਆ, ਜਿਹੜਾ ਬੋਲ ਨਹੀਂ ਸੀ ਸਕਦਾ। ਤੇ ਇਹਨਾਂ ਨੇ ਉਸ ਨੂੰ ਵੀ ਜਿਹੜਾ ਆ ਉਹ ਗੁਰਬਾਣੀ ਜਿਹੜੀ ਆ ਉਹ ਸਿਖਾਈ ਆ। ਸਤਿਨਾਮ ਵਾਹਿਗੁਰੂ ਕਹਿ ਲੈਂਦਾ ਵਾ, ਫਤਿਹ ਜਿਹੜੀ ਆ ਉਹ ਬੁਲਾ ਲੈਂਦਾ ਆ। ਸੋ ਇਸੇ ਤਰੀਕੇ ਦੇ ਨਾਲ ਹੋਰ ਵੀ ਬਹੁਤ ਸਾਰੇ ਬੱਚੇ ਜਿਹੜੇ ਬਾਬਾ ਗੁਰਵਿੰਦਰ ਸਿੰਘ ਜੀ ਹੋਰਾਂ ਦੇ ਕੋਲ ਇੱਥੇ ਰਹਿ ਰਹੇ ਆ, ਜਿਨ੍ਹਾਂ ਦੀ ਇਹ ਸੇਵਾ ਸੰਭਾਲ ਜਿਹੜੀ ਆ ਉਹ ਕਰ ਰਹੇ ਆ। ਕਿਉਂਕਿ ਤੁਹਾਨੂੰ ਪਤਾ ਹੈ ਕਿ ਠੰਡ ਦੇ ਦਿਨਾਂ ਦੇ ਵਿੱਚ ਜਿਹੜਾ ਆ ਉਹ ਬੱਚੇ ਜਿਹੜੇ ਆ ਉਹਨਾਂ ਨੂੰ ਜੇ ਕੋਈ ਠੰਡ ਲੱਗ ਜੇ ਜਾਂ ਕੋਈ ਜ਼ੁਕਾਮ ਲੱਗ ਜੇ ਤਾਂ ਬਹੁਤ ਮੁਸ਼ਕਲ ਹੁੰਦੀ ਆ। ਸੋ ਇਸ ਤਰੀਕੇ ਦੇ ਨਾਲ ਬਹੁਤ ਹੀ ਸਾਰਾ ਸਾਫ਼ ਸੁਥਰਾ ਪ੍ਰਬੰਧ ਜਿਹੜਾ ਆ ਇੱਥੇ ਦੇਖਣ ਨੂੰ ਮਿਲ ਰਿਹਾ ਆ। ਸੋ ਬਾਬਾ ਜੀ ਦੱਸ ਰਿਹਾ ਕਿ ਕਿਹੜਾ ਬੱਚਾ ਜਿਹੜਾ ਕਿਵੇਂ ਇੱਥੇ ਪਹੁੰਚਿਆ ਤੇ ਕਿਵੇਂ ਉਹਨਾਂ ਦੀ ਸੇਵਾ ਜਿਹੜੀ ਆ ਉਹ ਚੱਲ ਰਹੀ ਆ। ਹਾਂਜੀ ਬਿਲਕੁਲ ਜੀ। ਇੱਕ ਸਭ ਤੋਂ ਵੱਡੀ ਗੱਲ ਇਹ ਹੈ ਵੀ ਨਾਰਮਲ ਬੰਦੇ, ਹੁਣ ਜਿੱਦਾਂ ਆਪਾਂ ਕਿਤੇ ਰਹਿਣਾ ਹੋਵੇ, ਆਪਾਂ ਨੂੰ ਤਾਂ ਕੋਈ ਔਖਾ ਨਹੀਂ ਹੈ ਨਾ। ਇੱਕ ਮੰਦਬੁੱਧੀ ਬਜ਼ੁਰਗ ਬੱਚਾ ਉੱਤੋਂ ਅਪਾਹਜ ਹੋਵੇ, ਉਹ ਇੱਕ ਸਾਹਮਣਾ ਔਖਾ, 100 ਨਾਰਮਲ ਬੰਦਾ ਸਾਹਮਣਾ ਸਕਾਲਾ। ਕਿਉਂਕਿ ਇਹਨਾਂ ਨੂੰ ਕੋਈ ਪਤਾ ਨਹੀਂ, ਇਹਨਾਂ ਦੇ ਕਿਰਿਆ ਵੀ ਨਹੀਂ ਕਰ ਸਕਦੇ। ਇਹ ਬੱਚਾ ਰੱਬ ਰੂਪ ਬੱਚਾ ਜੀ। ਇਹ ਬੱਚੇ ਗੁੜੀਆਂ ਨੇ, ਸਾਰੀਆਂ ਬੱਚੀਆਂ ਨੇ ਜੀ, ਤੇ ਇਹ ਬੱਚੀਆਂ ਨੇ ਜੀ। ਇਹ ਜਿਹੜੀ ਬੱਚੀ ਹੈ, ਆਜਾ ਪੁੱਤਰਾਂ ਨੂੰ, ਇਹ ਬੱਚੀ ਦੇਖੋ ਵੀ ਕੈਸਾ ਇਹਦੇ ਨਾਲ ਮੇਰਾ ਕੋਈ ਸੰਬੰਧ ਸੀਗਾ ਪੁਰਾਣਾ। ਇਹਦੀ ਮਾਤਾ, ਬੱਚੀ ਦੀ ਮਾਤਾ ਜਿਹੜੀ ਹੈ ਨਾ, ਚੜ੍ਹਾਈ ਕਰ ਗਈ ਸੀ। ਇਹਦੇ ਪਿੰਡ ਦੇ ਬੰਦੇ ਆਏ, ਇਹਨੂੰ ਮੇਰੀ ਗੋਦੀ ਦੇ ਵਿੱਚ ਬਿਠਾ ਗਏ। ਸਾਲ ਦੇ ਕਰੀਬ ਹੋ ਗਿਆ, ਇਹ ਮੈਨੂੰ ਚਿੰਬੜ ਗਈ। ਉਸ ਦਿਨ ਤੋਂ ਲੈ ਕੇ ਇੱਕ ਦਿਨ ਵੀ ਇਹ ਰੋਈ ਨਹੀਂ। ਜਦੋਂ ਮੈਂ ਆਸ਼ਰਮ ਦੇ ਵਿੱਚ ਪੈਰ ਪਾਲਾਂ, ਪਤਾ ਨਹੀਂ ਇਹਨੂੰ ਕੀ ਮੇਰੀ ਵਾਸ਼ਨਾ ਆ ਜਾਂਦੀ ਹੈ, ਕਿੱਡਾ ਸੰਬੰਧ ਹੈ। ਮੈਂ ਤੁਹਾਨੂੰ ਪ੍ਰੈਕਟੀਕਲ ਦਿਖਾ ਸਕਦਾ ਵੀ ਮੈਂ ਆਸ਼ਰਮ ਦੇ ਵਿੱਚ ਆਇਆ, ਇਹ ਭਾਵੇਂ ਜਿੱਥੇ ਆ, ਇਹਨੂੰ ਜਦ ਹੀ ਇਹਨੇ ਕਹਿ ਲੈਣਾ ਬਾਬਾ ਬਾਬਾ। ਤੁਹਾਨੂੰ ਦਿਖਾ ਸਕਦਾ ਵੀ ਉਸ ਦਿਨ ਤੋਂ ਲੈ ਕੇ ਇਹਦਾ ਭਾਗ ਐਡਾ ਵੱਡਾ ਹੈ ਵੀ ਜਿਸ ਦਿਨ ਤੋਂ ਆਈ ਹੈ ਸਾਡਾ ਬਿਲਕੁਲ ਹੀ ਕੰਮ ਨਹੀਂ ਖੜਿਆ। ਸਾਡਾ 1 ਲੱਖ ਰੁਪਈਆ ਇੱਕ ਦਿਨ ਦਾ ਖਰਚਾ ਅੱਜ ਦਾ ਆ ਰਿਹਾ। ਕਿਵੇਂ ਆ ਰਿਹਾ ਤੁਹਾਨੂੰ ਦੱਸਾਂਗੇ। ਇਹਨਾਂ ਰੱਬ ਰੂਪ ਬੱਚੀਆਂ ਨੇ, ਸਮਝ ਲਓ ਵੀ ਇਹਨਾਂ 'ਚੋਂ ਰੱਬ ਹੀ ਮਿਲ ਗਿਆ ਭਾਜੀ। ਬਾਕੀ ਪੈਸਾ ਜਾਂ ਹੋਰ ਇੱਜ਼ਤ ਸਤਿਕਾਰ ਇਹ ਤਾਂ ਛੋਟੀਆਂ ਗੱਲਾਂ।
ਦੇਖੋ ਚੁਸਤੀ ਚਲਾਕੀ ਨਾਲ ਤੁਸੀਂ ਪੈਸਾ, ਇੱਜ਼ਤ, ਔਰਤ ਇਹ ਚੀਜ਼ਾਂ ਇਕੱਠੀਆਂ ਕਰ ਸਕਦੇ ਹੋ, ਪਰ ਰੱਬ ਕਦੇ ਚੁਸਤੀ ਚਲਾਕੀ ਨਾਲ ਨਹੀਂ ਪਾਇਆ ਜਾ ਸਕਦਾ। ਉਹ ਭੋਲੇ ਬੰਦਿਆਂ ਨੂੰ ਮਿਲਿਆ, ਉਹ ਮਿਲਿਆ ਇਦਾਂ ਦੇ ਸੇਵਾ ਕਰਕੇ ਨਾ। ਇਹ ਬੱਚਿਆਂ ਦੇ ਵਿੱਚ ਨਾ ਕਾਮ, ਨਾ ਕ੍ਰੋਧ, ਨਾ ਲੋਭ, ਨਾ ਮੋਹ, ਨਾ ਹੰਕਾਰ। ਤੁਸੀਂ ਇਹਨੂੰ ਪੈਸੇ ਫੜਾ ਦਿਓ, ਪਾੜ ਦੇਣੇ। ਇਹ ਬੱਚਿਆਂ ਦੇ ਹਿਰਦੇ ਦੇ ਵਿੱਚ ਪਰਮਾਤਮਾ ਬੈਠਾ। ਜਿਹਨੇ ਇਹ ਬੱਚਾ ਖੁਸ਼ ਕਰ ਲਿਆ, ਉਹਨੇ ਵੀਰ ਦੀ ਸਮਝ ਲਓ ਪਰਮਾਤਮਾ ਖੁਸ਼ ਕਰ ਲਿਆ। ਇਹ ਥੋੜਾ ਬੋਲ ਵੀ ਲੈਂਦੇ, ਬਹੁਤ ਸਤਿ ਸ੍ਰੀ ਅਕਾਲ ਬੁਲਾ ਦੇ, ਸਤਿ ਸ੍ਰੀ ਅਕਾਲ ਹੱਥ ਬੰਨ ਕੇ, ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ ਬੁਲਾ ਦੇ ਪੁੱਤ, ਚੱਲ ਆ ਜਾ ਵੀਰ ਦੀ। ਜਿਹੜੀ ਇਹ ਬੱਚੀ ਆਪਣੀ, ਇਹ 12-13 ਸਾਲ ਹੋ ਗਏ ਸੀ, ਇਹਨੂੰ ਤੁਰ ਨਹੀਂ ਸੀ ਸਕਦੀ। ਇਹਦੀ ਮਾਤਾ ਵੀ ਹੈ ਨਹੀਂ, ਇਹਨਾਂ ਦੇ ਪਿੰਡ ਦੇ ਵੀ ਸਾਡੇ ਕੋਲ ਛੱਡ ਕੇ ਗਏ। ਤੇ ਇਹ ਵੀਰ ਜੀ ਪਹਿਲੇ ਦਿਨ ਆਈ, ਮੈਨੂੰ ਹਾਕ ਜੀ ਮਾਰੀ ਪੋਲਾ ਤੇ ਥੋੜੀ ਥੋੜੀ ਚੱਲ ਪਈ। ਅੱਜ ਇਹ ਤੁਰ ਵੀ ਸਕਦੀ ਹੈ। ਇਹ ਸਪੈਸ਼ਲ ਬੱਚੀ, ਜਿੱਦਾਂ ਆਪਾਂ ਕਹਿ ਦਈਏ ਵੀ ਮੰਦ ਬੁੱਧੀ ਬੱਚੀ, ਕਿਰਿਆ ਨਹੀਂ ਕਰ ਸਕਦੀ, ਲੈਟਰਿੰਗ ਬਾਥਰੂਮ ਤੱਕ ਆਪ ਨਹੀਂ ਜਾ ਸਕਦੀ, ਵਿੱਚ ਕਰ ਲੈਂਦੀ ਆ ਲੈਟਰਿੰਗ ਬਾਥਰੂਮ ਤੇ ਲਿਜਾਣਾ ਪੈਂਦਾ। ਇਹ ਤੁਹਾਡੇ ਅਸੀਸਾਂ ਦੇ ਨਾਲ ਮਹਾਰਾਜ ਇਹ ਕਰਵਾ ਰਹੇ ਨੇ। ਇਹ ਗੁੜੀਆਂ ਨੇ ਗੀਆਂ ਸਾਰੀਆਂ। ਬਿਲਕੁਲ, ਜਿਵੇਂ ਬਾਬਾ ਜੀ ਦੱਸ ਰਹੇ ਆ ਕਿ ਬੱਚੇ ਜਿਹੜੇ ਆ ਕੋਈ ਆਪਣੀ ਸਰੀਰਕ ਕਿਰਿਆ ਨਹੀਂ ਕਰ ਸਕਦੇ, ਖਾਣਾ ਜਿਹੜਾ ਆ ਉਹ ਨਹੀਂ ਖਾ ਸਕਦੇ, ਇਹਨਾਂ ਨੂੰ ਠੰਡ ਲੱਗਦੀ ਆ ਉਹ ਨਹੀਂ ਪਤਾ ਲੱਗਦਾ, ਗਰਮੀ ਲੱਗਦੀ ਆ ਉਹ ਨਹੀਂ ਪਤਾ ਲੱਗਦਾ। ਸਾਰੀ ਸੇਵਾ ਜਿਹੜੀ ਆ ਬਾਬਾ ਜੀ ਖੁਦ ਆਪਣੇ ਹੱਥੀਂ ਜਿਹੜੀ ਆ ਇਹ ਕਰਦੇ ਆ। ਸੋ ਅੱਗੇ ਜਿਹੜੀ ਬੱਚੀ ਆ ਉਹਦੇ ਬਾਰੇ ਵੀ ਜਾਣਦੇ ਆ ਕਿ ਇਹ ਵੀ ਬੱਚੀ ਬਹੁਤ ਪਿਆਰੀ ਹੈ ਜੀ, ਛੋਟੀ ਬੱਚੀ ਹੈ। ਤੇ ਦੇਖੋ ਵਾਹਿਗੁਰੂ ਦੀ ਮਿਹਰ ਆ ਜੀ। ਇਹ ਤਾਂ ਤੁਸੀਂ ਐਂ ਲਾ ਲਓ ਜੀ, ਬੰਦੇ ਡਰਦੇ ਆ ਹਨ। ਅੱਜ ਮੈਂ ਕਹਿੰਦਾ ਵੀ ਕੋਈ ਵੀ ਤੁਸੀਂ ਮੈਨੂੰ ਦੱਸੋ ਵੀ ਹੈ ਕੋਈ ਦੁਨੀਆ ਤੇ ਇੱਦਾਂ ਮਾਂ ਪਿਓ ਜਿਹੜਾ ਮੈਨੂੰ ਕਹੇ ਵੀ ਸਾਡੇ ਪ੍ਰਮਾਤਮਾ ਬੱਚਾ ਕਰੇ, ਉਹ ਮੰਦ ਬੁੱਧੀ ਹੋਵੇ, ਅਪਾਹਜ ਹੋਵੇ, ਜਾਂ ਕੋਈ ਸਾਂਭ ਸਕਦਾ ਮੰਦ ਬੁੱਧੀ ਬੱਚਾ? ਕੋਈ ਨਹੀਂ ਚਾਹੁੰਦਾ। ਹੁਣ ਸਾਡੇ ਕੋਲ ਬੱਚੇ ਵੀ ਆਉਣੇ ਤੇ ਆਉਣੇ ਵੀ ਮੰਦ ਬੁੱਧੀ ਤੇ ਅਪਾਹਜ। ਇਹਨਾਂ ਨੇ ਜੀ ਸਾਨੂੰ ਕੁਛ ਨਹੀਂ ਕਹਿਣਾ ਵੀ ਮੈਂ ਲੈਟਰਿੰਗ ਕਰ ਲਈ, ਇਹਨਾਂ ਨੇ ਕੁਛ ਨਹੀਂ ਕਹਿਣਾ ਸਾਨੂੰ ਭੁੱਖ ਲੱਗੀ ਆ। ਮਤਲਬ ਕਹਿਣ ਦਾ ਭਾਵ ਆ ਸਮੇਂ ਤੇ ਸਾਨੂੰ ਹੀ ਵੇਖਣਾ ਪੈਂਦਾ। 24 ਦੇ 24 ਘੰਟੇ ਹੀ ਇਸ ਕੰਮ ਨੂੰ ਦੇਣੇ ਪੈਣੇ ਆ। ਇਹ ਕੋਈ ਉਹ ਨਹੀਂ ਹੈਗਾ ਵੀ ਤੁਸੀਂ 8 ਘੰਟੇ ਜੌਬ ਕਰੀ ਤੇ ਬਾਕੀ ਤੁਸੀਂ ਆਪਣੀ ਫੈਮਿਲੀ ਦੇ ਨਾਲ ਰਹੋ। 24 ਘੰਟੇ ਇਹਨਾਂ ਉੱਪਰ ਖੜਨਾ ਤੇ ਇੱਕ ਮਿੰਟ ਇਹਨਾਂ ਨੂੰ ਚੈੱਕ ਕਰਨਾ ਵੀ ਕੀ ਹੈ। ਇਹ ਬਾਕੀ ਦੂਸਰੀ ਗੱਲ ਇਹ ਹੈ ਜੀ, ਇਹਨਾਂ ਦੀਆਂ ਦਵਾਈਆਂ ਸਾਰਿਆਂ ਦੇ ਚੱਲਦੀਆਂ ਨੇ ਹੈ ਨਾ। ਕਿਹੜੇ ਟਾਈਮ ਕਿਸੇ ਨੂੰ ਕੀ ਹੋ ਜੇ ਪਤਾ ਨਹੀਂ। ਇਹ ਵੀ ਬੱਚੀ ਦੇ ਮਾਤਾ ਪਿਤਾ ਇੱਦਾਂ ਹੀ ਤਰਸਯੋਗ, ਬੜੀਆਂ ਤਰਸਯੋਗ ਸਟੋਰੀਆਂ ਨੇ। ਪਰ ਇਹ ਬੱਚੀ ਹੁਣ ਵਾਹਿਗੁਰੂ ਦੀ ਮਿਹਰ ਨਾਲ ਥੋੜਾ ਅਸੀਂ ਇਹਨਾਂ ਨੂੰ ਸੰਕ ਪੁਸਪੀਆਂ, ਬੋਰਨਵੀਟ ਇਹ ਚੀਜ਼ਾਂ ਪਿਲਾਈਆਂ। ਇਹ ਬੱਚੀ ਥੋੜ੍ਹੀ ਜਿਹੀ ਗਰੋਥ ਕਰ ਗਈ। ਹੁਣ ਇਹਨੂੰ ਵਧੀਆ ਸਕੂਲ 'ਚ ਪੜ੍ਹਨ ਲਾਵਾਂਗੇ। ਕੁਛ ਬੱਚੀਆਂ ਸਾਡੀਆਂ ਜਿਹੜੀਆਂ ਪਿੰਡ ਦੇ ਵਿੱਚ ਪੜ੍ਹਦੀਆਂ ਨੇ, ਤੇ ਇਹ ਜ਼ਰੂਰੀ ਨਹੀਂ ਹੈ ਵੀ ਜਿੰਨੇ ਇੱਥੇ ਬੱਚੇ ਰਹਿ ਰਹੇ ਆ, ਬਜ਼ੁਰਗ ਵੀ ਸੀ, ਉਹਨਾਂ ਦੀ ਸੇਵਾ ਕਰਦੇ ਹਾਂ। ਅਸੀਂ ਗਰੀਬ ਲੜਕੀਆਂ ਦੇ ਵਿਆਹਾਂ ਤੇ ਸ਼ਗਨ, ਪਿੰਡ ਦੇ ਵਿੱਚ ਕੋਈ ਬਜ਼ੁਰਗ ਬਿਮਾਰ, ਉਹਨਾਂ ਦੇ ਆਪਰੇਸ਼ਨ, ਜਿਨ੍ਹਾਂ ਕੋਲੇ ਘਰ ਤਾਂ ਹੈ ਪਰ ਗਰੀਬੀ ਹੈ, ਉਹਨਾਂ ਦੀ 100-150 ਪਰਿਵਾਰ ਦੀਆਂ ਇੱਦਾਂ ਅਸੀਂ ਮਦਦ ਕਰ ਚੁੱਕੇ ਹਾਂ ਤੇ ਕਰ ਵੀ ਰਹੇ ਹਾਂ। ਤੇ ਇੱਦਾਂ ਬਿਲਕੁਲ ਬਾਬਾ ਜੀ ਜਿਵੇਂ ਦੱਸ ਰਹੇ ਆ ਕਿ ਬੱਚੇ ਜਿਹੜੇ ਆ ਇਹਨਾਂ ਦੀ ਸਾਫ਼ ਸਫਾਈ ਦਾ ਪ੍ਰਬੰਧ ਜਿਹੜਾ ਆ ਉਹ ਵੀ ਕਰਨਾ ਪੈਂਦਾ ਆ। ਬੱਚਿਆਂ ਨੂੰ ਦੇਖਣ ਤੋਂ ਹੀ ਪਤਾ ਲੱਗਦਾ ਆ, ਉਹਨਾਂ ਦੇ ਦੰਦ ਜਿਹੜੇ ਆ ਉਹਨਾਂ ਦੇ ਦੇਖਣ ਤੋਂ ਵੀ ਪਤਾ ਲੱਗਦਾ ਆ ਕਿ ਇਹਨਾਂ ਦੇ ਮੂੰਹ ਤੱਕ ਦੀ ਵੀ ਸਫਾਈ ਜਿਹੜੀ ਆ ਉਹ ਹੁੰਦੀ ਆ। ਬਰੱਸ਼ ਵੀ ਇਹਨਾਂ ਨੂੰ ਕਰਾਇਆ ਜਾਂਦਾ ਆ। ਸੋ ਇਹ ਇੱਕ ਬੜੀ ਵੱਡੀ ਜਿਹੜੀ ਸੇਵਾ ਆ ਉਹ ਆ ਜਿਹੜੀ ਬਾਬਾ ਜੀ ਹੁਰੀ ਕਰ ਰਹੇ ਆ। ਉਹ ਵੀ ਮੰਦਬੁੱਧੀ ਬੱਚੇ ਜਿਨ੍ਹਾਂ ਨੂੰ ਆਪਣੇ ਆਪ ਦੀ ਸੁੱਧ ਬੁੱਧ ਜਿਹੜੀ ਆ ਉਹ ਨਹੀਂ ਆ। ਖਾਣਾ ਜਿਹੜਾ ਆ ਉਹ ਕਿਵੇਂ ਖਾਈਦਾ ਆ, ਖਾਣਾ ਜਿਹੜਾ ਆ ਉਹ ਕਦੋਂ ਖਾਣਾ, ਕਦੋਂ ਭੁੱਖ ਲੱਗੀ ਆ। ਸੋ ਇਹ ਸਾਰਾ ਕੁਝ ਜਿਹੜਾ ਆ, ਸਾਰਾ ਧਿਆਨ ਜਿਹੜਾ ਆ ਉਹ ਬਾਬਾ ਜੀ ਹੁਣੀ ਖੁਦ ਜਿਹੜਾ ਆ ਉਹ ਰੱਖਦੇ ਆ। ਸੋ ਬਾਬਾ ਜੀ ਨਾਲ ਹੀ ਫਿਰ ਗੱਲਬਾਤ ਕਰਦੇ ਆ ਜੀ। ਬਾਕੀ ਜੀ ਇਹ ਬੱਚਾ ਵੀ ਸਾਡਾ ਮਸਤਾਨਾ ਬੱਚਾ। ਇਹਦੀ ਮਾਤਾ ਨੂੰ ਕੈਂਸਰ, ਇਹਦੇ ਨਾਲ ਡੈਡੀ ਦੀ ਡੈਥ ਹੋ ਗਈ ਸੀ ਤੇ ਇਹਦੀ ਮਾਤਾ ਨੇ ਕਿਤੇ ਹੋਰ ਵਿਆਹ ਕਰਾ ਲਿਆ। ਇਹਦੇ ਚਾਚੇ ਨੇ ਸਾਨੂੰ ਦੱਸਿਆ ਸੀਗਾ। ਇਹਦੇ ਚਾਚੇ, ਹੁਣ ਚਾਚੇ ਇਹਦੀ ਗਾਂ ਚਾਚਾ ਵਿਚਾਰਾ ਗ੍ਰੰਥੀ ਸੀਗਾ। ਜਿਹੜੇ ਵੀ ਗੁਰਦੁਆਰੇ 'ਤੇ ਜਾਣਾ ਪਹਿਲਾਂ ਕਮੇਟੀ ਨੇ ਇਹ ਕਹਿ ਦੇਣਾ ਵੀ ਪਹਿਲਾਂ ਇਹਨੂੰ ਕੱਢ, ਇਹਨੂੰ ਛੱਡ ਕੇ ਆਓ, ਫਿਰ ਤੁਹਾਨੂੰ ਗ੍ਰੰਥੀ ਰੱਖਾਂਗੇ। ਉਹਨੂੰ 10 ਗੁਰਦੁਆਰਿਆਂ 'ਚੋਂ ਕੱਢਤਾ ਗਾਂ। ਇਹਦੀ ਚਾਚੀ ਵੀ ਰੁੱਸ ਕੇ ਭੱਜ ਗਈ ਵੀ ਪਹਿਲਾਂ ਇਹਨੂੰ ਕਿਤੇ ਫਾਹਾ ਵੱਢ ਕੇ ਆ। ਹੁਣ ਇਹਨੂੰ ਕੋਈ ਬੰਦਾ ਰੱਖੇ ਨਾ ਸੰਸਥਾ ਵਾਲਾ। ਸਾਰੇ ਇੱਧਰ ਗਿਆ, ਪਿੰਗਲਵਾੜੇ ਸਾਰੇ ਕਿਤੇ ਜਾ ਕੇ ਆਇਆ। ਉਹ ਕਹਿੰਦੇ ਵੀ ਤੂੰ ਚਾਚਾ ਤੂੰ ਸਾਂਭ। ਉਹ ਆ ਕੇ ਮੇਰੇ ਕੋਲੇ ਵਿਚਾਰਾ ਰੋ ਪਿਆ, ਪੈਰ ਫੜ ਲਏ, ਕਹਿੰਦਾ ਮੇਰੀ ਆਪਦੀ ਘਰ ਵਾਲੀ ਭੱਜ ਗਈ, ਮੈਂ ਕੀ ਕਰਾਂ। ਮੈਂ ਜਦ ਸੇਵਾ ਹੀ ਕਰਨੀ ਆ, ਸਾਡਾ ਕੰਮ ਹੀ ਇਹ ਆ, ਤੂੰ ਛੱਡ ਜਾ ਸਾਡੇ ਕੋਲ। ਚਲੋ ਜੀ, ਸਾਨੂੰ ਤਾਂ ਇਹਨਾਂ ਨੇ ਕਦੇ ਵਿਚਾਰਿਆਂ ਨੇ ਦੁੱਖ ਨਹੀਂ ਦਿੱਤਾ। ਪਰ ਮੈਂ ਇਹ ਗੱਲ ਕਹਿਣਾ ਵੀ ਇੱਕ ਨਾ ਮਹਾਰਾਜ ਨੇ ਲਿਖਿਆ, ਜਨਨ ਪਿਤਾ ਲੋਕ ਸੁਤ ਬਨਤਾ ਕੋਈ ਨਾ ਕਿਸ ਕੀ ਧਰਿਆ। ਮਹਾਰਾਜ ਕਹਿੰਦੇ ਤੁਹਾਨੂੰ ਪੈਦਾ ਕਰਨ ਵਾਲੀ ਤੁਹਾਡੀ ਮਾਂ, ਤੁਹਾਡਾ ਪਿਤਾ, ਤੁਹਾਡੀ ਭੈਣ, ਤੁਹਾਡੇ ਭਰਾ, ਤੁਹਾਡੇ ਦੋਸਤ, ਤੁਹਾਡੇ ਹੋਰ ਰਿਸ਼ਤੇਦਾਰ ਕੋਈ ਵੀ ਤੁਹਾਡਾ ਸਹਾਰਾ ਨਹੀਂ ਹਨ।
ਪਰਮਾਤਮਾ ਤੱਕ ਦਾ ਸਫ਼ਰ ਵੀ ਤੁਹਾਨੂੰ ਆਪ ਕਰਨਾ ਪੈਣਾ। ਜਿਉਂਦੇ ਜੀ ਇਹ ਦੇਖੋ ਮਾਂ ਹੁੰਦੀ ਹੈ, ਮਾਂ ਹੋਈ ਦੁਨੀਆ ਵਾਲੇ ਉਹ ਕਹਿੰਦੇ ਹਨ, ਇੱਕ ਮਾਂ ਨੇ ਆਪਣਾ ਪੁੱਤ ਹੀ ਛੱਡਤਾ ਤੇ ਕਿਤੇ ਹੋਰ ਵਿਆਹ ਕਰਾ ਲਿਆ। ਮੈਂ ਕਹਿੰਦਾ ਵੀ ਇਹ ਤਾਂ ਕਲਯੁਗ ਹੈ। ਦੇਖੋ ਸਾਡਾ ਤਾਂ ਚਲੋ ਲੱਗਦਾ ਕੁਛ ਨਹੀਂ, ਇਹ ਤਾਂ ਮਹਾਰਾਜ ਕਰਾ ਰਹੇ ਆ, ਪਰ ਮਾਂ ਆਪਣਾ ਪੁੱਤ ਛੱਡ ਦੇਵੇ ਦੇਖੋ ਹੁਣ, ਤੇ ਇਹ ਸਾਡੇ ਕੋਲ ਅੱਜ ਰਹਿ ਰਿਹਾ ਜੀ। ਤੇ ਸਾਡਾ ਮਸਤਾਨਾ ਬੰਦਾ, ਇਹਨਾਂ ਸਭ ਦੇ ਨਾਂ ਵੀ ਮੇਰੀ ਰੱਖੇ ਹੋਏ, ਕਿਸੇ ਦਾ ਨਾਂ ਵੀ ਨਹੀਂ ਸਾਨੂੰ ਪਤਾ। ਇਹਦਾ ਨਾਂ ਜਿੱਦਾਂ ਅਸੀਂ, ਇਹਦਾ ਨਾਂ ਕਾਤੀਆ, ਕਿਸੇ ਦਾ ਨਾਂ ਸੁੱਖਾ, ਕਿਸੇ ਦਾ ਨਾਂ ਜਿੰਦਾ। ਇੱਥੇ ਫੋਟੋ ਸੁੱਖੇ ਜਿੰਦੇ ਦੀ ਲੱਗੀ ਸੀ, ਉਹ ਮੁੰਡਾ ਆਇਆ ਕਹਿੰਦੇ ਉਹਦੇ ਮੈਂ ਉਹਨੇ ਵੀ ਕੁਦਰਤੀ ਪੁੱਛ ਲਿਆ, ਕਹਿੰਦਾ ਇਹ ਕੌਣ ਨੇ? ਮੈਂ ਸੁੱਖਾ। ਉਹਦਾ ਨਾਮ ਮੈਂ ਸੁੱਖਾ ਹੀ ਧਰਤਾ। ਉਹ ਇੱਕ ਦੂਆ ਸੀਗਾ, ਕਹਿੰਦੇ ਬਾਬਾ ਇਹ ਸੁੱਖਾ, ਇਹ ਕੌਣ? ਮੈਂ ਕਿਹਾ ਇਹ ਜਿੰਦਾ। ਤੇ ਇੱਦਾਂ ਹੀ ਇੱਕ ਕਿਸੇ ਦਾ ਨਾਂ ਮਣੀ, ਕਿਸੇ ਦਾ ਨਾਂ ਪ੍ਰਿਆ, ਕਿਸੇ ਦਾ ਨਾਂ ਕੁਛ ਇੱਦਾਂ। ਆਪਣੇ ਜਿਹੜਾ ਮਨ ਦੇ ਵਿੱਚ ਆਇਆ ਉਹ ਅਸੀਂ ਰੱਖ ਲਿਆ। ਇਹ ਹੈ ਜੀ, ਇਹ ਸਾਡਾ 100% ਮੰਦ ਬੁੱਧੀ ਹੈ ਜੀ ਬੱਚਾ। ਸੋ ਬਿਲਕੁਲ ਜਿਵੇਂ ਬਾਬਾ ਜੀ ਜਿਹੜੇ ਆ ਉਹ ਦੱਸ ਰਹੇ ਆ ਕਿ ਕਿਵੇਂ ਇਹਨਾਂ ਬੱਚਿਆਂ ਦੀ ਸੇਵਾ ਸੰਭਾਲ ਜਿਹੜੀ ਆ ਉਹ ਕੀਤੀ ਜਾਂਦੀ ਆ। ਇਕੱਲੇ ਬੱਚੇ ਦੇ ਬਾਰੇ ਦੇ ਵਿੱਚ ਵੀ ਅਸੀਂ ਜਾਣਕਾਰੀ ਜਿਹੜੀ ਆ ਉਹ ਹਾਸਲ ਕਰ ਰਹੇ ਹਾਂ। ਸੋ ਕੁੱਲ ਕਿੰਨੇ ਬੱਚੇ ਜਿਹੜੇ ਆ ਉਹ ਹੈਗੇ ਆ ਇੱਥੇ ਤੁਹਾਡੇ ਕੋਲ? ਸਾਡੇ ਕੋਲੇ ਛੋਟੇ ਜੀ 15 ਤੋਂ 16 ਤਾਂ ਬਜ਼ੁਰਗ ਬੱਚੀਆਂ ਜੀ। ਕੁਛ ਸਾਡੇ ਕੋਲੇ ਜਿੱਦਾਂ ਬਜ਼ੁਰਗ ਬੀਬੀਆਂ ਜੀ, ਕੁਛ ਮੰਦਬੁੱਧੀ ਬੱਚੀਆਂ, 60 ਕੁ ਦੇ ਲਾਗੇ, 50-60 ਕੁ ਦੇ ਲਾਗੇ ਸਾਡੇ ਕੋਲ ਸਰੀਰ ਹੈਗੇ ਜੀ, ਜਿਹੜੇ ਇੱਥੇ ਮੌਜੂਦਾ ਇਸ ਹਾਲਤ ਦੇ ਵਿੱਚ ਸਾਡੇ ਕੋਲ ਹੈ। ਬਾਕੀ 100 ਦੇ ਕਰੀਬ ਸਾਡੇ ਕੋਲ ਜਿਨ੍ਹਾਂ ਦੀ ਬਾਹਰ ਅਸੀਂ ਜ਼ਿੰਮੇਵਾਰੀ ਲਈ ਆ, ਫੀਸਾਂ ਦੀ, ਰਾਸ਼ਨ ਦੀ, ਦਵਾਈਆਂ ਦੀ, ਇੱਦਾਂ ਜ਼ਿੰਮੇਵਾਰੀ ਲਈ ਆ। ਬਾਹਰ ਜਿਹੜੀ ਜ਼ਿੰਮੇਵਾਰੀ ਉਹ ਕਿੱਦਾਂ, ਮਤਲਬ ਤੁਸੀਂ ਜਿਹੜੇ ਮਤਲਬ ਕਿ ਪਿੰਡਾਂ ਦੇ ਵਿੱਚ, ਪਿੰਡ ਉਹਨਾਂ ਕੋਲ ਘਰ ਹੈ, ਜਿੱਦਾਂ ਬਜ਼ੁਰਗਾਂ ਦੇ ਕੋਲੇ ਘਰ ਤਾਂ ਹੈ, ਪਰ ਉਹਨਾਂ ਕੋਲੇ ਗਰੀਬੀ ਦੇ ਕਾਰਨ ਰਾਸ਼ਨ ਨਹੀਂ ਹੈ, ਉਹ ਇਲਾਜ ਨਹੀਂ ਕਰ ਸਕਦੇ। ਉਹਨਾਂ ਦੇ ਰਾਸ਼ਨ ਪਹੁੰਚਾਉਣਾ, ਉਹਨਾਂ ਦਾ ਇਲਾਜ, ਦਵਾਈਆਂ ਪਹੁੰਚਾਉਣੀਆਂ। ਬਜ਼ੁਰਗ ਬੰਦੇ ਨੇ, ਘਰਾਂ 'ਚ ਰਹਿੰਦੇ ਨੇ, ਇੱਦਾਂ ਹੀ ਜਿਨ੍ਹਾਂ ਦੇ ਜਿੱਦਾਂ ਬੱਚੀਆਂ ਨੇਗੀਆਂ, ਉਹਨਾਂ ਦੀਆਂ ਫੀਸਾਂ ਭਰਨੀਆਂ ਸਾਰੀਆਂ, ਇੱਦਾਂ ਕਾਫੀ ਪਰਿਵਾਰਾਂ ਦਾ। ਸਾਰਾ ਫਿਰ ਜਿਹੜਾ ਖਰਚਾ ਆ ਉਹਦਾ ਪ੍ਰਬੰਧ ਕਿਵੇਂ ਹੋ ਰਿਹਾ ਹੈ? ਉਹ ਜੀ ਗੁਰੂ ਕੀ ਸੰਗਤ ਜਿਹੜੀ, ਮੈਂ ਤਾਂ ਜੀ ਇਹ ਕਹਿਣਾ ਵੀ ਜੇ ਮੈਂ ਆਪਣਾ ਬੰਦ ਕਟਾ ਕੇ ਵੀ ਇੱਕ ਪਾਸੇ ਤੱਕੜੀ ਦੇ ਵਿੱਚ ਧਰਾਂ, ਇੱਕ ਪਾਸੇ NRI ਵੀਰਾਂ ਦਾ ਪਿਆਰ ਰੱਖਾਂ, ਮੈਂ ਤਾਂ ਵੀ ਉਹਨਾਂ ਦਾ ਪਿਆਰ ਦੇ ਬਰਾਬਰ ਨਹੀਂ ਆ ਸਕਦਾ। ਮੈਂ ਜਿੰਨੇ ਵੀ ਸਾਡੇ NRI ਵੀਰ ਵਿਚਾਰੇ ਜਿਹੜੇ 24 18 ਘੰਟੇ ਟਰੱਕ ਚਲਾ ਕੇ, 1 ਮਿੰਟ ਪੁੱਤ, 18 ਘੰਟੇ ਟਰੱਕ ਚਲਾ ਕੇ ਮਿਹਨਤ ਕਰਕੇ ਸਾਨੂੰ ਦਸਵੰਧ ਭੇਜਦੇ ਨੇ। ਇੱਥੇ ਤੁਸੀਂ ਇਹ ਹਿਸਾਬ ਲਾਓ ਵੀ ਜੇ ਸਾਡਾ 100% ਦੇ ਵਿੱਚੋਂ 98% ਸਾਡਾ ਕੈਨੇਡਾ, ਅਮਰੀਕਾ, ਇੰਗਲੈਂਡ, UK, ਆਪਣਾ ਦੂਆ ਆਸਟ੍ਰੇਲੀਆ, ਬਾਹਰਲੇ ਦੁਬਈ, ਮਾਸਕਟ, ਸਾਰੇ NRI ਵੀਰਾਂ ਨੇ ਸਾਨੂੰ ਸਹਿਯੋਗ ਦਿੱਤਾ। ਬਾਕੀ ਜੀ ਸਾਡੀ ਕੋਈ ਗੋਲਕ ਨਹੀਂ। ਅਸੀਂ ਇਹ ਕਹਿੰਦੇ ਆ ਵੀ ਤੁਸੀਂ ਸਾਨੂੰ ਬੇਸ਼ੱਕ ਪੈਸਾ ਨਾ ਦਿਓ, ਸਾਡਾ ਇੱਕ ਨਾ ਸਿਸਟਮ ਆ ਜੀ। ਅਸੀਂ ਕਹਿੰਦੇ ਆ ਤੁਹਾਨੂੰ ਕੋਈ ਲਵਾਰਸ ਬਜ਼ੁਰਗ ਬੱਚਾ ਮਿਲਦਾ, ਤੁਸੀਂ ਸਾਨੂੰ ਫੋਨ ਮਾਰੋ, ਅਸੀਂ ਲਿਆਵਾਂਗੇ। ਅਸੀਂ ਤੁਹਾਨੂੰ ਹਾਲਾਤ ਦੱਸਾਂਗੇ, ਅਸੀਂ ਤੁਹਾਨੂੰ ਦੱਸਾਂਗੇ ਜੀ ਸਾਨੂੰ ਇੱਟਾਂ ਦੀ ਲੋੜ ਆ, ਸੀਮੈਂਟ ਦੀ ਲੋੜ ਆ। ਜੇ ਤੁਹਾਡੇ ਮਨ ਦੇ ਵਿੱਚ ਕੋਈ ਸ਼ੰਕਾ ਵੀ ਸਾਡੇ ਪੈਸੇ ਸਹੀ ਜਗ੍ਹਾ ਤੇ ਨਹੀਂ ਲੱਗਣੇ, ਤੁਸੀਂ ਸਾਨੂੰ ਮਟੀਰੀਅਲ ਲਿਆ ਕੇ ਦੇ ਦਿਓ। ਮੈਂ ਤੁਹਾਡੇ ਪੈਸਿਆਂ ਦੀ ਕੀ ਲਿਆਉਣੀ ਹੈ? ਮੈਂ ਇਹਨਾਂ ਵਾਸਤੇ ਰਾਸ਼ਨ ਲਿਆਉਣਾ, ਇਹਨਾਂ ਦੇ ਰਹਿਣ ਲਈ। ਮੈਨੇ ਇਕੱਲਾ ਦੇਖੋ ਰਾਸ਼ਨ ਨਾਲ ਵੀ ਨਹੀਂ ਸਰਨਾ, ਅਸੀਂ ਲੈਂਟਰ ਵੀ ਪਾਉਣਾ, ਅਸੀਂ ਟੂਟੀਆਂ ਵੀ ਲਾਉਣੀਆਂ ਨੇ, ਅਸੀਂ ਕੂਲਰ ਵੀ ਲਾਉਣਾ, ਅਸੀਂ ਗਰਮੀਆਂ ਦੇ ਵਿੱਚ ਅਸੀਂ ਕੂਲਰ ਲਾਉਣੇ ਨੇ, ਠੰਡੇ ਪਾਣੀ ਦਾ ਇੰਤਜ਼ਾਮ ਕਰਨਾ, ਇੱਥੇ ਹੀ ਲਾਉਣਾ ਪੈਸਾ ਮੈਂ। ਤੁਸੀਂ ਸਾਨੂੰ ਇੱਦਾਂ ਕਰੋ, ਤੁਸੀਂ ਸਾਨੂੰ ਇੱਟਾਂ, ਸੀਮੈਂਟ, ਬਜਰੀ, ਰੇਤਾ, ਢੂਲੇ ਦਾ ਸਮਾਨ, ਫਰਸ਼, ਟਾਈਲਾਂ, ਤੇ ਆਪਣਾ ਇਹ ਵੀਡੀਓ ਬਣਾ ਰਹੇ ਜੀ ਆਪਣੀ। ਹਾਂ, ਇਹ ਆ ਆਪਣੀ ਜਿੱਦਾਂ ਨਾ ਇਹ ਬੱਚੇ ਇੱਦਾਂ ਅਸੀਂ ਖੇਡੀ ਜਾਂਦੇ ਹਾਂ ਜੀ ਸਾਰਾ ਦਿਨ, ਇਹ ਆਪਣੀ ਵੀਡੀਓ ਬਣਾ ਰਿਹਾ। ਤੇ ਕਮਲੇ ਵਿਚਾਰੇ, ਅਸੀਂ ਵੀ ਵਿੱਚ ਕਮਲੇ ਬਣੇ ਫਿਰੀ ਜਾਂਦੇ ਹਾਂ, ਜੀ ਲੱਗਿਆ ਰਹਿੰਦਾ ਜੀ, ਹੈ ਨਾ। ਤੇ ਇੱਕ ਚੀਜ਼ ਹੋਰ ਆ ਜੀ, ਦੇਖੋ ਇਹ ਚੀਜ਼ਾਂ ਜਿਹੜੀਆਂ ਮੈਂ ਮੁੱਲ ਲੈ ਕੇ ਆਉਣੀਆਂ, ਤੈਨੂੰ ਲੱਗੀ ਇਹ ਚੀਜ਼ਾਂ ਜਿਹੜੀਆਂ ਅਸੀਂ ਮੁੱਲ ਲੈ ਕੇ ਆਉਣੀਆਂ, ਇਹੀ ਚੀਜ਼ਾਂ ਤੁਸੀਂ ਸਾਨੂੰ ਲਿਆ ਕੇ ਦੇ ਦਿਓ। ਜੇ ਤੁਹਾਡੇ ਕੋਲੇ ਨਹੀਂ ਸਮਾਂ, ਫਿਰ ਤੁਸੀਂ ਸਾਨੂੰ ਪੈਸੇ ਦੇ ਦਿਓ। ਦੂਸਰੀ ਗੱਲ ਜੀ, ਅਸੀਂ ਆਪਣਾ ਦੇਸਾਂ ਵਿਦੇਸ਼ਾਂ ਦੀ ਸੰਗਤ ਨੇ ਸਾਡਾ ਬਹੁਤ ਧੰਨਵਾਦ, ਬਹੁਤ ਸਹਿਯੋਗ ਦਿੱਤਾ। ਪੰਜਾਬ ਦਾ ਤਾਂ ਜੀ ਇਸ ਸਮੇਂ ਵਿਚਾਰਾ ਨੰਗ ਲੀਡਰਾਂ ਨੇ ਪੰਜਾਬ ਨੂੰ ਵੀ ਨੰਗ ਕਰਤਾ। ਬਿਲਕੁਲ। ਸੋ ਬਾਬਾ ਜੀ ਜਿਵੇਂ ਦੱਸ ਰਹੇ ਆ ਕਿ ਕਿਹੜੀ ਚੀਜ਼ ਦੀ ਜ਼ਰੂਰਤ ਜਿਹੜੀ ਆ ਉਹ ਪੈਂਦੀ ਆ, ਕਿਉਂਕਿ ਇਕੱਲਾ ਰਾਸ਼ਨ ਨਾਲ ਨਹੀਂ ਸਰਨਾ। ਇੱਥੇ ਰਹਿਣ ਵਾਸਤੇ, ਇਹਨਾਂ ਦੇ ਰਹਿਣ ਵਾਸਤੇ ਇੱਥੇ ਕਮਰੇ ਵੀ ਬਣਾਉਣੇ ਪੈਣੇ ਆ। ਸਾਰਾ ਪ੍ਰਬੰਧ ਜਿਹੜਾ ਆ ਉਹ ਕਿਵੇਂ ਚੱਲਣਾ ਆ। ਗਰਮੀਆਂ ਦੇ ਵਿੱਚ ਇਹਨਾਂ ਵਾਸਤੇ ਪੱਖੇ, ਕੂਲਰ ਜਿਹੜੇ ਆ ਉਹਨਾਂ ਦੀ ਜ਼ਰੂਰਤ ਵੀ ਪੈਂਦੀ ਆ। ਸਿਆਲ ਦੇ ਵਿੱਚ ਇਹਨਾਂ ਨੂੰ ਨਹਾਉਣ ਧੋਣ ਵਾਸਤੇ ਪਾਣੀ ਗਰਮ ਕਰਨ ਵਾਸਤੇ ਗੀਜ਼ਰ ਜਿਹੜੇ ਆ ਉਹ ਵੀ ਚਾਹੀਦੇ ਆ।
ਤੇ ਜਿਹੜਾ ਇਹਨਾਂ ਦੀ ਸਾਂਭ ਸੰਭਾਲ ਦੇ ਉੱਤੇ ਬਿਜਲੀ ਜਿਹੜੀ ਆ ਉਹਦਾ ਖਰਚਾ ਆਉਂਦਾ ਆ, ਸਾਰਾ ਪ੍ਰਬੰਧ ਜਿਹੜਾ ਆ ਬੜੇ ਸਿਸਟਮ ਦੇ ਨਾਲ ਚਲਾਉਣਾ ਪੈਂਦਾ ਆ। ਦਵਾਈ ਦਾਰੂ ਦੀ ਜ਼ਰੂਰਤ ਜਿਹੜੀ ਆ ਉਹ ਵੀ ਵੱਡੇ ਪੱਧਰ ਤੇ ਪੈਂਦੀ ਹੈ। ਜਿਵੇਂ ਬਾਬਾ ਜੀ ਪਹਿਲਾਂ ਦੱਸ ਰਿਹਾ ਸੀ ਕਿ ਕੁਝ ਬਿਮਾਰ ਜਾਂ ਜਿਨ੍ਹਾਂ ਦੇ ਕੋਈ ਲੱਤ ਜਾਂ ਬਾਂਹ ਦੇ ਵਿੱਚ ਕੀੜੇ ਪਏ ਆ ਜਾਂ ਕੋਈ ਹੋਰ ਉਹਨਾਂ ਨੂੰ ਬਿਮਾਰੀ ਆ, ਤਾਂ ਉਸ ਦੇ ਇਲਾਜ ਵਾਸਤੇ ਵੀ ਇਹਨਾਂ ਨੂੰ ਪੱਕੇ ਤੌਰ ਦੇ ਉੱਤੇ ਡਾਕਟਰ ਜਿਹੜੇ ਆ ਉਹ ਹਾਇਰ ਕਰਨ ਦੀ ਜ਼ਰੂਰਤ ਆ, ਜਾਂ ਇਹਨਾਂ ਨੂੰ ਦਵਾਈ ਦਾਰੂ ਦੀ ਜ਼ਰੂਰਤ ਆ। ਹਰ ਇੱਕ ਆਸ਼ਰਮ ਦੇ ਵਿੱਚ ਆਪਣੀ ਡਿਸਪੈਂਸਰੀ ਹੋਵੇ, ਰਾਤ ਦਿਨ ਉੱਥੇ ਇੱਕ ਬੰਦਾ ਤੈਨਾਤ ਹੋਵੇ ਕਿ ਜਿਹੜਾ ਕਿਸੇ ਵੀ ਰਾਤ ਵੇਲੇ ਵੀ ਜੇਕਰ ਕੋਈ ਸਮੱਸਿਆ ਆਉਂਦੀ ਆ ਤਾਂ ਉਸ ਨੂੰ ਜਿਹੜਾ ਆ ਉਹ ਹੈਂਡਲ ਕਰ ਸਕੇ। ਸੋ ਸੰਗਤਾਂ ਦੇ ਅੱਗੇ ਇਹੀ ਬੇਨਤੀ ਆ, ਦੇਸ਼ ਵਿਦੇਸ਼ ਦੀਆਂ ਸੰਗਤਾਂ ਜਿਹੜੀਆਂ ਆ, ਜਿਵੇਂ ਪਹਿਲਾਂ ਤੁਸੀਂ ਵੱਧ ਚੜ੍ਹ ਕੇ ਸਹਿਯੋਗ ਕਰਦੇ ਰਹੇ, ਸੋ ਇੱਥੇ ਅਸੀਂ ਪਹੁੰਚੇ ਹਾਂ। ਮਨੁੱਖਤਾ ਦੀ ਸੇਵਾ ਜਿਹੜੀ ਆ ਉਹ ਹੋ ਰਹੀ ਹੈ, ਤੇ ਅਸਲ ਦੇ ਵਿੱਚ ਸੇਵਾ ਵੀ ਜਿਹੜੀ ਆ ਉਹ ਇਹ ਆ ਕਿ ਜਿਵੇਂ ਮੰਦਬੁੱਧੀ ਬੱਚੇ ਆ ਜਿਹੜੇ ਬਾਹਰ ਗਲੀਆਂ 'ਚ ਤੁਰੇ ਫਿਰਦੇ, ਜਿੱਥੇ ਦਿਲ ਕੀਤਾ ਉੱਥੇ ਸੌਂਗੇ, ਸੋ ਉਹਨਾਂ ਨੂੰ ਲਿਆ ਕੇ ਇੱਥੇ ਸਾਂਭ ਸੰਭਾਲ ਕੀਤੀ ਜਾ ਰਹੀ ਹੈ। ਸੋ ਚਾਹਾਂਗੇ ਕਿ ਤੁਸੀਂ ਸਹਿਯੋਗ ਜਿਹੜਾ ਆ ਉਹ ਬਾਬਾ ਜੀ ਹੁਣਾਂ ਦਾ ਜ਼ਰੂਰ ਕਰੋ। ਸਿੱਖ ਚੈਨਲ ਦੇ ਉੱਤੇ ਤੁਸੀਂ ਕੰਟੈਕਟ ਕਰ ਸਕਦੇ ਹੋ, ਤੇ ਸਿੱਖ ਚੈਨਲ ਦੇ ਰਾਹੀਂ ਤੁਸੀਂ ਇਹਨਾਂ ਤੱਕ ਬਣਦਾ ਦਸਵੰਧ ਜਿਹੜਾ ਆ ਉਹ ਪਹੁੰਚਾ ਸਕਦੇ ਹੋ। ਜਦੋਂ ਤੁਸੀਂ ਭਾਰਤ ਆਉਂਦੇ ਵੀ ਹੋ, ਇੰਡੀਆ ਆਉਂਦੇ ਵੀ ਹੋ, ਇੱਥੇ ਆ ਕੇ ਤੁਸੀਂ ਜ਼ਰੂਰ ਖੇੜੀ ਜੱਟਾਂ ਪਿੰਡ ਜਿਹੜਾ ਆ ਜ਼ਿਲ੍ਹਾ ਸੰਗਰੂਰ ਪੈਂਦਾ ਆ, ਸੋ ਇੱਥੇ ਆ ਕੇ ਤੁਸੀਂ ਦੇਖੋ ਵੀ ਕਿ ਕਿਵੇਂ ਇੱਥੇ ਪ੍ਰਬੰਧ ਜਿਹੜਾ ਆ ਉਹ ਚੱਲ ਰਿਹਾ ਆ। ਸੋ ਬਾਬਾ ਜੀ ਇੱਕ ਹੋਰ ਬੱਚਾ ਜਿਹੜਾ ਆ ਉਹਦੇ ਬਾਰੇ ਵੀ ਦੱਸਣਾ ਚਾਹੁੰਦੇ ਆ ਜੀ। ਬਾਬਾ ਜੀ ਇਹ ਵੀਰ ਜੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਜਿੱਦਾਂ ਇਹ ਬੱਚਾ ਇਹ 100% ਹੀ ਮੰਦਬੁੱਧੀ ਹੈ। ਇਹ ਦਿਨ ਦੇ ਵਿੱਚ 8-10 ਵਾਰ ਭੱਜਦਾ, ਕਿਰਿਆ ਕਰਨ ਦਾ ਪਤਾ ਨਹੀਂ, ਕੱਪੜੇ ਪਾਉਣੇ ਆ, ਰੱਬ ਦੀ ਬਖਸ਼ਿਸ਼ ਦੇਖੋ ਬੈਠਾ, ਇਹਦਾ ਨਾਂ ਅਸੀਂ ਇੱਲਤ ਹੀ ਧਰਿਆ, ਬੜੀ ਇੱਲਤ ਕਰਦਾ, ਭੱਜਦਾ ਵੀ ਆ, ਖਾਣ ਦਾ ਪਤਾ ਨਹੀਂ। ਇਹਨਾਂ ਨੂੰ ਇੱਕ ਨੂੰ ਸਾਂਭਣਾ, ਜਿੱਦਾਂ ਕੋਈ ਵੀ ਬੰਦਾ ਆਪਣੀ ਕੋਠੀ ਦੇ ਵਿੱਚ ਇਹਨੂੰ ਦੇਖੋ, ਜੇ ਕਿਸੇ ਨੂੰ ਸਾਡਾ ਕੰਮ ਨਹੀਂ ਚੰਗਾ ਲੱਗਦਾ, ਇਹਨੂੰ 1 ਘੰਟਾ ਆਪਣੀ ਕੋਠੀ ਦੇ ਵਿੱਚ ਰੱਖ ਕੇ ਵੇਖੇ, ਮੈਂ ਕਹਿੰਦਾ ਅਸੀਂ ਉਹਦੀ ਲੱਤ ਹੇਠਾਂ ਨਹੀਂ ਲੰਘਾਂਗੇ। ਨਹੀਂ 1 ਘੰਟਾ ਇਹਨੇ ਕੱਪੜੇ ਪਾੜ ਦੇਣੇ ਆ, ਇਹਦਾ ਕੋਈ ਪਤਾ ਨਹੀਂ, ਭੱਜਦਾ, ਰੋੜੇ ਮਾਰਦਾ। ਇੱਕ ਦਿਨ ਮੈਨੂੰ ਪਤਾ ਨਹੀਂ ਕੀ ਕਿਹਾ, ਮੇਰੇ ਉੱਤੇ ਮੂੰਹ ਤੇ ਥੁੱਕਤਾ ਇਹਨੇ। ਹਾਂ ਇੱਦਾਂ ਆਪਣਾ ਆਪ ਖਤਮ ਕਰਕੇ ਮਾਰ ਕੇ ਸੇਵਾ ਹੁੰਦੀ ਆ। ਤੇ ਇੱਦਾਂ ਇਹ ਵੀ ਸਾਨੂੰ ਮਿਲਿਆ ਜੀ ਬੱਚਾ। ਇਹ ਜਿਹੜੇ ਬੱਚੇ ਨੇ ਸਾਡੇ 2 ਬਿਲਕੁਲ ਹੈਂਡੀਕੈਪਟ ਨੇ ਵਿਚਾਰੇ, ਦੋਨੇ ਬੱਚੇ ਇੱਕੋ ਹੀ ਮਾਂ ਦੇ ਪੇਟ ਦੇ ਵਿੱਚੋਂ, ਅੰਮ੍ਰਿਤਸਰ ਸਾਹਿਬ ਦਾ ਏਰੀਆ। ਤੇ ਮਾਤਾ ਜਿਹੜੀ ਆ ਉਹ ਇਹਨਾਂ ਦੀ ਟੈਨਸ਼ਨ ਕਰਕੇ ਆਪ ਵੀ ਖੁਦ ਪਾਗਲ ਹੋ ਗਈ। ਡੈਡੀ ਇਕੱਲਾ ਨਹੀਂ ਸੰਭਾਲ ਸਕਦਾ ਜੀ, ਸਾਡੇ ਕੋਲ ਛੱਡਿਆ। ਦੋਨੇ ਭਰਾ ਕਿਰਿਆ ਨਹੀਂ ਕਰ ਸਕਦੇ, ਅਸੀਂ ਇਹਨਾਂ ਨੂੰ ਰੱਖ ਕੇ ਵਾਹਿਗੁਰੂ ਸੇਵਾ ਲੈ ਰਹੇ ਨੇ। ਇਸੇ ਤਰ੍ਹਾਂ ਹੋਰ ਪਾਸੇ ਜਿਹੜੇ ਬਜ਼ੁਰਗ ਖਿੱਚ ਲਈ ਪੁੱਤ ਖਿੱਚ ਲਈ ਫੋਟੋ। ਸੋ ਬਿਲਕੁਲ ਬੱਚੇ ਜਿਹੜੇ ਆ ਮੰਦਬੁੱਧੀ ਬੱਚੇ ਆ, ਪਰ ਜਿਵੇਂ ਕੈਮਰਾ ਜਿਹੜਾ ਚੱਲਦਾ ਆ ਉਹ ਦੇਖ ਰਿਹਾ ਆ, ਤੇ ਇੱਕ ਉਸੇ ਤਰ੍ਹਾਂ ਦੀ ਹੀ ਐਕਟਿੰਗ ਜਿਹੜੀ ਆ ਉਹ ਕਰ ਰਹੇ ਆ ਕਿ ਵੀਡੀਓ ਬਣਾ ਰਹੇ ਆ ਅਸੀਂ। ਸੋ ਆਓ ਬਾਬਾ ਜੀ ਦੇ ਨਾਲ ਅੱਗੇ ਚੱਲਦੇ ਹਾਂ ਤੇ ਅੱਗੇ ਜਾਣਦੇ ਹਾਂ ਕਿ ਹੋਰ ਕਿਹੜੇ ਇਹਨਾਂ ਦੇ ਕੋਲ ਜਿਹੜੇ ਸਰੀਰ ਨੇ ਜਿਨ੍ਹਾਂ ਨੂੰ ਇਹ ਸਾਂਭ ਰਹੇ ਆ, ਜਿਹੜੇ ਕਿ ਬਿਲਕੁਲ ਅਪਾਹਜ ਨੇ ਜਾਂ ਮੰਦਬੁੱਧੀ ਨੇ, ਜਾਂ ਜਿਨ੍ਹਾਂ ਦੇ ਪਰਿਵਾਰਾਂ ਨੇ ਉਹਨਾਂ ਨੂੰ ਨਹੀਂ ਸਾਂਭਿਆ। ਸੋ ਤੁਹਾਨੂੰ ਬਾਬਾ ਜੀ ਨੇ ਬੱਚਿਆਂ ਦੇ ਬਾਰੇ ਦੇ ਵਿੱਚ ਜਾਣਕਾਰੀ ਦਿੱਤੀ ਜਿਨ੍ਹਾਂ ਮੰਦਬੁੱਧੀ ਬੱਚਿਆਂ ਨੂੰ ਸਾਂਭ ਰਹੇ ਆ। ਸੋ ਉਹਨਾਂ ਦੇ ਨਾਲ ਇੱਥੇ ਇੱਕ ਬਜ਼ੁਰਗ ਵੀ ਜਿਹੜੇ ਆ ਉਹ ਧੁੱਪ ਸੇਕ ਰਹੇ ਆ, ਵੀਲ ਚੇਅਰ ਦੇ ਉੱਤੇ ਬੈਠੇ ਆ। ਬਾਬਾ ਜੀ ਤੋਂ ਇਹਨਾਂ ਦੇ ਬਾਰੇ ਦੇ ਵਿੱਚ ਵੀ ਜਾਣਾਂਗੇ। ਬਾਬਾ ਜੀ ਇਹਨਾਂ ਦਾ ਕੀ ਨਾਮ ਹੈ ਤੇ ਇਹ ਕਿੱਦਾਂ ਤੁਹਾਡੇ ਕੋਲ ਪਹੁੰਚੇ ਆ ਜੀ? ਜੀ ਇਹ ਸਰਦਾਰ ਨਛੱਤਰ ਸਿੰਘ ਸੀਗੇ, ਪਿੰਡ ਇਹਨਾਂ ਦਾ ਸਿਆੜ, ਸੰਤ ਬਾਬਾ ਮੀਹਾ ਸਿੰਘ ਜੀ ਹੋਇਆ ਸਿਆੜ ਵਾਲੇ, ਉਹ ਇਹਨਾਂ ਦਾ ਨੰਗਰ ਹੈ। ਇਹਨਾਂ ਨੇ ਵਿਆਹ ਨਹੀਂ ਸੀ ਕਰਵਾਇਆ, ਤੇ ਪਹਿਲਾਂ ਚਲੋ ਠੀਕ ਸੀਗੇ, ਜਵਾਨ ਸੀ, ਫਿਰ ਇਹਨਾਂ ਦਾ ਕੋਈ ਐਕਸੀਡੈਂਟ ਇਦਾਂ ਦਾ ਹੋ ਗਿਆ ਵੀ ਹੁਣ ਇਹਨਾਂ ਨੂੰ ਬਿਮਾਰੀਆਂ ਨੇ ਜਕੜ ਲਿਆ ਸੀ, ਕਿਤੇ ਤਰਸਯੋਗ ਹਾਲਤ ਦੇ ਵਿੱਚ ਪਏ ਸੀਗੇ। ਇਹ ਬਿਲਕੁਲ ਹੀ ਨਹੀਂ ਤੁਰ ਸਕਦੇ, ਸਰੀਰ ਇਹਨਾਂ ਨੂੰ ਜ਼ਿਆਦਾ ਭਾਰੀ ਆ, ਸੋਜਾ ਵੀ ਆ, ਬਿਮਾਰੀਆਂ ਲੱਗੀਆਂ। ਇਹਨਾਂ ਦੀ ਲੱਤ ਦੇ ਵਿੱਚ ਪੁੜੇ ਦੇ ਵਿੱਚ ਵੀ ਕੀੜੇ ਪੈ ਚੁੱਕੇ ਸੀ, ਗਲ ਗਿਆ ਸੀਗਾ ਮਾਸ, ਪਰ ਵਾਹਿਗੁਰੂ ਦੀ ਮਿਹਰ ਨਾਲ ਹੁਣ ਇਹ ਠੀਕ ਹੋ ਚੁੱਕੇ ਆ ਜੀ। ਪਰ ਇਹ ਹੈ ਵੀ ਜਿਹੜੇ ਬਜ਼ੁਰਗ ਵਿਚਾਰਾ, ਇੱਕ ਬਜ਼ੁਰਗ ਅਵਸਥਾ ਉੱਤੋਂ ਬਿਮਾਰੀਆਂ ਉੱਤੋਂ ਤੁਰ ਨਹੀਂ ਸਕਣਾ ਹਨ, ਉੱਦਾਂ ਵੀ ਪੈ ਕੇ ਹੀ ਬੈੱਡ ਸੌਣ ਹੋ ਜਾਂਦੇ ਆ। ਪਰ ਦੇਖੋ ਮੈਂ ਤੁਹਾਨੂੰ ਦੱਸਦਾ, ਵੱਡੇ ਤੋਂ ਵੱਡੇ ਜਿਹੜੇ ਹਸਪੀਟਲਾਂ ਦੇ ਵਿੱਚ ਵੀ ਜੇ ਕੋਈ ਬੰਦਾ ਨਹੀਂ ਤੁਰ ਸਕਦਾ, ਬੈੱਡ ਸੋਲ ਹੋ ਜਾਂਦੇ। ਸਾਡੇ ਇੱਕ ਵੀ ਬੰਦੇ ਦੇ ਤੁਹਾਨੂੰ ਬੈੱਡ ਸੋਲ ਨਹੀਂ ਦੇਖਣਗੇ, ਕਿਉਂਕਿ ਜੇ ਤੁਸੀਂ ਇੱਕ ਬਜ਼ੁਰਗ ਨੂੰ ਹਵਾ ਨਹੀਂ ਲਵਾਓਗੇ 2 ਦਿਨ, ਤੀਜੇ ਦਿਨ ਨੂੰ ਮਾਸ ਗਲ ਜਾਂਦਾ। ਇਸ ਕਰਕੇ ਭਾਰੀ ਜਿਹੜੀ ਬੜੀ ਭਾਰੀ ਤਪੱਸਿਆ ਇਹ ਕਰਨੀ ਪੈਂਦੀ ਆ। ਮੈਂ ਵੀਰਾਂ ਨੂੰ ਕਹਿਣਾ ਚਾਹੁੰਦਾ, ਦੇਸ਼ਾਂ ਤੇ ਵਿਦੇਸ਼ਾਂ ਦੇ ਵਿੱਚ ਵੀਰਾਂ ਨੂੰ, ਆਪਣੇ ਵੀਰ ਨੇ ਜਿਹੜੇ ਇਹ ਹਰ ਵਕਤ ਇਹ ਨੌਜਵਾਨਾਂ ਨੂੰ ਲਾਂਭਾ ਦਿੰਦੇ ਆ ਵੀ ਤੁਸੀਂ ਕੁਛ ਕਰਦੇ ਨਹੀਂ ਪੰਜਾਬ ਦੇ ਵਿੱਚ, ਗਰਾਊਂਡ ਪੱਧਰ ਤੇ ਕੋਈ ਕੁਛ ਕਰਦਾ ਨਹੀਂ। ਕੋਈ ਕਿਉਂ ਕੁਛ ਕਰੂਗਾ ਜਦੋਂ ਤੁਸੀਂ ਪੂਰਾ 100% ਸਹਿਯੋਗ ਨਹੀਂ ਦੇਣਾ। ਉੱਤੋਂ ਮਤਲਬ ਕਈ ਵਿੱਚ ਇੱਦਾਂ ਬੇਵਕੂਫ ਕਿਸਮ ਦੇ ਬੰਦੇ ਹੁੰਦੇ ਨੇ, ਉਹਨਾਂ ਨੇ ਬਿਲਕੁਲ ਖੁੱਲ੍ਹੀ ਕਿਤਾਬ ਵਾਂਗੂ ਸਾਹਮਣੇ ਕੰਮ ਪਿਆ, ਉਹਨਾਂ ਨੇ ਰਜਾਈ ਦੇ ਵਿੱਚ ਪੈ ਕੇ ਕੋਈ ਮਾੜਾ ਬੋਲ ਦੇਣਾ, ਕਿੰਨਾ ਦਿਲ ਦੁਖਦਾ। ਇੱਧਰੋਂ ਬਜ਼ੁਰਗਾਂ ਦੀ ਲੈਟਰਿੰਗ ਸਾਫ਼ ਕਰੋ, ਉੱਧਰ। ਤੇ ਇਸ ਕਰਕੇ ਵੀ ਮੈਂ ਇਹ ਕਹਿਣਾ ਵੀਰੋ, ਹੌਸਲਾ ਦਿਆ ਕਰੋ। ਐਡਾ
ਮੈਂ ਕਹਿੰਦਾ ਵੀ ਦੇਖੋ ਕੱਲਾ ਹੈ ਤਾਂ ਅਸੀਂ ਵੀ ਇਨਸਾਨ, ਸਾਰਾ ਕੁਝ ਅੱਜ 26-27 ਸਾਲ ਦੀ ਉਮਰ ਹੈ, 20 ਸਾਲ ਤੋਂ ਇੱਧਰ ਆਏ ਆ। ਦੂਸਰੀ ਗੱਲ ਇਹ ਆ ਵੀ ਸਾਰੇ ਸੁੱਖ ਤਿਆਗ ਕੇ, ਇਹ ਨਹੀਂ ਹੈਗੇ ਵੀ ਕੋਈ ਫੇਲ ਬੰਦੇ ਸੀ, ਜੱਟ ਜ਼ਿਮੀਂਦਾਰ ਬੰਦੇ ਸੀ, ਮਹਾਰਾਜ ਦੀ ਮਿਹਰ ਸੀ, ਘਰਦਿਆਂ ਨੇ ਬੜੇ ਸਾਡੇ ਲਈ ਮਿਹਨਤ ਕਰਕੇ ਪੈਸੇ ਜੋੜੇ, ਵੱਡੀ ਕੋਠੀ ਪਾਈ, ਸਭ ਸੁੱਖ ਸੁਵਿਧਾਵਾਂ ਸੀ। ਮੈਂ ਕਿਹਾ ਵੀ ਜੇ ਵਿਆਹ ਸ਼ਾਦੀ ਕਰਾ ਕੇ ਆਪਣੇ ਵਿਸ਼ੇ ਵਿਕਾਰਾਂ ਦੇ ਵਿੱਚ ਉਲਝੇ ਰਹੇ, ਜੇ ਆਪਣੀ ਮਾਇਆ ਦੇ ਵਿੱਚ ਉਲਝੇ ਰਹੇ, ਤਾਂ ਫਿਰ ਕਿਸੇ ਦੇ ਜਵਾਕਾਂ ਨੂੰ ਬੱਚੇ ਕਹਿਣਾ ਬਹੁਤ ਔਖਾ ਹੋ ਜਾਂਦਾ। ਹੁਣ ਇਹ ਉਹ ਬਾਪੂ ਸਾਡੇ ਬਜ਼ੁਰਗ ਨੇ ਹੁਣ ਕੰਮ ਕਰਨਾ ਇਹ ਸਿਖਾਉਣਾ। ਇਹਦੀ ਇੱਕ ਹੋਰ ਬਹੁਤ ਵੱਡੀ ਗੱਲ ਹੈ, ਜੇ ਮੇਰੇ ਬੱਚੇ ਹੋਣ, ਜੇ ਮੇਰੇ ਗਾਹਾਂ ਵੀ ਆਪਣਾ ਵਿਆਹੇ ਹੁੰਦੇ ਜਾਂ ਕੋਈ ਹੋਰ, ਜਿਹੜੇ ਮੇਰੇ ਮਾਤਾ ਪਿਤਾ ਸੀਗੇ ਉਹਨਾਂ ਨੇ ਬਹੁਤ ਭਾਰੀ ਤਪੱਸਿਆ ਕੀਤੀ, ਬੜੀ ਉਹਨਾਂ ਨੇ ਮਿਹਨਤ ਕਰਕੇ ਪੈਸਾ ਜੋੜਿਆ। ਕਾਹਦੇ ਵਾਸਤੇ ਜੋੜਿਆ ਸੀ? ਸਾਡੇ ਵਾਸਤੇ, ਵੀ ਵਿਆਹ ਤੇ ਲਾਵਾਂਗੇ, ਹੈ ਨਾ। ਹੁਣ ਮੈਂ ਉਹਨਾਂ ਤੋਂ ਨਾ ਕੁਛ ਲੈਣਾ ਨਾ ਕੁਛ ਉਹਨਾਂ ਨੂੰ ਦਿੰਦਾ, ਉਹਨਾਂ ਦੇ ਪੈਸੇ ਉਹਨਾਂ ਕੋਲੇ ਹੈ, ਆਪਦਾ ਵਡੇਪਾ ਉਹ ਕੱਢ ਸਕਦੇ ਆ, ਕਿਉਂਕਿ ਸਾਡੇ ਲਈ ਜੋੜਿਆ ਸੀ, ਆਪਦਾ ਵਡੇਪਾ ਉਹ ਕੱਢ ਸਕਦੇ। ਹੁਣ ਮੈਨੂੰ ਲੋੜ ਨਹੀਂ, ਮੇਰਾ ਸੰਗਤ ਕਰਦੀ ਹੈ, ਮੈਂ ਜਦੋਂ ਘਰੋਂ ਹੀ ਫਤਿਹ ਬੁਲਾਤੀ। ਹੁਣ ਇੱਥੇ ਵੀ ਇੱਕ ਗੱਲ ਹੋਰ ਹੈ, ਸਪੋਜ਼ ਜਿੱਦਾਂ ਹੁਣ ਤੁਸੀਂ ਮੰਨ ਲਓ ਮੈਨੂੰ 50,000 ਰੁਪਇਆ ਦੇ ਕੇ ਜਾਂਦੇ ਹੋ, ਜੇ ਮੇਰੇ ਬੱਚੇ ਹੋਣ, ਮੇਰੀ ਬੀਵੀ ਹੋਵੇ ਜਾਂ ਹੋਰ, ਮੈਂ 20,000 ਉਹਦੇ ਵਿੱਚੋਂ ਕੱਢ ਕੇ ਪਹਿਲਾਂ ਆਪਣੇ ਬੱਚਿਆਂ ਦੀ ਫੀਸ ਭਰੂੰਗਾ, ਕਿਉਂਕਿ ਮੈਂ ਕਿਹੜਾ ਕੋਈ ਫਿਰ ਜੌਬ ਕਰਨਾ, ਭਰਨੀ ਪੈਣੀ ਹੈ। ਫਿਰ ਚੰਗੇ ਪਿਓ ਨਹੀਂ ਜੇ ਆਪਣੇ ਬੱਚੇ ਭੁੱਖੇ ਮਰਨ, 30,000 ਇਹਨਾਂ ਤੇ ਲਾਊਂਗਾ, ਇਹੀ ਹੋ ਸਕਦਾ। ਹੁਣ ਇੱਥੇ ਮੈਨੂੰ ਪਿੱਛੇ ਕੋਈ ਫਿਕਰ ਨਹੀਂ ਹੈ, ਹੁਣ ਮੈਂ 50 ਦਾ 50 ਇੱਥੇ ਹੀ ਲਾਉਣਾ, ਕਿਉਂਕਿ ਪਰਿਵਾਰ ਬਾਬਾ ਜੀ ਬਿਲਕੁਲ ਦਰੁਸਤ ਜਿਹੜੀਆਂ ਗੱਲਾਂ ਆ ਉਹ ਕਰ ਰਹੇ ਆ ਕਿ ਕਿਵੇਂ ਇਹ ਸਾਰਾ ਕੁਝ, ਕਿਉਂਕਿ ਅਸੀਂ ਜਾਣਦੇ ਹਾਂ ਕਿ ਦੁਨੀਆ ਭਰ ਦੇ ਵਿੱਚ ਜਿਹੜੇ ਲੋਕ ਵਸਦੇ ਆ ਸਾਰੇ ਇੱਕੋ ਜਿਹੇ ਨਹੀਂ ਹੈਗੇ, ਕੁਝ ਅਜਿਹੇ ਲੋਕ ਵੀ ਆ ਜਿਨ੍ਹਾਂ ਨੂੰ ਸਾਂਭਣ ਵਾਸਤੇ ਵੀ ਕੋਈ ਚਾਹੀਦਾ ਹੈ। ਜੇਕਰ ਜਿਵੇਂ ਬਾਬਾ ਜੀ ਇਹਨਾਂ ਨੂੰ ਸਾਂਭ ਰਹੇ ਆ, ਜੇ ਇਹ ਨਹੀਂ ਸਾਂਭਣਗੇ, ਜਾਂ ਹੋਰ ਵੀ ਬਹੁਤ ਸਾਰੀਆਂ ਸੰਸਥਾਵਾਂ ਆ ਜਿਹੜੀਆਂ ਅਜਿਹੇ ਲੋਕਾਂ ਨੂੰ, ਅਜਿਹੇ ਬਜ਼ੁਰਗਾਂ ਨੂੰ, ਅਜਿਹੇ ਬੱਚਿਆਂ ਨੂੰ ਸਾਂਭਦੀਆਂ ਨੇ, ਪਰ ਬਾਬਾ ਜੀ ਹੁਣੀ ਜਿਵੇਂ ਇਹਨਾਂ ਨੂੰ ਸਾਂਭ ਰਹੇ, ਇਹਨਾਂ ਦੀ ਸਾਂਭ ਸੰਭਾਲ ਕਰ ਰਹੇ ਆ। ਸੋ ਅਜਿਹੇ ਲੋਕ ਵੀ ਹੋਣੇ ਬਹੁਤ ਜ਼ਰੂਰੀ ਆ, ਜਿਹੜੇ ਕਿ ਬਿਨਾਂ ਕਿਸੇ ਲਾਲਚ ਦੇ, ਲੋਭ ਦੇ ਜਿਹੜੇ ਆ ਉਹ ਅਜਿਹੀਆਂ ਸੰਸਥਾਵਾਂ, ਅਜਿਹੇ ਆਸ਼ਰਮ ਜਿਹੜੇ ਕਿ ਖੁਦ ਆਪਣੀ ਜ਼ਮੀਨ ਦੇ ਉੱਤੇ ਬਣਾ ਕੇ ਅਜਿਹਾ ਕਾਰਜ ਕਰ ਰਹੇ। ਸੋ ਇਹਨਾਂ ਨੂੰ ਸਹਿਯੋਗ ਜਿਹੜਾ ਆ ਉਹ ਦੇਣਾ ਬਣਦਾ। ਮਨੁੱਖਤਾ ਦੀ ਸਹੀ ਤੇ ਅਸਲ ਸੇਵਾ ਜਿਹੜੀ ਆ ਉਹ ਮੈਂ ਸਮਝਦਾ ਹਾਂ ਕਿ ਇਹੀ ਆ ਜਿਹੜੀ ਇਹਨਾਂ ਦੁਆਰਾ ਕੀਤੀ ਜਾ ਰਹੀ ਆ, ਕਿਉਂਕਿ ਆਮ ਵਿਅਕਤੀ ਦੀ ਗੱਲ ਕਰੀਏ ਤਾਂ ਇਹਨਾਂ ਦੇ ਲਾਗੇ, ਇਹਨਾਂ ਬੱਚਿਆਂ ਦੇ ਲਾਗੇ ਖੜਨਾ ਜਿਹੜਾ ਆ ਉਹ ਵੀ ਔਖੀ ਗੱਲ ਹੈ। ਬਾਬਾ ਜੀ ਇੱਕ ਗੱਲ ਮੇਰੇ ਹੋਰ ਦਿਮਾਗ ਦੇ ਵਿੱਚ ਆ ਰਹੀ ਸੀ ਕਿ ਰਾਤ ਨੂੰ ਸੌਂ ਜਾਂਦੇ ਆ ਸੌਖੇ ਤਰੀਕੇ ਨਾਲ ਜਾਂ ਜਾਗਦੇ ਰਹਿੰਦੇ? ਸਾਡੇ ਇੱਕ 2 ਪਹਿਰੇਦਾਰ ਜਿਹੜੇ ਪੱਕੇ ਕੋਲ ਪੈਂਦੇ ਆ ਨੌਜਵਾਨ, ਬੜੀ ਮੈਂ ਮੇਰੇ ਜਿਹੜੇ ਸੇਵਾਦਾਰ ਨੇ ਭਰਾ ਸਾਡੇ ਹੈ ਤਾਂ ਵਿਚਾਰੇ ਮਸਤਾਨੇ। ਦੇਖੋ ਮੈਂ ਇੱਕ ਗੱਲ ਤੁਹਾਨੂੰ ਹੋਰ ਗੱਲ ਦੱਸਦਾ, ਗੁਰੂ ਨਾਨਕ ਦੇ ਘਰ ਦਾ ਕੋਈ ਪਤਾ ਨਹੀਂ, ਕਿਸੇ ਮੋਨੇ ਬੰਦੇ ਨੂੰ ਕਦੇ ਕੋਈ ਗਾਲ ਨਾ ਕੱਢਿਓ, ਇਹ ਜ਼ਰੂਰੀ ਨੇ। ਇਹ ਜਿਹੜੀ ਸਾਡੇ ਵਾਲੀ ਸੇਵਾ, ਮੈਂ ਤੁਹਾਨੂੰ ਸੱਚੀ ਗੱਲ ਦੱਸਦਾ, ਕਦੇ ਵੀ ਕੋਈ ਐਂ ਚਿੱਟਾ ਚੋਲਾ ਪਾ ਕੇ ਜਾਂ ਆਪਣਾ ਵੀ ਪੂਰੇ ਬਾਣੇ ਵਾਲਾ ਬੰਦਾ ਸਾਡੇ ਕੋਲ ਸੇਵਾ ਨਹੀਂ ਵੀ ਦੇਖਿਆ ਹੱਥੀਂ ਕਰਦਾ। ਸਾਡੇ ਕੋਲ ਤਾਂ ਇਹ ਆ ਵੀ ਵਿਚਾਰੇ ਜਿਨ੍ਹਾਂ ਨੂੰ 10 ਗੁਰੂਆਂ ਦੇ ਨਾਮ ਵੀ ਨਹੀਂ ਪਤਾ ਨਹੀਂ ਵਿਚਾਰੇ ਲੇਬਰ ਕਲਾਸ ਦੇ ਬੰਦੇ, ਉਹਨਾਂ ਨੇ ਤੁਹਾਨੂੰ ਸੇਵਾ ਕੀਤੀ ਆ। ਗੁਰਬਾਣੀ ਵੀ ਨਾਲ ਕਰਾਉਂਦੇ ਹੋ, ਸਤਨਾਮ ਵਾਹਿਗੁਰੂ ਜਾਪ ਵੀ ਕਰਾਉਂਦੇ ਹੋ? ਤੁਹਾਨੂੰ ਕਰਕੇ ਅਸੀਂ ਵਿਖਾਵਾਂਗੇ। ਇਹ ਮੈਂ ਮੇਰੇ ਸੇਵਾਦਾਰਾਂ ਦਾ ਵੀ ਧੰਨਵਾਦ ਕਰਦਾ, ਪਰ ਮੈਂ ਉਹਨਾਂ ਦਾ ਹੱਕ ਨਹੀਂ ਰੱਖਦਾ। ਉਹਨਾਂ ਨੂੰ ਵੀ ਤਨਖਾਹਾਂ ਅਸੀਂ ਦੇ ਦਿੰਦੇ ਹਾਂ, ਕਿਉਂਕਿ ਉਹਨਾਂ ਦੇ ਵੀ ਚਲੋ ਗਾਹਾਂ ਪਰਿਵਾਰ ਨੇ। ਮੇਰੇ ਇੱਕ ਬਸ ਪ੍ਰੋਬਲਮ ਆ, ਜੇ ਮੰਨ ਲਓ ਕੋਈ ਬੱਚਾ ਨਹੀਂ ਨਵਾਇਆ ਜਾਂ ਕੋਈ ਨਹੀਂ ਕਿਸੇ ਦੀ ਕਿਰਿਆ ਨਹੀਂ ਚੱਜ ਨਾਲ ਕਰਾਈ, ਚਲੋ ਸੇਵਾਦਾਰਾਂ ਨੂੰ ਕਰਨਾ ਵੀ ਔਖਾ। ਮੈਂ ਤੋਂ ਥੋੜ੍ਹਾ ਭੱਜ ਕੇ ਪਿਆ ਜਾਂਦਾ। ਮੈਂ ਮੇਰੇ ਸੇਵਾਦਾਰਾਂ ਤੋਂ ਵੀ ਮਾਫੀ ਮੰਗਦਾ ਵੀ ਮੈਂ ਜੇ ਕਈ ਵਾਰ ਤੁਹਾਨੂੰ ਕੋਈ ਉੱਚਾ ਸ਼ਬਦ ਬੋਲ ਦੇਣਾ, ਮੈਨੂੰ ਮਾਫ ਕਰ ਦਿਓ। ਮੇਰੇ ਦਿਲ 'ਚ ਕੁਛ ਨਹੀਂ, ਬਸ ਮੈਨੂੰ ਥੋੜ੍ਹੀ ਬੀਪੀ ਦੀ ਪ੍ਰੋਬਲਮ ਲਾ ਲਓ ਵੀ ਜੇ ਕਿਸੇ ਬੱਚੇ ਦਾ ਮੰਨ ਲਓ ਨਹੀਂ ਕੁਛ ਨਵਾਤਾ ਜਾਂ ਮੇਰਾ ਇੱਕੋ ਲੱਖ ਬੀਪੀ ਥੋੜ੍ਹਾ ਹੋ ਜਾਂਦਾ, ਇਸ ਕਰਕੇ ਮੈਂ ਤਾਂ ਉੱਚਾ ਬੋਲਿਆ ਜਾਂਦਾ। ਮੈਂ ਮੇਰੇ ਸੇਵਾਦਾਰਾਂ ਤੋਂ ਮਾਫੀ ਚਾਹੁੰਦਾ। ਸਾਰਾ ਜਿਹੜਾ ਆਪਣਾ ਜੀਵਨ ਆ ਉਹ ਇਸੇ ਸੇਵਾ ਨੂੰ ਸਮਰਪਿਤ ਕੀਤਾ ਆ। ਸੋ ਸੁਭਾਵਿਕ ਆ ਕਿ ਜਦੋਂ ਜਿਹੜਾ ਕਾਰਜ ਉਹ ਕਰ ਰਿਹਾ ਉਸ ਦੇ ਵਿੱਚ ਜੇ ਕਿਤੇ ਲੱਗਦਾ ਉਹਨਾਂ ਨੂੰ ਕਿ ਉਣਤਾ ਹੀ ਰਹਿ ਰਹੀ ਆ, ਤਾਂ ਕਿਸੇ ਵੇਲੇ ਸੁਭਾਅ ਦੇ ਵਿੱਚ ਥੋੜ੍ਹੀ ਜਿਹੀ ਤਲਖੀ ਜਿਹੜੀ ਆ ਉਹ ਜ਼ਰੂਰ ਆ ਜਾਂਦੀ ਹੈ। ਹਾਂਜੀ, ਹੋਰ ਕਦੇ ਵੀ ਆਪਦੇ ਵਾਸਤੇ ਕਦੇ ਨਹੀਂ ਕਿਸੇ ਨੂੰ ਬੋਲਿਆ ਜੀ ਤੁਸੀਂ ਮੇਰੀ ਲੱਤਾਂ ਘੁੱਟੋ, ਤੁਸੀਂ ਮੇਰਾ ਪ੍ਰੈਸ ਕਰੋ। ਜਿਹੜਾ ਵੀਰ ਆ ਇਹ ਕਿੱਦਾਂ ਇੱਥੇ ਪਹੁੰਚਿਆ? ਇਹਦੀ ਬੜੀ ਇੱਕ ਤਰਸਯੋਗ ਸਟੋਰੀ ਆ ਜੀ, ਮੈਂ ਤੁਹਾਨੂੰ ਦੱਸਦਾ। ਦੇਖੋ ਜਿੱਦਾਂ ਤੁਸੀਂ ਕਿਹਾ ਵੀ ਬੜੇ ਨੌਜਵਾਨ ਸੇਵਾ ਕਰਦੇ ਨੇ, ਸੇਵਾ ਇੱਕ ਬਹੁਤ ਵੱਡਾ ਸ਼ਬਦ ਹੈ। ਮੈਂ ਤੁਹਾਨੂੰ 2 ਮਿੰਟਾਂ ਦੇ ਵਿੱਚ ਇੱਕ NRI ਵੀਰਾਂ ਨੂੰ, ਸਾਰੀ ਸੰਗਤ ਨੂੰ ਗੱਲ ਸਮਝਾਉਣੀ ਚਾਹੁੰਦਾ ਵੀ ਜਿਹੜੀ ਸੇਵਾ ਉਹ ਬਹੁਤ ਘੱਟ ਲੋਕ ਕਰਦੇ ਨੇ, ਸਹਾਇਤਾ ਬਹੁਤ ਲੋਕ ਕਰਵਾਉਂਦੇ ਨੇ। ਸੇਵਾ ਤੇ ਸਹਾਇਤਾ ਦੇ ਵਿੱਚ ਫਰਕ ਹੁੰਦਾ। ਦੇਖੋ ਜਿੱਦਾਂ ਹੁਣ ਆਹ ਮੰਨ ਲਓ ਮਰੀਜ਼ ਆ, ਇਹਦੀ ਮਾਤਾ ਹੈ, ਇਹਨਾਂ ਨੂੰ ਇਲਾਜ ਵਾਸਤੇ ਪੈਸਿਆਂ ਦੀ ਲੋੜ ਹੈ। ਮੈਂ ਹਰ ਰੋਜ਼ ਹਸਪਤਾਲ ਮੂਹਰੇ ਖੜ ਕੇ ਲਾਈਵ ਹੁੰਦਾ।
ਜਿੱਦਾਂ ਮੈਨੂੰ ਦੁਨੀਆ ਜਾਣਦੀ ਆ, ਇਹ ਬੰਦਿਆਂ ਨੂੰ ਪੈਸਿਆਂ ਦੀ ਲੋੜ ਹੈ। ਕੋਈ ਬੰਦਾ ਆਇਆ, ਤੁਸੀਂ ਦਾਨੀ ਸੱਜਣੋ, ਤੁਸੀਂ ਮੈਨੂੰ ਕਿਹਾ ਵੀ ਮੇਰੇ ਪੈਸੇ ਸਹੀ ਜਗ੍ਹਾ ਤੇ ਲਵਾ ਦੇ, ਮੈਂ ਤੁਹਾਨੂੰ ਕਿਹਾ ਵੀ ਇਸ ਬੰਦੇ ਨੂੰ ਪੈਸੇ ਦੇ ਦੇ, ਇਹ ਮਰੀਜ਼ ਹੈ। ਹੁਣ ਤੁਸੀਂ ਦੱਸੋ ਵੀ ਮੈਂ ਇਹਦੀ ਸੇਵਾ ਕਰਤੀ ਜਾਂ ਇਹਦੀ ਸਹਾਇਤਾ ਕਰਵਾਤੀ? ਮੈਂ ਇਹਦੀ ਸੇਵਾ ਨਹੀਂ ਕਰੀ, ਮੈਂ ਇਹਦੀ ਸਹਾਇਤਾ ਕਰਵਾਤੀ। ਇਹ ਸੇਵਾ ਤੇ ਸਹਾਇਤਾ 'ਚ ਫਰਕ ਹੈ। ਜਿਹੜੇ ਨੌਜਵਾਨ ਨੇ ਹਸਪਤਾਲਾਂ ਦੇ ਮੂਹਰੇ ਜਾਂ ਹੋਰ ਜਿੱਦਾਂ ਕਿਸੇ ਦੇ ਦਾਨੀ ਸੱਜਣਾ ਨੂੰ ਮਰੀਜ਼ਾਂ ਨਾਲ ਮਿਲਾ ਦਿੰਦੇ ਨੇ, ਉਹ ਸਹਾਇਤਾ ਕਰਵਾਉਂਦੇ ਨੇ, ਬੜਾ ਵਧੀਆ ਕੰਮ ਹੈ। ਇਹ ਹੁੰਦੀ ਹੈ ਸਹਾਇਤਾ। ਹੁਣ ਸੇਵਾ ਕੀ ਹੁੰਦੀ ਹੈ? ਤੁਸੀਂ ਦਾਨੀ ਸੱਜਣ ਹੈਗੇ ਨਹੀਂ ਹੈਗੇ, ਮੈਂ ਇਸ ਬੰਦੇ ਨੂੰ ਰੱਬ ਦੇ ਆਸਰੇ ਚੱਕ ਲਿਆ, ਚੱਕ ਕੇ ਇਹਦੇ ਲੈਟਰਿੰਗ ਵਾਲੇ ਹੱਥ ਵੀ ਧੋਂਦਾ ਰਿਹਾ ਤੇ ਇਹਨੂੰ ਮੈਂ ਆਪਣਾ ਬੱਚਾ ਬਣਾ ਲਿਆ। ਇਹਦਾ ਸਾਰਾ ਸੁੱਖ ਦੁੱਖ ਮੇਰਾ, ਹੁਣ ਮੈਂ ਇਹਦੀ ਸੇਵਾ ਕਰਨ ਲੱਗਿਆ, ਹਨਾ। ਉਹ ਸਹਾਇਤਾ ਕਰਨ ਵਾਲੇ ਤਾਂ ਬਹੁਤ ਹੈ, ਸੇਵਾ ਕਰਨ ਵਾਲੇ ਥੋੜੇ ਆ। ਸੇਵਾ ਹੀ ਔਖੀ ਹੈ। ਸੇਵਾ ਕੁਛ ਵੀਰ ਕਰਦੇ ਆ, ਜਿੱਦਾਂ ਗੁਰਪ੍ਰੀਤ ਕਰਦਾ ਹੈ, ਹੋਰ ਕੁਛ ਵੀਰ, ਪਰ ਸਹਾਇਤਾ ਕਰਾਉਣ ਵਾਲੇ ਜ਼ਿਆਦਾ ਹੱਥੀ, ਸੇਵਾ ਕਰਨ ਵਾਲੇ ਥੋੜੇ ਆ। ਇਹ ਬੰਦੇ ਦੀ ਤੁਹਾਨੂੰ ਸਟੋਰੀ ਦੱਸਦੇ ਆ, ਇਹਨਾਂ ਦੀ ਮੰਮਾ ਵੀ ਦੱਸਣਗੇ ਖੁਦ। ਇਹ ਬਨਵੌਰਾ ਪਿੰਡ ਆ ਜੀ, ਸਾਡੇ ਜ਼ਿਲ੍ਹੇ ਦੇ ਵਿੱਚ ਹੀ ਪੈਂਦਾ। ਇਹਦਾ ਡੈਡੀ ਛੋਟੇ ਹੁੰਦੇ ਤੋਂ ਹੀ ਮਰ ਗਿਆ ਸੀਗਾ ਤੇ ਗਰੀਬ ਲੇਬਰ ਕਲਾਸ ਦਾ ਪਰਿਵਾਰ ਸੀਗਾ। ਤੇ ਇਹਦੀ ਜਿਹੜੀ ਮਾਤਾ ਇਹ ਜਿੱਦਾਂ ਵਿਚਾਰੀ ਇਦਾਂ ਹੀ ਕੰਮ ਧੰਦਾ ਕਰਕੇ ਮਾੜਾ ਮੋਟਾ, ਪਹਿਲਾਂ ਕੁੜੀ ਇਹਨਾਂ ਨੇ ਵਿਆਹੀ ਪਿੰਡ ਦੇ ਸਹਿਯੋਗ ਨਾਲ। ਇਹ ਮੁੰਡੇ ਦਾ ਇਹਦਾ ਐਕਸੀਡੈਂਟ ਹੋ ਗਿਆ, ਇੱਕੋ ਹੀ ਮੁੰਡਾ, ਡੈਡੀ ਹੈ। ਐਕਸੀਡੈਂਟ ਹੋ ਕੇ ਜਿਹੜਾ ਸਿਰ ਆ ਉਹ ਧਰਤੀ ਨਾਲ ਵੱਜਿਆ, ਖੂਨ ਬਾਹਰ ਨਹੀਂ ਡੁੱਲਿਆ, ਅੰਦਰ ਹੀ ਡੁੱਲ ਗਿਆ। ਉਹ ਨਾ ਖੂਨ ਖੋਪੜੀ 'ਚ ਜੰਮ ਗਿਆ, ਬਲੱਡ ਕਲੌਕ ਨਹੀਂ ਹੁੰਦੇ, ਉਹ ਬਣ ਗਏ ਬਲੱਡ ਕਲੌਕ। ਇਹਨੂੰ ਪਿੰਡ ਦੇ ਬੰਦੇ ਭਨਵੌਰੇ ਦੇ ਬੜੇ ਚੰਗੇ ਨੇ, ਉਹਨਾਂ ਨੇ ਪੈਸੇ ਇਕੱਠੇ ਕਰਕੇ 1.5-2 ਲੱਖ ਰੁਪਇਆ ਹਸਪਤਾਲ ਦੇ ਵਿੱਚ ਲਾਇਆ, ਪਰ ਉਹਨੇ ਕੁ ਪੈਸਿਆਂ ਨਾਲ ਗੱਲ ਨਹੀਂ ਬਣੀ। ਡਾਕਟਰਾਂ ਨੇ ਕੀ ਕਰਿਆ? ਡਾਕਟਰ ਤਾਂ ਦੇਖੋ ਉਹਨਾਂ ਨੂੰ ਕੋਈ ਜਜ਼ਬਾਤੀ ਨਹੀਂ ਹੁੰਦੇ ਡਾਕਟਰ, ਉਹਨਾਂ ਨੇ ਤਾਂ ਜਵਾਬ ਦੇ ਦੇਣਾ। ਉਹ ਕਹਿੰਦੇ ਵੀ ਇਹਨੂੰ ਲੈ ਜਾਓ, ਇਹ ਨਹੀਂ ਬਚ ਸਕਦਾ। ਇਹਦੇ ਇੱਥੇ ਆ ਦੇਖੋ ਜੀ, ਮੈਂ ਕੈਮਰਾਮੈਨ ਨੂੰ ਕਹਿਣਾ ਵੀ ਆਹ ਦੇਖੋ ਨਿਸ਼ਾਨ, ਇਹਦੇ ਵਿੱਚੋਂ ਨਾ ਪੈਪ ਪਿਆ ਹੋਇਆ ਸੀਗਾ, ਫੂਡ ਪੈਪ, ਇੱਥੇ ਸਾਹ ਵਾਲੀ ਸੀ। ਇਹ ਹੁਣ ਤੁਸੀਂ ਇਹਨੂੰ ਵੇਖ ਰਹੇ ਹੋ, ਇਹ ਤਾਂ ਪਿੰਜਰ ਸੀਗਾ, ਪਿੰਜਰ। ਡਾਕਟਰ ਕਹਿੰਦੇ ਵੀ ਇਹ ਬਚਦਾ ਨਹੀਂ ਹੈ, ਤੇ ਇਹਦੇ ਚਮਚਿਆਂ ਨਾਲ ਪਾਣੀ ਪਾਉਂਦੇ ਸੀਗੇ। 3 ਮਹੀਨਿਆਂ ਦੇ ਵਿੱਚ ਇਹ ਬਿਲਕੁਲ ਪਿੰਜਰ ਬਣ ਗਿਆ, ਘਰੇ ਪਿਆ ਸੀ। ਮਾਤਾ ਨੂੰ ਇਹ ਸੀ ਵੀ ਪੂਰਾ ਹੋ ਜਾਣਾ। ਪਿੰਡ ਦੇ ਵੀ ਆਸ ਛੱਡ ਗਏ, ਪਰ ਕੁਛ ਬੰਦੇ ਪਿੰਡ ਦੇ 14-15 ਬੰਦੇ ਮੇਰੇ ਕੋਲ ਬਨਵੌਰੇ ਦੇ ਆਏ ਪਿੰਡ ਦੇ, ਵੀ ਯਾਰ ਸਾਡੇ ਨਾ ਬਾਬਾ ਜੀ ਇੱਕ ਬੰਦਾ ਰਹਿੰਦਾ ਜਿਹਦੇ ਲੱਤਾਂ ਗਲ ਕੇ ਕੀੜੇ ਪੈ ਚੁੱਕੇ ਨੇ, ਜਿਹਨੇ ਪੂਰਾ ਹੋ ਜਾਣਾ। ਜੇ ਤੁਸੀਂ ਮਾੜਾ ਮੋਟਾ ਦੇਖ ਲਓ ਇਲਾਜ ਕਰਕੇ, ਅਵਲਾ ਤਾਂ ਪੂਰਾ ਹੀ ਹੋ ਜਾਣਾ। ਮਾਤਾ ਦਾ ਕੋਈ ਸਹਾਰਾ ਨਹੀਂ। ਅਸੀਂ ਗਏ ਜੀ, ਮਾਤਾ ਵਿਚਾਰੀ ਰੋਣ ਲੱਗ ਗਈ। ਇਹੋ ਜਿਹੀ ਹਾਲਤ ਜ਼ਿੰਦਗੀ ਦੇ ਵਿੱਚ ਕਿਸੇ ਬੰਦੇ ਦੀ ਨਹੀਂ ਦੇਖੀ। ਤੁਸੀਂ ਸੋਚ ਕੇ ਵੇਖੋ ਵੀਰ ਜੀ, NRI ਵੀਰੋ, ਤੁਸੀਂ ਸੋਚ ਕੇ ਦੇਖੋ, ਜਿਹੜਾ ਤੁਸੀਂ ਤਾਂ ਜਿਹੜੇ ਵੀਰ ਇੰਗਲੈਂਡ ਬੈਠੇ ਆ, ਕੈਨੇਡਾ ਬੈਠੇ ਆ, ਅਮਰੀਕਾ ਬੈਠੇ, ਉਹ ਤੁਸੀਂ ਤਾਂ ਦਿਨ ਰਾਤ ਗੁਰੂ ਗੋਬਿੰਦ ਸਿੰਘ ਦਾ ਧੰਨਵਾਦ ਕਰਿਆ ਕਰੋ, ਜਿਨ੍ਹਾਂ ਨੇ ਤੁਹਾਨੂੰ ਸੁਰਗ ਦੇ ਵਿੱਚ ਭੇਜਿਆ। ਧੰਨਵਾਦ ਕਰਿਆ ਕਰੋ ਧੰਨ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਦਾ, ਜਿਨ੍ਹਾਂ ਨੇ ਦਸਵੰਧ ਨਾਂ ਦਾ ਸ਼ਬਦ ਗੁਰਸਿੱਖਾਂ ਨੂੰ ਦਿੱਤਾ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦਾ ਧੰਨਵਾਦ ਕਰਿਆ ਕਰੋ। ਜੇ ਦਸਵੰਧ ਨਾਂ ਦਾ ਸ਼ਬਦ ਗੁਰਸਿੱਖਾਂ ਕੋਲੇ ਜਾਂ ਕੌਮ ਕੋਲੇ ਨਾ ਹੁੰਦਾ, ਇੱਦਾਂ ਦੇ ਗਰੀਬ ਮਰ ਜਾਣੇ ਸੀ। ਇਹ ਦਸਵੰਧ ਨਾਲ ਹੀ ਇਹਨਾਂ ਦਾ ਇਲਾਜ ਹੋ ਰਿਹਾ। ਮੈਂ ਘਰੇ ਗਿਆ, ਉੱਥੋਂ ਲੈ ਆਇਆ, ਅਰਦਾਸ ਕਰੀ। ਕਹਿੰਦੇ ਨਹੀਂ ਮਸਕੀਨ ਜੀ ਕਹਿੰਦੇ ਹੁੰਦੇ ਸੀ, ਖੁਦਾ ਮਨਜ਼ੂਰ ਕਰਤਾ ਹੈ ਦੁਆ ਜੋ ਦਿਲ ਸੇ ਹੋਤੀ ਹੈ, ਮੁਸ਼ਕਿਲ ਤੋਂ ਜੇ ਹੈ ਜੇ ਮੁਸ਼ਕਿਲ ਸੇ ਹੋਤੀ ਹੈ। ਮਾਂ ਨੂੰ ਵਾਅਦਾ ਕੀਤਾ, ਮੈਂ ਤੇਰੀ ਪੁੱਤ ਦਾ ਬਾਲ ਵੀ ਵਿੰਗਾ ਨਹੀਂ ਹੁੰਦਾ, ਤੂੰ ਸੇਵਾ ਕਰ, ਨਾਮ ਜਪ ਤੇ ਵਾਹਿਗੁਰੂ ਮਿਹਰ ਕਰਨਗੇ। ਅਸੀਂ ਲਿਆਂਦਾ, ਹਸਪਤਾਲਾਂ 'ਚੋਂ ਇਲਾਜ ਕਰਾਇਆ। ਵਾਹਿਗੁਰੂ ਦੀ ਬਖਸ਼ਿਸ਼ ਦੇਖੋ, 3 ਦਿਨਾਂ ਦੇ ਵਿੱਚ ਕੋਮਾ ਦੇ ਵਿੱਚੋਂ ਬੰਦੇ ਨੂੰ ਹੋਸ਼ ਆ ਗਈ। ਹੋਸ਼ ਆ ਕੇ ਲੈ ਆਂਦਾ। ਤੁਸੀਂ ਸੋਚ ਕੇ ਵੇਖੋ, ਇਹਨਾਂ ਦੀ ਵੀਰੋ ਸੋਚ ਕੇ ਦੇਖੋ, ਇੱਕ ਮਾਂ ਦੇ ਸਾਹਮਣੇ, ਅੱਖਾਂ ਦੇ ਸਾਹਮਣੇ, ਉਹਦੇ 18-19 ਸਾਲ ਦੇ ਜਿਉਂਦੇ ਪੁੱਤ ਨੂੰ ਕੀੜੇ ਖਾਂਦੇ ਹੋਣ, ਲੱਤਾਂ ਦੇ ਵਿੱਚ ਕੀੜੇ ਇਹਨੂੰ ਖਾ ਰਹੇ ਸੀ। ਮਰਨ ਨੂੰ ਅਸੀਂ ਉਡੀਕ ਰਹੇ ਸੀ ਵੀ ਕਿੱਦਾਂ ਮੌਤ ਹੋਊ। ਮਾਂ ਦਾ ਹਿਰਦਾ ਪੁੱਛ ਕੇ ਦੇਖੋ ਵੀ ਉਹ ਮਾਂ ਕਿੱਦਾਂ ਦੇਖਦੀ ਹੋਊ ਆਪਣੇ ਪੁੱਤ ਦੇ ਸੁੰਡ ਜਲਦੇ। ਮੈਂ ਇੱਥੇ ਕਹਿਣਾ NRI ਵੀਰੋ, ਮਾੜੇ ਚੰਗੇ ਦੇ ਚੱਕਰ 'ਚ ਨਾ ਪਿਆ ਕਰੋ। ਇੰਨਾ ਨਾ ਸੋਚਿਆ ਕਰੋ ਵੀ ਕੀ ਦਈਏ, ਕਿੱਥੇ ਦਈਏ, ਮਾੜਾ ਚੰਗਾ। ਜਦ ਨੂੰ ਟਾਈਮ ਲੰਘ ਜਾਂਦਾ, ਦਾਨ ਦੀ ਲੋੜ ਹੋਣਾ ਹੈ ਸਾਨੂੰ। ਇੱਕ ਤੁਹਾਨੂੰ ਹੋਰ ਦੱਸਦਾ, ਉਸ ਤੋਂ ਬਾਅਦ ਇਹਨੂੰ ਲਿਆਂਦਾ ਜੀ, ਵਾਹਿਗੁਰੂ ਨੇ ਬਖਸ਼ਿਸ਼ ਕੀਤੀ, ਫੂਡ ਪਾਈਪ ਨਿਕਲ ਗਿਆ, ਸਾਹ ਨਾਲੀ ਨਿਕਲ ਗਈ। ਅੱਜ ਸਾਲ ਹੋ ਗਿਆ। 1 ਸਾਲ ਦੇ ਵਿੱਚ ਬਿਲਕੁਲ 100% ਟਨ ਠੀਕ ਹੋ ਚੁੱਕਿਆ ਬੰਦਾ, ਜਿਹਨੂੰ ਡਾਕਟਰ ਕਹਿੰਦੇ ਸੀ ਇਹਨੇ ਮਰ ਜਾਣਾ। ਅੱਜ ਇਹਦੇ ਨਾਲ ਤੁਸੀਂ ਕੋਈ ਮਰਜ਼ੀ ਗੱਲ ਕਰੋ, ਉਹਦਾ ਇਹ ਜਵਾਬ ਦਿੰਦਾ। ਇਹਦੇ ਸਰੀਰ 'ਚ ਵੀਕਨੈਸ ਆਈ, ਬਸ ਤੁਰ ਨਹੀਂ ਸਕਦਾ। ਜਿਹੜੀ ਦਿਮਾਗ ਦੀ ਸੱਟ ਸੀ ਉਹ ਬਿਲਕੁਲ ਠੀਕ ਹੋ ਚੁੱਕੀ। ਪਤਾ ਕੀ ਆ, ਆ ਕੀ ਆ, ਤੁਸੀਂ ਪੁੱਛੋ, ਪਾਠ ਨਹੀਂ ਕਰਦਾ, ਸਭ ਕੁਛ ਗੱਲਬਾਤ ਕਰੋ। ਹਾਂਜੀ, ਨਾਮ ਪੁੱਛੋ। ਨਾਮ ਕੀ ਹੈ ਤੁਹਾਡਾ? KARN ਕਰਨਵੀਰ, VWR ਵੀਰ, SINJ ਸਿੰਘ, ਕਰਨਵੀਰ ਸਿੰਘ।
ਪੂਰਾ ਜੀ। ਉਹ ਤਾਂ ਕੀ ਆ ਜਿਹੜਾ ਹੱਥ 'ਚ ਫੜੀ ਬੈਠਾ ਮੋਬਾਈਲ MI ਦਾ ਦੇਖ ਕੀ ਚਲਾਉਣਾ ਹੈ ਤੂੰ? ਨੈਟ ਇੰਟਰਨੈਟ ਈਮੋ। ਮੈਂ ਤਾਂ ਤੈਨੂੰ ਕਿਹਾ ਸੀ ਵੀ ਤੂੰ ਪਾਠ ਕਰਦਾ ਠੀਕ। ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਜਪੋ ਫਿਰਿਓ। ਜੀ ਕੁਛ ਆ ਸਿਰ ਤੇ ਕਿਆ ਲਿਆ? ਟੋਪੀ ਹੋਣਾ ਇੱਥੇ ਟੰਗ ਰੱਖਣੀ ਆ ਦੇਖੋ। ਕੋਈ ਨਹੀਂ ਤਾਂ ਵੈਸੇ ਹੋਰ ਮੇਰਾ ਨਾਮ ਕੀ ਹੈ? ਮੈਂ ਕੌਣ? ਗੁਰਵਿੰਦਰ ਬਾਬਾ ਜੀ। ਅੱਛਾ ਉਹ ਕੌਣ ਬੈਠੀ ਆ? ਮੰਮੀ ਜੀ। ਹੁਣ ਖੁਸ਼ ਆ ਤੂੰ? ਹਾਂਜੀ ਤੇਰਾ ਹਾਂ। ਖਾਣ ਨੂੰ ਕੀ ਜੀ ਕਰਦਾ? ਬਸ ਤੁਸੀਂ ਸਹੀ ਜਾਂਦੇ ਯਾਰ। ਨਹੀਂ ਫੇਰ ਵੀ ਦੱਸ ਲਿਆ ਜੀ। ਨਹੀਂ ਬਸ ਜੀ ਬਸ। ਆ ਵੀਰੂ ਨਹੀਂ ਆਇਆ ਸਿੱਖ ਚੈਨਲ ਵਾਲੇ? ਨਹੀਂ ਬਸ ਜੀ ਬਸ। ਇਹਨਾਂ ਨੇ ਤੁਹਾਡੇ ਖਾਣ ਦਾ ਪ੍ਰਬੰਧ ਕਰਨਾ। ਕੀ ਖਾਣਾ ਦੱਸ? ਨਹੀਂ ਬਸ ਫਿਰ ਕੌਣ YouTube ਤੇ ਅੱਡੇ ਦੇਖਾਂਗੇ। ਹਾਂ ਹੈ ਸਿੱਖ ਚੈਨਲ। ਹਾਂ YouTube ਤੇ ਕੱਢਣਾ ਵੀਰੋ ਇਹ ਮੌਤ ਨੂੰ ਉਡੀਕਦੇ ਸੀਗੇ ਪਏ ਉਹ ਬੰਦੇ ਨੇ। ਉਹ ਮਾਤਾ ਨਾਲ ਕੋਈ ਗੱਲ ਸੋ ਬਿਲਕੁਲ ਅੱਖਾਂ ਦੇ ਵਿੱਚ ਅਥਰੂ ਆ ਜਾਂਦੇ ਆ ਜਦੋਂ ਅਜਿਹੀਆਂ ਗੱਲਾਂ ਜਿਹੜੀਆਂ ਉਹ ਸੁਣੀਦੀਆਂ ਜਾਏ। ਜਿਹੜੇ ਬੱਚੇ ਨੇ ਉਹਨਾਂ ਦੀ ਸੇਵਾ ਜਿਹੜੀ ਆ ਉਹ ਬਾਬਾ ਜੀ ਹੋਰੀ ਕਰ ਰਹੇ ਆ। ਸੋ ਇਹਨਾਂ ਦੇ ਮਾਤਾ ਜੀ ਦੇ ਨਾਲ ਵੀ ਥੋੜ੍ਹੀ ਜਿਹੀ ਗੱਲ ਜਿਹੜੀ ਆ ਉਹ ਕਰਦੇ ਆ ਤੇ ਉਹਨਾਂ ਤੋਂ ਵੀ ਜਾਣਦੇ ਆ। ਹਾਂਜੀ ਮਾਤਾ ਜੀ ਕੀ ਕਹਿਣਾ ਚਾਹੋਗੇ? ਤੁਹਾਡਾ ਬੱਚਾ ਜਿਹੜਾ ਇੱਥੇ ਬਾਬਾ ਜੀ ਹੋਰਾਂ ਦੇ ਕੋਲ ਇੱਥੇ ਸਾਂਭ ਸੰਭਾਲ ਦੀ ਕੀਤੀ ਜਾ ਰਹੀ ਹੈ। ਇੱਥੇ ਬਹੁਤ ਵਧੀਆ ਜੀ। ਜਦੋਂ ਅਸੀਂ ਘਰੇ ਸੀਗੇ ਬਹੁਤ ਬੁਰਾ ਹਾਲ ਸੀਗਾ ਜੀ ਇਹਦਾ। ਡਾਕਟਰਾਂ ਨੇ ਚੰਡੀਗੜ੍ਹੋਂ ਜਵਾਬ ਦਿੱਤਾ ਸੀਗਾ ਜੀ। ਡੈਡੀ ਇਹਦਾ ਹੈ ਨਹੀਂ ਸੀ। ਹਾਂਜੀ ਫਿਰ ਇਹਨੂੰ ਬਾਬਾ ਜੀ ਗਏ ਉੱਥੋਂ ਲੈ ਕੇ ਆਏ। ਬਹੁਤ ਬੁਰਾ ਹਾਲ ਸੀਗਾ ਤੇ ਬਾਬਾ ਜੀ ਹੁਣ ਇਹਦਾ ਇਲਾਜ ਚੰਗੀ ਤਰ੍ਹਾਂ ਕਰਾ ਰਹੇ ਨੇ। ਤੁਸੀਂ ਵੀ ਇੱਥੇ ਰਹਿੰਦੇ ਹੋ? ਹਾਂਜੀ ਸਾਲ ਹੋ ਗਏ ਸਾਨੂੰ ਉਰੇ ਰਹਿੰਦਿਆਂ ਨੂੰ। ਹਾਂਜੀ ਸੋ ਬਿਲਕੁਲ ਇਹਨਾਂ ਨੇ ਦੱਸਿਆ ਕਿ ਬਾਬਾ ਜੀ ਹੋਰੀ ਸਾਰਾ ਜਿਹੜਾ ਇਲਾਜ ਆ ਉਹ ਕਰਵਾ ਰਹੇ ਆ। ਸੋ ਇਹ ਸਾਰਾ ਕੁਝ ਸੰਗਤਾਂ ਦੇ ਸਹਿਯੋਗ ਦੇ ਨਾਲ ਤੁਹਾਡੇ ਭੇਜੇ ਦਸਵੰਧ ਦੇ ਨਾਲ ਹੀ ਹੋਣਾ ਆ। ਸੋ ਅਸੀਂ ਚਾਹਾਂਗੇ ਕਿ ਸਿੱਖ ਚੈਨਲ ਦੇਖ ਰਹੀਆਂ ਸੰਗਤਾਂ ਜਿਹੜੀਆਂ ਆ ਜੇ ਉਹ ਚਾਹਣ ਕਿ ਇੱਥੇ ਜਿਹੜਾ ਆ ਉਹ ਦਸਵੰਧ ਭੇਜਿਆ ਜਾਣਾ ਚਾਹੀਦਾ ਆ ਜਾਂ ਇਹਨਾਂ ਨੂੰ ਜਿਹੜੀ ਜ਼ਰੂਰਤ ਆ ਜਿਵੇਂ ਬੱਚੇ ਦਿਖਾਏ ਆ ਜਿਨ੍ਹਾਂ ਦੀ ਸਾਂਭ ਸੰਭਾਲ ਬਾਬਾ ਗੁਰਵਿੰਦਰ ਸਿੰਘ ਜੀ ਕਰ ਰਹੇ ਆ ਤੇ ਤੁਸੀਂ ਸਿੱਖ ਚੈਨਲ ਦੇ ਉੱਤੇ ਜ਼ਰੂਰ ਸੰਪਰਕ ਕਰੋ ਤੇ ਇਹਨਾਂ ਬੱਚਿਆਂ ਤੱਕ ਜਿਹੜੀ ਸੇਵਾ ਆ ਉਹ ਪਹੁੰਚਾਓ ਕਿਉਂਕਿ ਬਾਬਾ ਜੀ ਜਿਹੜੀ ਸੇਵਾ ਕਰ ਰਹੇ ਆ ਅਸਲ ਦੇ ਵਿੱਚ ਸੇਵਾ ਜਿਹੜੀ ਆ ਉਹ ਇਹ ਆ ਕਿਉਂਕਿ ਇਹ ਅਜਿਹੇ ਬੱਚੇ ਇੱਥੇ ਹੈਗੇ ਨੇ ਜਿਨ੍ਹਾਂ ਨੂੰ ਆਪਣੇ ਬਾਰੇ ਦੇ ਵਿੱਚ ਕੋਈ ਵੀ ਸੁੱਧ ਬੁੱਧ ਜਿਹੜੀ ਆ ਉਹ ਨਹੀਂ ਹੈਗੀ। ਸੋ ਅਸੀਂ ਅੰਦਰ ਵੀ ਚੱਲਦੇ ਆ ਤੇ ਉੱਥੇ ਜਿਹੜੇ ਬਜ਼ੁਰਗ ਆ ਉਹ ਵੀ ਦਿਖਾਉਂਦੇ ਆ ਕਿ ਕਿਹੜੇ ਕਿਹੜੇ ਬਜ਼ੁਰਗ ਜਿਹੜੇ ਉਹਨਾਂ ਦੀ ਸਾਂਭ ਸੰਭਾਲ ਜਿਹੜੀ ਆ ਉਹ ਕੀਤੀ ਜਾ ਰਹੀ ਆ। ਆਪਣਾ ਵੀਰ ਜੀ ਇੱਥੋਂ ਥੋੜਾ ਦੱਸ ਦਈਏ ਜਿੱਥੇ ਸਾਡੇ ਛੋਟੇ ਬੱਚੇ ਜਿਹੜੇ ਪਾਏ ਹੋਏ ਨੇ ਇਹ ਸਾਡਾ ਲੰਗਰ ਹਾਲ ਆ। ਇੱਥੇ ਅਸੀਂ ਲੰਗਰ ਹਾਲ ਬਣਾਇਆ ਕਿਚਨ ਆ ਜਿੱਥੇ ਛੋਟੇ ਬੱਚੇ ਵੇਖੇ ਨੇ ਇਹਨੂੰ ਅਸੀਂ ਐਜ ਇੱਕ ਵਰਤ ਰਹੇ ਹਾਂ। ਸਾਡਾ ਇੱਕ ਉਧਰ ਲੈਂਟਰ ਪੈਣਾ ਗਾ ਬੱਚਿਆਂ ਵਾਸਤੇ ਔਰ ਬੀਬੀਆਂ ਵਾਸਤੇ। ਉਹਦਾ ਸਾਡਾ ਕੰਮ ਮਟੀਰੀਅਲ ਦੀ ਘਾਟ ਕਰਕੇ ਬੰਦ ਹੋ ਗਿਆ। ਦੇਖੋ 3 ਖਰਚੇ ਹੁੰਦੇ ਨੇ ਇੱਕ ਲੰਗਰ ਦਾ ਇੱਕ ਰਿਹਾਇਸ਼ ਦਾ ਇੱਕ ਇਲਾਜ ਦਾ। ਜਿਹੜਾ ਲੰਗਰ ਦਾ ਖਰਚਾ ਇਹ ਬਾਬੇ ਨਾਨਕ ਦੀ ਧਰਤੀ ਆ ਉਹ ਅਸੀਂ ਕਰ ਲਾਂਗੇ। ਇਲਾਜ ਦਾ ਖਰਚਾ ਵੀ ਬਹੁਤ ਵੱਡਾ ਉਹ ਵੀ ਔਖੇ ਸਖਾਲੇ ਕਰ ਲਾਂਗੇ। ਪਰ ਜਿਹੜਾ ਰਿਹਾਇਸ਼ ਦਾ ਖਰਚਾ ਉਹ ਸਾਡੇ ਹੱਥ ਖੜੇ ਨੇ ਉਹ ਸੰਗਤ ਨੂੰ ਕਰਕੇ ਦੇਣਾ ਪੈਣਾ। ਉਹ ਸਾਡਾ ਹੱਕ ਵੀ ਆ। ਅਸੀਂ ਆਪਣੇ ਹੱਕ ਨਾਲ ਮੰਗ ਸਕਦੇ ਹਾਂ ਵੀ ਸੰਗਤ ਜੀ ਪ੍ਰਬੰਧ ਤੁਸੀਂ ਕਰਕੇ ਦਿਓ ਹੱਥੀਂ ਸੇਵਾ ਅਸੀਂ ਕਰਾਂਗੇ। ਜਿਹੜੀ ਸੇਵਾ ਉਹ ਤਨ ਮਨ ਤੇ ਧਨ ਨਾਲ ਹੋ ਸਕਦੀ ਆ। ਦੇਖੋ ਤਨ ਸਰੀਰ ਤਾਂ ਅਸੀਂ ਲਾ ਹੀ ਰਹੇ ਹਾਂ ਮਨ ਨਾਲ ਅਸੀਂ ਲਾ ਰਹੇ ਹਾਂ ਸਰੀਰ ਇਕੱਲਾ ਸਾਡੇ ਕੋਲ ਧਨ ਨਹੀਂ। ਇੱਕ ਹੋਰ ਬਹੁਤ ਵੱਡੀ ਗੱਲ ਹੈ ਵੀ ਸਾਨੂੰ ਤੁਹਾਡੇ ਪੈਸਿਆਂ ਦਾ ਲਾਲਚ ਨਹੀਂ ਹੈ ਸਾਨੂੰ ਜ਼ਰੂਰਤ ਹੈ। ਪੈਸਿਆਂ ਦਾ ਲਾਲਚ ਹੋਣਾ ਵੱਖਰੀ ਗੱਲ ਆ ਪੈਸਿਆਂ ਦੀ ਜ਼ਰੂਰਤ ਹੋਣੀ ਵੱਖਰੀ ਚੀਜ਼ ਆ। ਹੁਣ ਸਾਡਾ ਤੁਹਾਨੂੰ ਦਿਖਾਵਾਂਗੇ ਵੀ ਇੱਕ ਆਸ਼ਰਮ ਸਾਡਾ ਇਹ ਮਾਲਵੇ ਦੇ ਵਿੱਚ ਦੇਖ ਰਹੇ ਹੋ ਤੁਸੀਂ ਸੰਗਰੂਰ ਜ਼ਿਲ੍ਹੇ ਦੇ ਵਿੱਚ ਇੱਕ ਆਸ਼ਰਮ ਸਾਡਾ ਦੁਆਬੇ ਵਿੱਚ ਬਣ ਰਿਹਾ। ਬੇਗੋਵਾਲ ਸੰਤ ਬਾਬਾ ਪ੍ਰੇਮ ਸਿੰਘ ਜੀ ਸੱਚਖੰਡ ਵਾਸੀ ਬ੍ਰਹਮ ਗਿਆਨੀ ਸੰਤ ਬਾਬਾ ਪ੍ਰੇਮ ਸਿੰਘ ਜੀ ਮਰਾਲੇ ਵਾਲਿਆਂ ਦੀ ਧਰਤੀ ਆ। ਬੇਗੋਵਾਲ ਬਣ ਰਿਹਾ ਸਰਦਾਰ ਕਸ਼ਮੀਰ ਸਿੰਘ ਜੀ ਸ਼ਾਹੀ ਉਹਨਾਂ ਨਾਲ ਤੁਹਾਨੂੰ ਮਿਲਾਵਾਂਗੇ। ਉੱਥੇ ਉਹਨਾਂ ਨੇ 2 ਕਿੱਲੇ ਜ਼ਮੀਨ ਆਪਣੀ ਦਾਨ ਕਰੀ ਆ 1 ਕਰੋੜ ਤੱਕ ਦੀ ਉਹਦੀ ਕੀਮਤ ਸੀ। ਉੱਥੇ ਵੀ 50-60 ਲੱਖ ਰੁਪਈਆ ਲਾ ਕੇ ਅਸੀਂ 1000 ਸ਼ਰੀਰਾਂ ਦੇ ਰਹਿਣ ਦਾ ਪ੍ਰਬੰਧ ਕਰ ਰਹੇ ਹਾਂ। ਗੁਰੂ ਕੀ ਸੰਗਤ ਅੱਜ ਸਾਡਾ 1 ਲੱਖ ਰੁਪਏ ਦਾ ਖਰਚਾ ਇੱਕ ਦਿਨ ਦਾ ਪੈ ਰਿਹਾ। ਤੁਸੀਂ ਵੇਖ ਸਾਨੂੰ ਪੈਸਾ ਨਾ ਦਿਓ। ਇੱਕ ਹੁਣ ਲਾਸਟ ਤੁਹਾਡੇ ਤੇ ਸਾਨੂੰ ਆਸ ਆ ਕਿਉਂਕਿ ਅੱਜ ਬੇਗੋਵਾਲ ਵਾਲੇ ਆਸ਼ਰਮ ਦਾ ਅਸੀਂ 19 ਜਨਵਰੀ ਨੂੰ ਉਦਘਾਟਨ ਕਰਨਾ ਜਾਣੀ ਕਿ ਪਰਸੋਂ ਨੂੰ। ਅੱਜ ਤਕਰੀਬਨ 17 ਤਰੀਕ ਹੋ ਗਈ 19 ਦਾ ਉਦਘਾਟਨ ਹੈ। ਉਸ ਨੂੰ ਅਸੀਂ ਬਣਾਉਣ ਦੇ ਖਾਤਰ ਵੀ ਜਲਦੀ ਸ਼ੁਰੂ ਕਰੀਏ। ਮੈਂ 8-10 ਲੱਖ ਰੁਪਈਆ ਕਰਜ਼ਾ ਵੀ ਆਪਣੇ ਸਿਰ ਚਾੜ ਚੁੱਕੇ ਹਾਂ। ਜੇ ਸੰਗਤ ਸਾਡੀ ਰਿਹਾਇਸ਼ ਦਾ ਪ੍ਰਬੰਧ ਨਹੀਂ ਕਰਕੇ ਦੇ ਸਕਦੀ ਫਿਰ ਕੱਲ੍ਹ ਨੂੰ ਇਹ ਨਾ ਕਿਹੋ ਵੀ ਕੋਈ ਨੌਜਵਾਨ ਗੁਰਸਿੱਖੀ ਦੇ ਵਿੱਚ ਕਿਉਂ ਨਹੀਂ ਕੁਛ ਕਰਦਾ। ਇਸ ਕਰਕੇ ਗੁਰੂ ਕੀ ਸੰਗਤ ਮੈਂ ਇਹ ਨਹੀਂ ਕਹਿੰਦਾ ਸਾਡੀ ਮਦਦ ਨਹੀਂ ਕਰੀ ਸਾਡੀ ਮਦਦ ਇੰਨੀ ਜ਼ਿਆਦਾ ਸੰਗਤਾਂ ਨੇ ਕਰੀ ਆ ਪਰ ਜੇ ਉਹਨਾਂ ਨੇ ਕਰੀ ਆ ਤਾਂ ਹੀ ਦਾ 60-70 ਲੱਖ ਰੁਪਈਆ ਲੱਗ ਚੁੱਕੇ ਆ।
ਤਾਈਓ 50 ਲੱਖ ਉੱਥੇ ਲੱਗ ਚੁੱਕਿਆ, ਤਾਈਓ 1 ਕਰੋੜ ਦੇ ਲਾਗੇ ਮਰੀਜ਼ਾਂ ਤੇ ਲੱਗ ਚੁੱਕੇ ਆ। ਜੇ ਉਹ ਵੀ ਨਾ ਕਰਦੇ ਫਿਰ ਤਾਂ ਇਹ ਕੰਮ ਹੀ ਨਹੀਂ ਸੀ ਚੱਲਣਾ। ਪਰ ਮੈਂ ਇਹ ਗੱਲ ਕਹਿਣਾ ਚਾਹੁੰਦਾ ਕਿ ਕੈਨੇਡਾ, ਅਮਰੀਕਾ, ਇੰਗਲੈਂਡ, ਆਸਟ੍ਰੇਲੀਆ, ਹੋਰ ਜਿੰਨੇ ਵੀ ਵਿਦੇਸ਼ ਨੇ, ਕੀ ਉੱਥੇ 20-25 NRI ਨੇ? ਸਾਡੇ ਕੋਲ 20-25 NRI ਨੇ ਸਾਡੀ ਮਦਦ ਕਰੀ ਆ। ਉਹਦਾ ਕਾਰਨ ਇੱਕ ਆ ਵੀ ਸਾਡੀ ਆਵਾਜ਼ ਉਹਨਾਂ ਤੱਕ ਪਹੁੰਚ ਨਹੀਂ ਸਕੀ। ਨਾ ਤਾਂ ਸਾਡਾ ਆਪਣਾ YouTube ਚੈਨਲ ਆ। ਹੁਣ ਕਈ ਵੀਰਾਂ ਦੇ ਜਿਨ੍ਹਾਂ ਦੇ ਚੈਨਲ ਨੇ ਉਹ ਤਾਂ ਚਾਹ ਉੱਥੇ ਦਿੰਦੇ ਆ, ਕੋਈ ਨਹੀਂ ਚਾਹ ਉੱਥੇ ਦਿੰਦੇ ਆ। ਜਿਹੜੇ YouTube ਚੈਨਲ ਨੇ ਦੇਖੋ ਉਹਨਾਂ ਨੂੰ ਤਾਂ ਉਹਨਾਂ ਤੋਂ ਵੀ ਕਮਾਈ ਹੋ ਜਾਂਦੀ। ਸਾਡਾ ਤਾਂ ਨਾ ਕੋਈ ਚੈਨਲ ਆ, ਨਾ ਕੋਈ ਸਾਡੀ ਗੋਲਕਾ, ਨਾ ਕਿਤੇ ਕੋਈ ਮੱਥਾ ਟਿਕਦਾ, ਨਾ ਸਾਡੇ ਕੋਲ ਜ਼ਮੀਨ। ਚੈਨਲ ਦੇ ਰਾਹੀਂ ਤੁਸੀਂ ਸੰਗਤਾਂ ਨੂੰ ਅਪੀਲ ਜਿਹੜੀ ਆ ਉਹ ਕਰ ਸਕਦੇ। ਸਿੱਖ ਚੈਨਲ ਦੀ ਸਾਨੂੰ ਬਹੁਤ ਵੱਡੀ ਆਸ ਹੈ, ਕਿਉਂਕਿ ਪੰਜਾਬ ਦਾ ਮੀਡੀਆ ਵੀ ਤੁਹਾਨੂੰ ਪਤਾ ਹੀ ਹੈ ਹਨਾ, ਵਿੱਚ ਵੀਰ ਉਹਨਾਂ ਦੇ ਆਪਦੇ ਪੈਸੇ ਨਹੀਂ ਸਾਡੇ ਤੋਂ ਲੁਟਾਉਂਦੇ। ਬਾਕੀ ਮੈਂ ਇੱਦਾਂ ਦਾ ਬੰਦਾ ਨਹੀਂ ਵੀ ਅਸੀਂ ਆਪਣੀ ਵਡਿਆਈ ਖਾਤਰ ਮੀਡੀਆ ਨੂੰ ਸੱਦਦੇ। ਕੁਛ ਚੈਨਲ ਨੇ ਜਿਨ੍ਹਾਂ ਨੇ ਸਾਡਾ ਸਾਥ ਦਿੱਤਾ, ਡੇਲੀ ਪੋਸਟ ਨੇ ਬੜਾ ਸਾਡਾ ਸਾਥ ਦਿੱਤਾ, ਪਰ ਸਿੱਖ ਚੈਨਲ ਵਿਦੇਸ਼ਾਂ ਦੇ ਵਿੱਚ ਸਾਡੀ ਗੱਲ ਨੂੰ ਪਹੁੰਚਾ ਰਿਹਾ। ਮੈਂ ਇਹ ਝੋਲੀ ਅੱਡ ਕੇ ਗੁਰੂ ਨਾਨਕ ਦੇ ਪੁੱਤਰੋ ਤੁਹਾਡੇ ਤੋਂ ਇੱਕੋ ਚੀਜ਼ ਦੀ ਮੰਗ ਕਰਦਾ ਕਿ ਇਹਨਾਂ ਬੱਚਿਆਂ ਦੀ ਰਿਹਾਇਸ਼ ਦਾ ਪ੍ਰਬੰਧ ਕਰ ਦਿਓ। ਜੇ ਤੁਸੀਂ ਬੇਗੋਵਾਲ ਸਾਡਾ 3 ਮਹੀਨੇ ਸਾਡਾ ਗੁਰੂ ਕੀ ਸੰਗਤ ਸਹਿਯੋਗ ਦੇਤਾ, 3 ਮਹੀਨੇ, ਆਹ 3 ਮਹੀਨੇ ਜਨਵਰੀ, ਫਰਵਰੀ ਤੇ ਮਾਰਚ, ਗਾਹਾਂ ਅਪ੍ਰੈਲ, ਮਈ, ਜੂਨ ਦੀ ਗਰਮੀ ਦੇ ਵਿੱਚ, ਜੇਠ ਹਾੜ ਦੇ ਮਹੀਨੇ ਦੇ ਵਿੱਚ ਤੁਸੀਂ ਤਾਂ ਏਸੀ ਰੂਮਾਂ ਦੇ ਵਿੱਚ ਪੈਂਦੇ ਹੋ। ਜੇਠ ਹਾੜ ਦੇ ਮਹੀਨੇ ਦੇ ਵਿੱਚ ਕਈ ਪੰਜਾਬ ਦੇ ਵਿੱਚ ਰੱਬ ਵਰਗੀਆਂ ਮਾਵਾਂ ਜੇਠ ਹਾੜ ਦੀਆਂ ਧੁੱਪਾਂ ਦੇ ਵਿੱਚ ਪਈਆਂ ਹੁੰਦੀਆਂ ਰੋਡਾਂ ਤੇ। ਜੇਠ ਹਾੜ ਦੀ ਧੁੱਪ ਦੇ ਵਿੱਚ ਤੁਰ ਕੇ ਨਹੀਂ ਜਾ ਸਕਦੇ ਸੜਕ ਤੇ, ਕਈ ਬਜ਼ੁਰਗ ਧੁੱਪਾਂ ਦੇ ਵਿੱਚ ਸੜਦੇ ਹੁੰਦੇ ਆ। ਅਸੀਂ ਲੈ ਕੇ ਆਵਾਂਗੇ ਚੱਕ ਕੇ, ਉਹਨਾਂ ਦੀ ਸੇਵਾ ਕਰਾਂਗੇ, ਉਹਨਾਂ ਦੀ ਲੈਟਰਿੰਗ ਵਾਲੇ ਹੱਥ ਤੱਕ ਧੋਵਾਂਗੇ। ਇੱਕੋ ਹੀ ਸੰਗਤ ਤੋਂ ਅਸੀਂ ਅਪੀਲ ਕਰਦੇ ਹਾਂ ਵੀ ਸਾਡਾ ਸਿਰਫ ਤੇ ਸਿਰਫ ਸਾਨੂੰ ਪ੍ਰਬੰਧ ਕਰਕੇ ਦੇ ਦਿਓ। ਅਸੀਂ ਬਾਥਰੂਮ ਬਣਾਉਣੇ ਆ ਇਹ ਚੀਜ਼ਾਂ ਦੇ। ਸੋ ਬਿਲਕੁਲ ਅਸੀਂ ਜਿੱਧਰ ਮੰਦਬੁੱਧੀ ਬੱਚੇ ਸੀਗੇ ਉੱਧਰੋਂ ਦੂਸਰੇ ਪਾਸੇ ਜਿਹੜਾ ਹਾਲ ਆ ਉਹਦੇ ਵਿੱਚ ਆਏ ਆ, ਜਿਹੜਾ ਕਿ ਅਜੇ ਬਣ ਰਿਹਾ ਆ, ਜਿਹੜਾ ਉੱਪਰੋਂ ਅਜੇ ਓਪਨ ਹੀ ਆ। ਇਹਦੇ ਵਿੱਚ ਵੀ ਤੁਹਾਨੂੰ ਇਹ ਦੇਖ ਕੇ ਜਿਹੜਾ ਆ ਉਹ ਪਤਾ ਲੱਗ ਗਿਆ ਹੋਵੇਗਾ ਕਿ ਠੰਡ ਜਿਹੜੀ ਪੰਜਾਬ ਦੇ ਵਿੱਚ ਇਹਨਾਂ ਦਿਨਾਂ ਦੇ ਵਿੱਚ ਕਿੰਨੀ ਪੈ ਰਹੀ ਆ। ਅਤੇ ਇੱਥੇ ਇਸੇ ਹੀ ਹਾਲ ਦੇ ਵਿੱਚ ਇਹ ਕਾਫੀ ਜ਼ਿਆਦਾ ਬਜ਼ੁਰਗ ਜਿਹੜੇ ਆ ਉਹ ਅਤੇ ਕੁਝ ਬੱਚੇ ਇੱਧਰ ਵੀ ਹੈਗੇ ਆ। ਸੋ ਬਾਬਾ ਜੀ ਇੱਥੇ ਕਿੰਨੇ ਕੁ ਬਜ਼ੁਰਗ ਜਿਹੜੇ ਆ ਉਹਨਾਂ ਦੀ ਸਾਂਭ ਸੰਭਾਲ ਤੁਸੀਂ ਕਰ ਰਹੇ ਹੋ? ਅਤੇ ਜਿਵੇਂ ਮੈਂ ਦੇਖ ਰਿਹਾ ਆ ਕਿ ਉਹ ਬੱਚਾ ਜਿਹੜਾ ਇੱਕ ਲਗਾਤਾਰ ਰੋ ਰਿਹਾ ਆ। ਇਹਦੀ ਵੀਰ ਜੀ ਇਹ ਹਾਲ ਆ ਜਿਹੜਾ ਸਾਡਾ ਤਕਰੀਬਨ 25-30 ਲੱਖ ਰੁਪਏ ਤੇ ਲੱਗਿਆ ਸੀ। ਦੋ ਵੱਡੇ ਹਾਲ, 10 ਕਮਰੇ, ਇੱਕ ਡੰਗਰਾਂ ਖਾਤਰ ਪਰਲੇ ਪਾਸੇ ਸਾਡਾ ਕੰਮ ਚੱਲ ਰਿਹਾ। ਤਕਰੀਬਨ ਬਾਕੀ ਸਾਡੇ 10 ਕਮਰੇ ਤਿਆਰ ਹੋ ਚੁੱਕੇ ਨੇ, 20 ਲੈਟਰਿੰਗ ਬਾਥਰੂਮ ਅਸੀਂ ਤਿਆਰ ਕਰ ਰਹੇ ਹਾਂ, ਲੰਗਰ ਹਾਲ ਤਿਆਰ ਹੋ ਚੁੱਕਿਆ, ਇਹ ਵੀ ਤਕਰੀਬਨ ਤਿਆਰ ਹੀ ਹੋ ਚੁੱਕਿਆ। ਥੋੜਾ ਕੰਮ ਇਹਦਾ ਬਾਕੀ ਆ। ਬਾਕੀ ਸੰਗਤਾਂ ਨੇ ਸਾਡੀਆਂ ਵਿੰਡੋ ਦਰਵਾਜ਼ਿਆਂ ਦੀ ਸਾਡੀ ਵੀਡੀਓ ਵਾਇਰਲ ਹੋਈ ਸੀ, ਇਹ ਤੇ ਚਗਾਠਾਂ ਤਾਂ ਲੱਗ ਚੁੱਕੀਆਂ ਨੇ। ਇਹ ਸਾਡੀਆਂ 6-7 ਵਿੰਡੋਆਂ ਲੱਗਣ ਤੋਂ ਰਹਿ ਗਈਆਂ। ਸੰਗਤ ਨੂੰ ਬੇਨਤੀ ਹੈ ਵੀ ਲਵਾ ਦਿਓ। ਬਾਕੀ 7-8 ਲੱਖ ਰੁਪਈਆ ਲੱਗਿਆ, ਬਾਕੀ ਅਸੀਂ ਲਾ ਲਈਆਂ। ਇਹ ਜਿਹੜਾ ਬੱਚਾ ਜੀ ਦੇਖੋ ਕਿੰਨਾ ਸੋਹਣਾ ਬੱਚਾ ਜੀ, ਬਸ ਇੱਕ ਪ੍ਰੋਬਲਮ ਹੈ ਜੀ, 100% ਮੰਦਬੁੱਧੀ ਹੈ ਨਾ, ਸਾਰਾ ਦਿਨ ਹੀ ਰੋਈ ਜਾਣਾ, ਇਹਨੇ ਚੁੱਪ ਨਹੀਂ ਕਰਨਾ। ਇਹ ਨਾ ਜਿੱਦਾਂ ਰਿਹਾੜੀ ਬੱਚਾ ਹੁੰਦਾ ਵਾ, ਰਿਹਾੜ ਜੀ ਕਰੀਆਂ। ਸੋਹਣਾ ਬਹੁਤ ਬੜਾ ਬੱਚਾ, ਬਿਲਕੁਲ ਹੀ ਦੱਸਣਾ ਨਹੀਂ ਕਿ ਲੈਟਰਿੰਗ ਬਾਥਰੂਮ ਵਿੱਚ ਕਰ ਲੈਣਾ ਰੋਟੀ। ਇਹਨੂੰ ਇਸ ਕਰਕੇ ਇੱਥੇ ਪਾਇਆ ਜੀ, ਉੱਧਰ ਬੱਚਿਆਂ ਦੇ ਵਿੱਚ ਇਹ ਜਿੱਦਾਂ ਬੱਚੇ ਕਈ ਵਾਰ ਲੜ ਪੈਂਦੇ ਆ, ਇਹ ਵਾਰ ਰੋਈ ਜਾਣਾ ਇਹਨਾਂ ਨਾਲ, ਜਾਂ ਲੜ ਪੈਂਦੇ ਆ ਜਾਂ ਭੱਜ ਜਾਂਦਾ, ਇਸ ਕਰਕੇ ਇਹਨਾਂ ਨੂੰ ਸਿਆਣੇ ਬੰਦਿਆਂ 'ਚ ਪਾਇਆ, ਥੋੜ੍ਹਾ ਜਿਹਾ ਨਿਗਾਹ 'ਚ ਰਹਿੰਦਾ ਜੀ। ਬਾਕੀ ਸਾਡੇ CCTV ਕੈਮਰੇ ਲੱਗੇ ਹੋਏ ਨੇ ਜੀ, 24 ਘੰਟੇ ਕੈਮਰੇ ਦੀ ਨਿਗਾਹ ਦੇ ਵਿੱਚ ਅਸੀਂ ਇਹਨਾਂ ਨੂੰ ਰੱਖ ਰਹੇ ਹਾਂ। ਬਾਕੀ ਜੀ ਦੇਖੋ ਇੰਨਾ ਸੋਹਣਾ ਬੱਚਾ, ਵਾਹਿਗੁਰੂ ਨੇ ਕਿੱਦਾਂ ਦਾ ਇੱਕ ਕਰਮ ਰੋਗ ਆ ਜੀ, ਪੁਰਾਣਾ ਕੋਈ ਮਾੜਾ ਕਰਮ ਕੀਤਾ ਹੋਇਆ ਜੀ। ਇਹ ਬੱਚਾ ਜੀ, ਇਹਦੀ ਮਾਤਾ ਨੂੰ ਕੈਂਸਰ ਸੀਗਾ, ਚੜ੍ਹਾਈ ਕਰ ਗਿਆ, ਦੁਰਾਹੇ ਦੇ ਕੋਲੇ ਦਾ ਪਿੰਡ ਸੀਗਾ। ਇਹ ਵੀ ਬੜੀ ਤਰਸਯੋਗ ਹਾਲਤ ਦੇ ਵਿੱਚ ਫਿਰਦਾ ਸੀਗਾ। ਵਾਹਿਗੁਰੂ ਨੇ ਸਾਡੇ ਤੋਂ ਸੇਵਾ ਲਈ ਹੈ, 2 ਸਾਲ ਦੇ ਕਰੀਬ ਸਾਡੇ ਕੋਲ ਰਹਿ ਰਿਹਾ। ਮੈਂ ਜਲਦੀ ਇਹਨਾਂ ਬਾਰੇ ਤੁਹਾਨੂੰ ਦੱਸਣਾ ਚਾਹਾਂਗਾ। ਇਸੇ ਤਰ੍ਹਾਂ ਜੀ ਇਹ ਸਾਡਾ ਬੱਚਾ, ਇਹਨੂੰ ਵੀ 2-2.5 ਸਾਲ ਹੋ ਗਏ, ਇਹਦੀ ਮਾਤਾ ਨੂੰ ਕੈਂਸਰ ਸੀਗਾ। ਇਹ ਵੀ ਬੜੀ ਤਰਸਯੋਗ ਹਾਲਤ ਦੇ ਵਿੱਚ 2-2.5 ਸਾਲ। ਜਿਸ ਦਿਨ ਦਾ ਇਹ ਆਇਆ ਇਹਦੇ ਕੋਲ ਵੀ ਨਟਾਂ ਦਾ ਡੱਬਾ। ਇਹ ਮੰਦਬੁੱਧੀ ਨਟ ਨਹੀਂ, ਬਸ ਇਹ ਛੱਡਣੇ ਨਹੀਂ। ਨਟੇ ਪਾ ਲੈਣੇ ਆ, ਨਟੇ ਵਿੱਚ ਕੱਢ ਲੈਣੇ ਆ, ਨਟ ਪਾ ਲੈਣੇ। 2.5 ਸਾਲ ਹੋ ਗਏ ਬਸ ਇਹਨੇ ਨਟਾਂ ਨਾਲ ਹੀ ਖੇਡੀ ਜਾਣਾ। ਤੇ ਉਸ ਤੋਂ ਬਾਅਦ ਜੀ ਇਹ ਬੰਦਾ ਅਸੀਂ ਰੋਡ ਦੇ ਵਿੱਚ ਫਿਰਦਾ ਸੀ, ਸਿਰ ਤੇ ਜਟਾਵਾਂ ਬੜੀਆਂ। ਤੇ ਸੰਗਤਾਂ ਨੂੰ ਮੈਂ ਬੇਨਤੀਆਂ ਕਰਦਾ ਵੀ ਸੰਗਤ ਜੀ, ਜੇ ਤੁਸੀਂ ਦਾਨ ਨਹੀਂ ਦੇ ਸਕਦੇ ਤਾਂ ਇੱਕ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ, ਕਿਉਂਕਿ ਹੋ ਸਕਦਾ ਇਹਨਾਂ ਦੇ ਘਰ ਦੇ ਮਿਲ ਜਾਣ, ਉਹਦਾ ਪੁੰਨ ਤੁਹਾਨੂੰ ਮਿਲਣਾ। ਜਿਹਦੇ ਵੀ ਸ਼ੇਅਰ ਕਰਿਆ ਪੁੰਨ ਮਿਲੂਗਾ। ਇੱਦਾਂ ਹੀ ਜਿਹੜੇ ਕਈ ਘਰ ਲੱਭੇ ਆ, ਇਹ ਬੰਦਾ ਨਾ ਜੀ ਰੋਡ ਦੇ ਉੱਤੋਂ ਸਾਨੂੰ ਮਿਲਿਆ ਸੀ, ਸਿਰ ਦੇ ਉੱਪਰ ਜਟਾਵਾਂ, ਬੜਾ ਮਾੜਾ ਇਹਦਾ ਹਾਲ। ਇੱਕ ਮੈਂ ਹੋਰ ਤੁਹਾਨੂੰ ਕੌਤਕ ਦਿਖਾਉਣਾ।
ਵੀ ਇਹ ਬੰਦਾ ਨਾ ਬੀੜੀਆਂ ਬੜੀਆਂ ਪੀਂਦਾ ਸੀਗਾ, ਇਹਦੀ ਬੀੜੀ ਬਿਨਾਂ ਇਹਦੀ ਜਾਨ ਨਿਕਲਦੀ ਸੀਗੀ। ਤੇ ਦੇਖੋ ਹੁਣ ਸਾਪਾਂ ਤਾਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਬੱਚੇ ਆ, ਬੀੜੀ ਤੋਂ ਉਦਾਂ ਹੀ ਨਫ਼ਰਤ ਕਰਦੇ। ਇਹ ਮੈਨੂੰ ਕਹਿੰਦੇ ਇਹ ਤਾਂ ਜੀ ਬੀੜੀ ਬਿਨਾਂ ਮਰਦਾ, ਮੈਂ ਸਾਈਡ ਤੇ ਲਿਜਾ ਕੇ ਪਿਲਾ ਦਿਆ ਕਰੋ। ਚਲੋ ਇੱਥੇ ਸਾਡੇ ਲੇਬਰ ਕੰਮ ਕਰਦੀ ਰਹਿੰਦੀ ਆ, ਪੀ ਲੈਂਦਾ ਸੀ। ਫਿਰ ਮੈਂ ਅਰਦਾਸ ਕਰੀ, ਮੈਂ ਕਿਹਾ ਸੱਚੇ ਪਾਤਸ਼ਾਹ ਇੱਦਾਂ ਸੇਵਾ ਤਾਂ ਕਰ ਸਕਦੇ ਆ, ਪਰ ਆਪਣੇ ਹੱਥੀਂ ਕਿਸੇ ਨੂੰ ਬੀੜੀਆਂ ਦੇਣੀਆਂ ਜਾਂ ਕਹਿਣਾ, ਮੈਂ ਕਿਹਾ ਮੇਰਾ ਮਨ ਦੁਖਦਾ ਵੀ ਤੂੰ ਹੀ ਕੋਈ ਕਿਰਪਾ ਵਰਤਾ। ਦੂਸਰੇ ਦਿਨੇ ਅਸੀਂ ਕੌਤਕ ਵਰਤ ਗਿਆ, ਇਹਦੇ ਲਵੇ ਜਦੋਂ ਬੀੜੀ ਕੋਈ ਲਾਉਂਦਾ ਇਹ ਕਿਲੋਮੀਟਰ ਦੂਰ ਭੱਜ ਜਾਂਦਾ। ਬੀੜੀ ਤੋਂ ਇੰਨੀ ਇਹਨੂੰ ਨਫ਼ਰਤ ਹੋ ਗਈ। ਇਹ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਮੰਨ ਵੀ ਲੈਂਦੇ ਆਪਣੇ ਬੱਚਿਆਂ ਦੀ, ਜਦੋਂ ਮਹਾਰਾਜ ਮਿਹਰ ਕਰਦੇ। ਇਹਨਾਂ ਦੀ ਸੇਵਾ ਕਰਕੇ ਇਹ ਨਹੀਂ ਹੈ ਬੜੇ ਬੰਦੇ ਬਾਹਰ ਚਲੇ ਗਏ, ਇਹਨਾਂ ਨੂੰ ਲੰਗਰ ਛਕਾ ਕੇ ਬੜੇ ਬੰਦਿਆਂ ਨੇ ਬਿਮਾਰੀਆਂ ਕੱਟੀਆਂ ਗਈਆਂ। ਦੇਖੋ ਇੱਥੇ ਨਾ ਕੋਈ ਪਖੰਡ ਨਹੀਂ ਹੈ। ਅਰਦਾਸ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਦੇ ਵਿਹੜੇ ਦੇ ਵਿੱਚ, ਉਹਨਾਂ ਦੇ ਘਰ ਦੇ ਵਿੱਚ ਜਦੋਂ ਕਿਸੇ ਨੂੰ ਵੀ ਕੋਈ ਦੁੱਖ ਤਕਲੀਫ ਆਉਂਦੀ ਆਪਾਂ ਅਰਦਾਸ ਕਰਦੇ ਹਾਂ। ਉਹ ਜਦੋਂ ਆਪਾਂ ਇਹਨਾਂ ਬੱਚੇ ਬਜ਼ੁਰਗਾਂ ਦਾ ਜਦੋਂ ਆਪਾਂ ਢਿੱਡ ਭਰਦੇ ਹਾਂ, ਇਹਨਾਂ ਦੀਆਂ ਦੁਆਵਾਂ ਤੁਹਾਡੇ ਕਾਰਜ ਸਵਾਰ ਦਿੰਦੀਆਂ ਨੇ। ਹਾਂਜੀ ਬਾਬਾ ਜੀ, ਮੈਂ ਪੁੱਛਣਾ ਚਾਹੁੰਦਾ ਵਾਂ ਕਿ ਇੱਥੇ ਜਿਹੜੇ ਜਿਵੇਂ ਆਪਾਂ ਦੱਸ ਰਹੇ ਹਾਂ ਕਿ ਕੋਈ ਦੇ ਮਾਤਾ ਪਿਤਾ ਜਿਹੜੇ ਆ ਉਹ ਨਹੀਂ ਹੈਗੇ ਜਾਂ ਕੋਈ ਨੇ ਛੱਡ ਦਿੱਤਾ, ਜਿਹੜੇ ਬਜ਼ੁਰਗ ਨੇ ਉਹਨਾਂ ਦੇ ਵੀ ਕੁਝ ਇਸ ਤਰ੍ਹਾਂ ਦੇ ਹੈਗੇ ਬਜ਼ੁਰਗ ਜਿਨ੍ਹਾਂ ਦੇ ਜਿਹੜੇ ਬੱਚੇ ਆ ਉਹਨਾਂ ਨੇ ਉਹਨਾਂ ਦੀ ਸਾਂਭ ਸੰਭਾਲ ਨਹੀਂ ਕੀਤੀ, ਜੇ ਤੁਹਾਡੇ ਕੋਲ ਪਹੁੰਚੇ ਆ? ਇੱਕ ਦੋ ਹੈਗੇ ਜੀ ਇੱਦਾਂ ਦੇ ਬੰਦੇ, ਬਾਕੀ ਜਿਨ੍ਹਾਂ ਦੇ ਬੱਚੇ ਸਾਡੇ ਕੋਲ ਕੇਸ ਆ ਜਾਂਦੇ ਨੇ, ਪਰ ਜੇ ਉਹਨਾਂ ਦੇ ਬੱਚੇ ਹੈ ਤਾਂ ਅਸੀਂ ਉਹਨਾਂ ਨੂੰ ਸਮਝਾਉਂਦੇ ਹਾਂ ਵੀ ਤੁਸੀਂ ਸਾਂਭੋ। ਜੇ ਉਹ ਨਹੀਂ ਸਾਂਭਦੇ ਉਹਨਾਂ ਨੂੰ ਅਸੀਂ ਇਹ ਵੀ ਕਹਿੰਦੇ ਹਾਂ ਵੀ ਤੁਹਾਡੇ 'ਤੇ ਕਾਨੂੰਨੀ ਕਾਰਵਾਈ ਹੋਵੇਗੀ, ਨਹੀਂ ਸਾਂਭੋ। ਅਸੀਂ ਜ਼ਿਆਦਾ ਸਾਡੇ ਕੋਲੇ ਉਹ ਨੇ ਜਿਨ੍ਹਾਂ ਦੇ ਘਰ-ਬਾਰ ਦਾ ਪਤਾ ਹੀ ਹੈ ਨਹੀਂ ਕੁਛ, ਤੇ ਕਿਉਂਕਿ ਬੜੇ ਬੱਚੇ ਇੱਦਾਂ ਹੁੰਦੇ ਵੀ ਘਰੋਂ ਕੱਢ ਵੀ ਦਿੰਦੇ ਆ, ਕਈਆਂ ਦਾ ਪਤਾ ਹੀ ਹੈ ਨਹੀਂ, ਚਲੋ ਉਹਨਾਂ ਦਾ ਕੀ ਕਰ ਸਕਦੇ ਆ। ਇਹ ਵੀਡੀਓ ਜਦੋਂ ਸ਼ੇਅਰ ਹੋ ਸਕਦਾ ਉਹਨਾਂ ਦੇ ਘਰ ਦੇ ਮਿਲ ਜਾਣ। ਇਹ ਬੰਦਾ ਜੀ ਆਪਣਾ ਇਹਦਾ ਵੀ ਪਤਾ ਨਹੀਂ ਰੋਡ ਤੋਂ ਮਿਲਿਆ ਹੈਗਾ, ਇਹ ਜਿੱਦਾਂ ਮਹੰਤ ਨਹੀਂ ਹੁੰਦੇ ਉਹ ਉਸ ਟਾਈਪ ਦਾ ਨੌਜਵਾਨ ਆ, ਤੇ 100% ਹੀ ਮੰਦਬੁੱਧੀ ਹੈ, ਕਿਰਿਆ ਕਰਨ ਦਾ ਨਹੀਂ ਪਤਾ, ਕੂਕਾਂ ਮਾਰੀ ਜਾਣੀਆਂ ਸਾਰਾ ਦਿਨ। ਸਭ ਸੰਗਤ ਦੇ ਸਹਿਯੋਗ ਨਾਲ ਜੀ ਇਹਦੇ ਬਾਰੇ ਪਹਿਲਾਂ ਦੱਸ ਕੁਛ ਇੱਕ ਮਰੀਜ਼ ਵਗੈਰਾ ਪਏ ਨੇ, ਤੇ ਇਹ ਜਿਹੜਾ ਸਾਡਾ ਜੀ ਨੌਜਵਾਨ, ਮੈਂ ਕਹਿਣਾ ਵੀ ਇਹ ਤੇ ਕੈਮਰਾ ਮਾਰਿਆ ਜਾਵੇ, ਇਹ ਸਾਨੂੰ ਨਵੇਂ ਗਾਉਂ ਤੋਂ ਮਿਲਿਆ। ਸਭ ਤੋਂ ਵੱਡੀ ਸਟੋਰੀ ਗੁਰੂ ਦੀ ਸੰਗਤ ਇਹ ਆ ਵੀ ਇਹ ਬੰਦਾ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦਾ ਅਸਥਾਨ ਹੈ ਨਵੇਂ ਗਾਉਂ। 3 ਦਿਨ ਗੁਰਦੁਆਰਾ ਸਾਹਿਬ ਦੇ ਮੂਹਰੇ ਬੈਠਾ ਰਿਹਾ, ਗੁਰਦੁਆਰੇ ਵਾਲੇ ਨੇ ਕਿਸੇ ਨੇ ਵੀ ਚੱਕ ਕੇ ਅੰਦਰ ਤੱਕ ਨਹੀਂ ਕੀਤਾ। ਇੱਥੋਂ ਤੱਕ ਕਹਿ ਦਿੱਤਾ, ਕਹਿੰਦੇ ਯਾਰ ਗੰਦ ਪਾਉਂਦਾ, ਸਾਹਮਣੇ ਦਾ ਕੋਈ ਫਾਹਾ ਵੱਢ ਕੇ ਆਓ। ਉੱਥੋਂ ਦੇ ਕੋਈ ਨੌਜਵਾਨ ਸਰਪੰਚ ਸੀਗਾ, ਉਹ ਸਾਡੇ ਕੋਲ ਛੱਡ ਕੇ ਆਏ ਨੇ। ਗੁਰੂ ਕੀ ਸੰਗਤ ਇਹਨੂੰ ਦੂਰ ਤੱਕ ਪਹੁੰਚਾਓ। ਹੋ ਸਕਦਾ ਕਿਸੇ ਮਾਂ ਦਾ ਪੁੱਤ ਗਵਾਚਿਆ ਹੋਵੇ, ਮਾਂ ਕਿਤੇ ਪਾਗਲ ਹੋਈ ਬੈਠੀ ਹੋਵੇ, ਮੇਰਾ ਪੁੱਤ ਕਿੱਧਰ ਗਿਆ, ਹੋ ਸਕਦਾ ਇਹਦੇ ਘਰ ਦੇ ਮਿਲ ਜਾਣ। ਜ਼ਰੂਰ ਤੁਸੀਂ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰੋ। ਕੁਛ ਇਹ ਨੇ ਜੀ ਜਿਨ੍ਹਾਂ ਦੇ ਕੀੜੇ ਤੱਕ ਪੈ ਗਏ, ਬਾਕੀ ਕੁਛ ਇੰਨੇ ਇੱਦਾਂ ਦੀ ਜਿਹੜੀ ਹਾਲਤ ਆ ਜੀ ਵਿੱਚ, ਇਹ ਬਾਪੂ ਜੀ ਵਿਚਾਰੇ ਇੱਦਾਂ ਸਾਨੂੰ ਮਿਲੇ ਆ, ਤੇ ਬੜੀ ਤਰਸਯੋਗ ਹਾਲਤ ਦੇ ਵਿੱਚ ਸਾਨੂੰ ਮਿਲੇ ਆ। ਕੁਛ ਇੱਦਾਂ ਦੇ ਵੀ ਹੈ ਬੰਦੇ ਵੀ ਜਿਨ੍ਹਾਂ ਨੂੰ ਅਸੀਂ ਤੁਹਾਨੂੰ ਦਿਖਾ ਵੀ ਨਹੀਂ ਸਕਦੇ, ਕਿਉਂਕਿ ਕਈ ਵਾਰ ਫੇਸਬੁੱਕ ਉਹ ਚੀਜ਼ ਨੂੰ ਬੰਦ ਕਰ ਦਿੰਦੀ ਆ ਮੀਡੀਆ। ਸਾਡੇ ਕੋਲ ਕੋਡ ਤੱਕ ਦੇ ਰੋਗੀ, ਇੱਕ ਨਾ ਜਿੱਦਾਂ ਸਾਡੀ ਵੀਡੀਓ ਕਿਸੇ ਚੈਨਲ ਨੇ ਬਣਾਈ ਸੀਗੀ, ਅਸੀਂ ਉਹਦੇ ਉੱਤੇ ਨਾ ਬਜ਼ੁਰਗ ਦੇ ਕੱਪੜੇ ਲਾ ਕੇ ਦਿਖਾ ਦਿੱਤੇ, ਉਹ ਵੀ ਚੈਨਲ ਹੀ ਬੰਦ ਕਰਤਾ ਸੀ। ਕੋਡ ਤੱਕ ਦਾ ਰੋਗ ਸੀਗਾ, ਕਈਆਂ ਦੇ ਮੂੰਹ ਤੱਕ ਗਲੇ ਹੋਏ ਸੀਗੇ। ਤੇ ਇੱਦਾਂ ਜਿਹੜੀਆਂ ਮਾਵਾਂ ਸਾਡੀਆਂ ਪਈਆਂ ਜਿੱਦਾਂ, ਇਹ ਸਾਡੀ ਮਾਤਾ 80-85 ਸਾਲ ਦੀ ਉਮਰ ਹੈ ਜੀ, ਮੰਦਬੁੱਧੀ ਆ। ਇਹਨਾਂ ਦੇ ਬੱਚਿਆਂ ਦਾ ਨਹੀਂ ਪਤਾ। ਸਾਡੇ ਕੋਲੇ 2-2.5 ਸਾਲ ਹੋ ਗਏ ਆਈ ਨੂੰ। ਇਹ ਜਿਸ ਦਿਨ ਤੋਂ ਆਈ ਆ ਅੱਜ ਤੱਕ ਇਹਨੇ ਆਪਣੀ ਕਿਰਿਆ ਜਿਹੜੀ ਲੈਟਰਿਨ ਬਾਥਰੂਮ ਦੇ ਵਿੱਚ ਨਹੀਂ ਕੀਤੀ, ਇਹਨੇ ਵਿੱਚੇ ਕਰਨੀ ਆ। ਤੇ ਇਹਦੇ ਕੱਪੜੇ ਲਾ ਕੇ ਇਹਨੂੰ ਨਵਾਉਣਾ ਪਾਉਣਾ, ਇਹਨੂੰ ਬਿਲਕੁਲ ਹੀ ਮੰਦਬੁੱਧੀ ਆ। ਮੈਂ ਸਾਗ ਧਰਨਾ, ਮੈਂ ਅੱਡੇ ਤੇ ਮੇਰੇ ਕੱਪੜੇ ਪਏ ਨੇ, ਤੂੰ ਸ਼ਰਾਬ ਨਾਲ ਰੱਜ ਕੇ ਆ ਗਿਆ, ਤੂੰ ਸ਼ਰਾਬ ਉਹ ਆ, ਇੱਦਾਂ ਗੱਲਾਂ ਮਾਰੀ ਜਾਣੀਆਂ। ਵੀ ਮੈਨੂੰ ਸਾਗ ਧਰ ਲੈਣ ਦਿਓ। ਉਹੀ ਪੁਰਾਣੇ ਖਿਆਲਾਂ 'ਚ ਜਿੱਥੋਂ ਮੰਦਬੁੱਧੀ ਵਿਚਾਰੇ ਡਿਪਰੈਸ਼ਨ ਨਾਲ ਪਾਗਲ ਹੋ ਗਏ ਹਨ। ਕਈ ਇੱਦਾਂ ਵਿਚਾਰੇ ਬਜ਼ੁਰਗ ਬੱਚੇ ਜਿਹੜੇ ਮਿਲੇ ਜਿਨ੍ਹਾਂ ਨੂੰ ਕੁੱਟਿਆ ਤੱਕ ਗਿਆ, ਰੋਡਾਂ ਦੇ ਉੱਤੇ ਲਾਸ਼ਾਂ ਪਈਆਂ ਹੋਈਆਂ। ਹੁਣ ਤੁਸੀਂ ਵੀਰ ਜੀ ਸੋਚ ਕੇ ਦੇਖੋ, ਜੇ ਇੱਦਾਂ ਬੰਦੇ ਕਹਿ ਦਿੰਦੇ ਆ ਵੀ ਸੰਸਥਾ ਨਹੀਂ ਬਣਨੀਆਂ, ਜੇ ਸੋਚੋ ਵੀ ਜੇ ਸੰਸਥਾ ਨਹੀਂ ਹੋਣਗੀਆਂ, ਇੱਦਾਂ ਦੇ ਬਜ਼ੁਰਗਾਂ ਨੂੰ ਨਹੀਂ ਸਾਂਭਣਗੀਆਂ, ਤਾਂ ਇਹ ਕਿੱਥੇ ਪੈਣਗੇ? ਇਹ NRI ਵੀਰੋ, ਜਿਹੜੀਆਂ ਤੁਸੀਂ ਗੱਡੀਆਂ ਚਲਾਈ ਫਿਰਦੇ ਹੋ ਰੋਡਾਂ ਦੇ ਉੱਪਰ, ਇਹ ਤੁਹਾਡੀਆਂ ਗੱਡੀਆਂ 'ਚ ਵੱਜਦੇ ਫਿਰਨਗੇ। ਇਸ ਕਰਕੇ ਵੀ ਜੋ ਵੀ ਜਿੰਨੀ ਕੁ ਸੇਵਾ ਕਰਦਾ ਉਹਦਾ ਹੌਸਲਾ ਵਧਾਇਆ ਕਰੋ। ਇੱਕ ਮੈਂ ਹੋਰ ਬੇਨਤੀ ਕਰਨੀ ਚਾਹੁੰਦਾ ਜੀ, ਵੀ ਇਹ ਮੇਰੀ ਬੇਨਤੀ ਹੈ ਜੀ, ਜ਼ਰੂਰ ਮੈਂ ਅੱਜ ਤੱਕ ਕਿਸੇ ਦੀ ਨਿੰਦਿਆ ਨਹੀਂ ਕੀਤੀ, ਪਰ ਜੋ ਸੱਚਾਈ ਆ ਮੈਂ ਤੁਹਾਨੂੰ ਦੱਸਦਾ। ਗੁਰਦੁਆਰੇ ਕਿਉਂ ਬਣੇ ਸੀ? ਗੁਰਦੁਆਰੇ ਬਣੇ ਸੀ ਵੀ ਜਦੋਂ ਕਿਸੇ ਨੂੰ ਭੁੱਖ ਲੱਗੂਗੀ, ਉਹਦੇ ਕੋਲੇ ਛਕਣ ਨੂੰ ਪ੍ਰਸ਼ਾਦਾ ਨਹੀਂ, ਉਹ ਆਲੇ ਦੁਆਲੇ ਦੇਖ ਲਵੇ, ਜਿੱਥੇ ਵੀ ਨਿਸ਼ਾਨ ਸਾਹਿਬ ਝੂਲਦਾ ਉੱਥੇ ਉਹਨੂੰ ਪ੍ਰਸ਼ਾਦਾ ਮਿਲੇਗਾ।
ਜੇ ਕਿਸੇ ਦੇ ਤਣ ਤੇ ਕੱਪੜਾ ਨਹੀਂ, ਉਹ ਆਲੇ ਦਾਲੇ ਨਿਸ਼ਾਨ ਸਭ ਝੂਲਦਾ ਦੇਖ ਲੇ, ਉੱਥੇ ਉਹਦੇ ਤਣ ਤੇ ਕੱਪੜਾ ਦੇਣ ਵਾਲੇ ਬੈਠੇ ਹੋਣਗੇ। ਜੇ ਕੋਈ ਬਿਮਾਰ ਆ, ਦਵਾਈ ਨਹੀਂ, ਉਹਨੂੰ ਪੈਸੇ ਨਹੀਂ ਹੈ, ਕੋਈ ਬਿਮਾਰ ਹੈ, ਉਹ ਆਲੇ ਦਾਲੇ ਨਿਸ਼ਾਨ ਸਭ ਝੂਲਦਾ ਦੇਖ ਲਵੇ, ਉੱਥੇ ਉਹਨੂੰ ਦਵਾਈ ਦਵਾਉਣ ਵਾਲੇ ਬੈਠੇ ਹੋਣਗੇ। ਜੇ ਕਿਸੇ ਕੋਲੇ ਰਹਿਣ ਨੂੰ ਛੱਤ ਨਹੀਂ, ਉਹ ਬੰਦਾ ਨਿਸ਼ਾਨ ਸਭ ਝੂਲਦਾ ਵੇਖ ਲਵੇ, ਜਿੱਥੇ ਵੀ ਝੂਲਦਾ ਉੱਥੇ ਪਹੁੰਚ ਜਾਵੇ, ਉਹਦੀ ਰਾਤ ਵੀ ਕਟਾਉਣਗੇ, ਉਹਨੂੰ ਸਿਰ ਤੇ ਛੱਤ ਵੀ ਦੇਣਗੇ। ਕਿਸੇ ਧੀ ਭੈਣ ਦੀ ਕੋਈ ਇੱਜ਼ਤ ਲੁੱਟਦਾ, ਕਿਸੇ ਗਰੀਬ ਤੇ ਕੋਈ ਜ਼ੁਲਮ ਕਰਦਾ, ਉਹ ਆਲੇ ਦਾਲੇ ਨਿਗਾਹ ਮਾਰੇ, ਜਿੱਥੇ ਵੀ ਨਿਸ਼ਾਨ ਸਾਹਿਬ ਝੂਲਦਾ ਉੱਥੇ ਪਹੁੰਚ ਜਾਵੇ, ਉੱਥੇ ਗੁਰੂ ਗੋਬਿੰਦ ਸਿੰਘ ਦਾ ਪੁੱਤ ਬੈਠਾ ਹੋਏਗਾ, ਬਾਬੇ ਦੀਪ ਸਿੰਘ ਵਰਗਾ। ਉਹ ਉਸ ਭੈਣ ਦੀ, ਗਰੀਬ ਦੀ, ਧੀ ਦੀ ਰੱਖਿਆ ਕਰੇਗਾ, ਮਜਲੂਮ ਦੀ ਰਾਖੀ ਕਰੇਗਾ। ਮੈਂ ਤੁਹਾਨੂੰ ਪੁੱਛਦਾ, ਹੈ ਕੋਈ ਗੁਰਦੁਆਰਾ ਇੱਦਾਂ ਜਿੱਥੇ ਅੱਜ ਇਹ ਕੰਮ ਹੋ ਰਿਹਾ? ਅਸੀਂ ਅੱਧ ਤੋਂ ਜ਼ਿਆਦਾ ਬਜ਼ੁਰਗ ਬੱਚੇ ਗੁਰਦੁਆਰਿਆਂ ਦੇ ਮੂਹਰੋਂ ਚੱਕ ਕੇ ਲੈ ਕੇ ਆਏ ਹਾਂ, ਜਿੱਥੇ 300 ਕਿੱਲਾ ਜ਼ਮੀਨਾਂ ਸੀ ਗੁਰਦੁਆਰਿਆਂ ਦੇ ਕੋਲ। ਵੀਰੋ ਮੈਂ ਕਹਿੰਦਾ ਵੀ ਇਹ ਸਰੀਰ ਆ ਜਿਹੜਾ, ਇਹ ਉਹ ਗੁਰਦੁਆਰਾ, ਇਹਦੇ ਵਿੱਚ ਜਿਹੜਾ ਪ੍ਰਮਾਤਮਾ ਬੈਠਾ ਉਹਨਾਂ ਨੂੰ ਖੁਸ਼ ਕਰੋ। ਇਹ ਬੰਦਾ ਜੀ ਸਾਨੂੰ ਖੰਡਰ ਦੇ ਵਿੱਚੋਂ ਮਿਲਿਆ ਸੀਗਾ, ਕੋਈ ਬੰਦੇ ਸੀਗੇ ਉਹ ਛੱਡ ਕੇ ਗਏ ਸੀ, ਇਹਦੇ ਪੈਰਾਲਾਈਜ਼ ਦਾ ਅਟੈਕ ਹੋਇਆ, ਤੁਰ ਨਹੀਂ ਸਕਦਾ, ਤੇ ਇਹਦਾ ਬਾਂਹ ਜੁੜੀ ਹੋਈ ਆ, ਇੱਕ ਪਾਸਾ ਖੜਾ, ਕਿਰਿਆ ਉੱਪਰ ਕਰਨੀ, ਬੜਾ ਬੁਰਾ ਹਾਲ ਆ ਜੀ। ਆਹ ਬੰਦੇ ਦੀ ਵੀ ਤੁਹਾਨੂੰ ਸਟੋਰੀ ਦੱਸਦਾ। ਸ਼ੇਰਾਂ ਵਾਲੇ ਗੇਟ ਪਟਿਆਲੇ ਜੀ ਇਹ ਬੰਦਾ 3 ਮਹੀਨੇ ਪਿਆ ਰਿਹਾ। ਕੋਈ ਸੰਸਥਾ ਵਾਲੇ ਵੀਰ ਸੀ, ਉਹਨਾਂ ਨੇ ਸਾਨੂੰ ਦੱਸਿਆ ਸੀ ਇਹਦੇ ਸਿਰ ਤੇ ਵੀ ਬੜੀਆਂ ਚੰਮ ਜੂਆਂ ਪਈਆਂ, ਪਿੰਡੇ ਤੇ ਵੀ ਪਈਆਂ, ਇੱਥੇ ਪਿੱਠ ਦੇ ਵਿੱਚ ਇਹਦੇ ਜ਼ਖਮ ਹੋਇਆ ਪਿਆ, ਕਿਉਂਕਿ 3 ਮਹੀਨੇ ਜਿਹੜੀ ਇਹ ਲੈਟਰਿੰਗ ਬਾਥਰੂਮ ਵਿੱਚ ਹੀ ਕਰਦਾ ਰਿਹਾ। ਇੰਨੀ ਗੰਦੀ ਸਮੈਲ ਮਾਰਦੀ ਸੀ, ਇੰਨੀ ਗੰਦੀ ਸਮੈਲ ਮਾਰਦੀ ਸੀ, ਗੱਲਾਂ ਹੀ ਛੱਡ ਦਿਓ। ਤੇ ਬਹੁਤ ਜ਼ਿਆਦਾ ਇੱਥੋਂ ਤੱਕ ਕਿ ਆਪਣੀ ਗੰਦਮੰਦ ਵੀ ਬੰਦਾ ਖਾ ਲੈਂਦਾ ਸੀਗਾ। ਅਸੀਂ ਚੱਕ ਕੇ ਉਰੇ ਸਾਡੇ ਤੱਕ ਪਹੁੰਚਦਾ ਕੀਤਾ ਬੰਦਿਆਂ ਨੇ, ਇਹਦੀ 3 ਮਹੀਨੇ ਲੱਤਾਂ ਦੀ ਮਾਲਿਸ਼ ਕਰੀ। ਅੱਜ ਇਹ ਬੰਦਾ ਇਹ ਸਟੈਂਡ ਨਾਲ ਚੱਲ ਕੇ, ਬਾਕਰ ਨਾਲ ਚੱਲ ਕੇ ਲੈਟਰਿੰਗ ਬਾਥਰੂਮ ਤੱਕ ਪਹੁੰਚ ਜਾਂਦਾ, ਰੋਟੀ ਖਾਂਦਾ, ਤੇ ਬੜੀ ਤਰਸਯੋਗ ਨਾਲ ਜੀ ਇਹ ਪਿਆ ਜੀ। ਜਿੱਦਾਂ ਆ ਸਾਡਾ ਵੀਰ ਆ ਜਿਹੜਾ, ਇਹ ਬੰਦਾ, ਇਹਦੇ ਵੀ ਮਾਤਾ ਨੂੰ ਕੈਂਸਰ ਸੀ, ਚੜ੍ਹਾਈ ਕਰ ਗਿਆ, 100% ਮੰਦਬੁੱਧੀ ਆ। ਸਾਡੇ ਕੋਲੇ ਰਹਿ ਰਹੇ ਨੇ ਜੀ ਬੜੇ ਵਿਚਾਰੇ ਇੱਦਾਂ। ਉਹ ਸਾਡਾ ਬਾਪੂ ਪਿਆ ਇਹਦੇ ਵੀ ਰੋਡ ਦੇ ਵਿੱਚ ਪਿਆ ਸੀ। ਇਹਦਾ ਇੱਕ ਭਰਾ ਸੀ, ਫਾਜ਼ਿਲਕਾ ਦਾ ਏਰੀਆ ਸੀ, ਕੋਈ ਭੈਣ ਸਾਡੇ ਕੋਲ ਛੱਡ ਕੇ ਗਈ ਸੀਗੀ। ਇਹਦੇ 15-16 ਸਾਲ ਰੋਡ 'ਤੇ ਪਿਆ ਰਿਹਾ। ਇਹਦੇ ਭਾਈ ਨੂੰ ਫੋਨ ਕੀਤਾ ਵੀ ਤੇਰੇ ਬੰਦੇ ਨੂੰ ਜੇ ਤੂੰ ਨਹੀਂ ਸਾਂਭ ਸਕਦਾ, ਤੇਰੇ ਭਰਾ ਨੂੰ, ਤਾਂ ਅਸੀਂ ਕਿਸੇ ਸੰਸਥਾ 'ਚ ਛੱਡ ਦਈਏ। ਉਹ ਕਹਿੰਦਾ ਛੱਡ ਦਿਓ, ਕਹਿੰਦੇ ਦੇਖ ਲਾ, ਸੇਵਾ ਕਰ ਲਾ। ਕਹਿੰਦਾ ਮੇਰੇ ਕਿੰਨੇ ਤਾਂ ਭਾਵੇਂ ਜਿਉਂਦੇ ਨੂੰ ਅੱਗ ਲਾ ਦਿਓ, ਮੈਨੂੰ ਕੋਈ ਉਹ ਨਹੀਂ। ਉਹ ਸਾਡੇ ਕੋਲ ਛੱਡ ਕੇ ਗਏ ਜੀ। ਕਮਲ ਸੰਧੂ ਆ ਸਾਡਾ ਵੀਰ ਫਾਜ਼ਿਲਕਾ ਤੋਂ, ਉਹ ਵੀਰ ਛੱਡ ਕੇ ਗਏ। ਇੱਕ ਭੈਣ ਸੀ ਸਾਡੀ, ਦਾ ਨਾਮ ਮੇਰੇ ਭੁੱਲ ਗਿਆ ਮੈਂ। ਸੋ ਬਿਲਕੁਲ ਜਿਵੇਂ ਬਾਬਾ ਜੀ ਨੇ ਦੱਸਿਆ ਕਿ ਇਹ ਜਿਹੜੇ ਇੱਥੇ ਬਜ਼ੁਰਗ ਤੇ ਬੱਚੇ ਨੇ, ਕਿੱਥੋਂ ਕਿੱਥੋਂ, ਕਿਹੜੀ ਕਿਹੜੀ ਜਗ੍ਹਾ ਤੋਂ ਇੱਥੇ ਇਹਨਾਂ ਦੇ ਕੋਲ ਪਹੁੰਚੇ ਆ। ਬਹੁਤ ਬੁਰੇ ਹਾਲਾਤ ਕਈਆਂ ਦੇ, ਜਿਹੜੇ ਅਸੀਂ ਤੁਹਾਨੂੰ ਕੈਮਰੇ ਦੀ ਅੱਖ ਰਾਹੀਂ ਜਿਹੜੀਆਂ ਉਹਨਾਂ ਦੇ ਜ਼ਖਮ ਆ ਜਾਂ ਜੋ ਕੁਛ ਉਹਨਾਂ ਦੇ ਸਰੀਰ ਦੇ ਉੱਤੇ ਹੋਇਆ ਆ, ਉਹ ਨਹੀਂ ਦਿਖਾ ਸਕਦੇ। ਸੋ ਤੁਸੀਂ ਦੇਖਿਆ ਕਿ ਕਿਵੇਂ ਸਾਂਭ ਸੰਭਾਲ ਜਿਹੜੀ ਬਾਬਾ ਗੁਰਵਿੰਦਰ ਸਿੰਘ ਜੀ ਕਰ ਰਹੇ ਆ। ਸੋ ਇੱਥੇ ਜਿਹੜਾ ਹਾਲ ਆ ਉਹ ਵੀ ਬਣ ਰਿਹਾ ਆ, ਪਿੱਛੇ ਬੀਬੀਆਂ ਵਾਸਤੇ ਹਾਲ ਜਿਹੜਾ ਆ ਉਹ ਵੀ ਬਣ ਰਿਹਾ। ਸੋ ਇਸ ਤਰ੍ਹਾਂ ਦੇ ਕੇਸ ਜਿਹੜੇ ਆ ਉਹ ਬਾਬਾ ਜੀ ਹੋਰਾਂ ਦੇ ਕੋਲ ਜਿਹੜੇ ਆ ਉਹ ਪਹੁੰਚਦੇ ਰਹਿੰਦੇ ਆ, ਆਉਂਦੇ ਰਹਿੰਦੇ ਆ। ਸੋ ਸਾਂਭ ਸੰਭਾਲ ਸਾਰੀ, ਰੋਟੀ ਪਾਣੀ ਦਾ ਖਰਚਾ, ਉਹਨਾਂ ਦੇ ਰਹਿਣ ਦਾ ਸਾਰਾ ਪ੍ਰਬੰਧ, ਬਿਸਤਰਿਆਂ ਦਾ ਪ੍ਰਬੰਧ, ਕੰਬਲਾਂ ਦਾ ਪ੍ਰਬੰਧ, ਸਾਰਾ ਕੁਝ ਜਿਹੜਾ ਆ ਉਹ ਬਾਬਾ ਜੀ ਦੁਆਰਾ ਜਿਹੜਾ ਆ ਉਹ ਕੀਤਾ ਜਾਂਦਾ ਆ। ਅਤੇ ਤੁਸੀਂ ਇੱਥੇ ਆਪਣਾ ਸਿੱਖ ਚੈਨਲ ਦੇ ਰਾਹੀਂ ਦਸਵੰਧ ਜਿਹੜਾ ਉਹ ਵੀ ਭੇਜ ਸਕਦੇ ਹੋ। ਅਤੇ ਜੇ ਤੁਸੀਂ ਚਾਹੋ ਕਿ ਕੋਈ ਚੀਜ਼ ਖਰੀਦ ਕੇ ਦੇਣੀ ਆ, ਜਿਵੇਂ ਕੰਬਲ ਵੀ ਆ ਇੱਥੇ ਹੈਗੇ, ਹੋਰ ਵੀ ਬਹੁਤ ਸਾਰਾ ਸਮਾਨ ਜਿਹੜਾ ਵੀ ਜ਼ਰੂਰਤ ਦਾ ਸਮਾਨ ਇੱਥੇ ਉਹ ਵੀ ਦੇ ਸਕਦੇ ਹੋ। ਜੇ ਤੁਸੀਂ ਮਾਇਆ ਨਹੀਂ ਵੀ ਦੇਣਾ ਚਾਹੁੰਦੇ ਤਾਂ ਜਿਹੜਾ ਇਹਨਾਂ ਦਾ ਜ਼ਰੂਰਤ ਦਾ ਸਮਾਨ ਆ ਉਹ ਵੀ ਤੁਸੀਂ ਜਿਹੜਾ ਸਿੱਖ ਚੈਨਲ ਦੇ ਨਾਲ ਸੰਪਰਕ ਕਰਕੇ ਅਤੇ ਇਹਨਾਂ ਤੱਕ ਪਹੁੰਚਾ ਸਕਦੇ ਹੋ। ਬਾਬਾ ਜੀ ਇੱਥੇ ਮੈਂ ਦੇਖ ਰਿਹਾ ਕਿ ਇੱਥੇ ਮਿਸਤਰੀ ਜਿਹੜੇ ਆ ਉਹ ਲੱਗੇ ਹੋਏ ਆ, ਕੰਮ ਚੱਲ ਰਿਹਾ ਆ। ਇਹ ਲੈਟਰਿਨ ਬਾਥਰੂਮ ਬਣ ਰਿਹਾ ਜੀ? ਹਾਂਜੀ, ਇਹ ਸੰਗਤ ਦੇ ਸਹਿਯੋਗ ਨਾਲ ਜੀ ਕੁਛ ਕੰਮ ਸਾਡਾ ਹਜੇ ਬਾਕੀ ਆ, ਚੱਲ ਵੀ ਰਿਹਾ। ਤੇ ਇਹ ਜੀ ਆਪਣੇ 20 ਲੈਟਰਿੰਗ ਬਾਥਰੂਮ, 10 ਸਾਡੀਆਂ ਭੈਣਾਂ ਬੀਬੀਆਂ ਦੇ ਖਾਤਰ ਅਟੈਚ ਤੇ 10 ਸਾਡੇ ਬਜ਼ੁਰਗ ਬਾਬਿਆਂ ਦੇ ਖਾਤਰ ਅਟੈਚ। ਇਹ ਸਾਡੇ 20 ਲੈਟਰਿੰਗ ਬਾਥਰੂਮ। ਇੱਕ ਪਾਣੀ ਵਾਲੀ ਟੈਂਕੀ ਅਸੀਂ ਬਣਾਉਣੀ ਆ ਜੀ। ਤੇ ਬੇਗੋਵਾਲ ਵੀ ਸਾਡਾ ਜਿਹੜਾ ਆਸ਼ਰਮ ਬਣ ਰਿਹਾ, ਉੱਥੇ ਵੀ ਮਿਸਤਰੀ ਲੱਗੇ ਹੋਏ ਆ। ਤੇ ਤਕਰੀਬਨ ਸਾਡਾ 1 ਲੱਖ ਰੁਪਏ ਇੱਕ ਦਿਨ ਦਾ ਖਰਚਾ ਵਿੱਚ ਪਾ ਕੇ ਆ ਜਾਂਦਾ। ਹੁਣ ਸਾਡਾ ਇਸ ਮਹੀਨੇ ਦਾ ਖਰਚਾ 35 ਤੋਂ 40 ਲੱਖ ਰੁਪਈਆ ਆਇਆ ਜੀ। ਤੇ ਇਸੇ ਤਰ੍ਹਾਂ ਹੁਣ ਜਿਹੜਾ ਕੰਮ ਚੱਲ ਰਿਹਾ, ਜਿੱਦਾਂ 5-7 ਲੱਖ ਰੁਪਈਆ ਪਾਣੀ ਵਾਲੀ ਟੈਂਕੀ ਤੇ ਲੱਗਣਾ ਘੱਟੋ ਘੱਟ। ਮਿਸਤਰੀਆਂ ਦੀ ਵੀ ਲੇਬਰ ਜਿਹੜੀ 1.5 ਲੱਖ ਮਹੀਨੇ ਦੀ ਬਣ ਜਾਂਦੀ ਹੈ ਡੰਗਰਾਂ ਖਾਤਰ। ਕਿਉਂਕਿ ਇੱਕ ਹੋਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਜੀ, ਅਸੀਂ ਕੋਈ ਗਰਾਹੀ ਨਹੀਂ ਕਰਦੇ, ਇੱਥੋਂ ਤੱਕ ਕਿ ਵੀ ਅਸੀਂ ਡਾਲੀ ਵੀ ਨਹੀਂ ਕਰਦੇ।
ਅਸੀਂ ਆਪਣੀਆਂ ਮੱਝਾਂ ਰੱਖੀਆਂ ਨੇ, ਆਪਣੀਆਂ ਗਾਵਾਂ ਰੱਖੀਆਂ ਨੇ, ਅਸੀਂ ਉਹਨਾਂ ਦਾ ਦੁੱਧ ਜਿਹੜਾ ਹੱਥੀਂ ਖੇਤੀ ਕਰਕੇ ਹੱਥੀਂ ਦੁੱਧ ਪਾਲ ਕੇ ਜਿਹੜਾ ਇਹਨਾਂ ਨੂੰ ਪਿਲਾਉਂਦੇ ਆ। ਬਾਕੀ ਇਹ ਬਾਥਰੂਮ ਬਣ ਰਹੇ ਨੇ ਜੀ, ਮਟੀਰੀਅਲ ਦੀ ਘਾਟ ਕਰਕੇ ਸਾਡਾ ਕੰਮ ਕਈ ਵਾਰ ਬੰਦ ਹੋ ਜਾਂਦਾ ਹੈ। ਬਿਲਕੁਲ ਸੰਗਤਾਂ ਜਿਹੜੀਆਂ ਜ਼ਰੂਰ ਸਹਿਯੋਗ ਕਰਨਗੀਆਂ, ਕਿਉਂਕਿ ਸਾਰਾ ਕੁਝ ਉਹਨਾਂ ਨੂੰ ਦਿਖਾਇਆ ਹੈ ਕਿ ਕਿਵੇਂ ਤੁਸੀਂ ਇਹਨਾਂ ਲਵਾਰਸ ਤੇ ਮੰਦਬੁੱਧੀ ਬੱਚੇ ਤੇ ਬਜ਼ੁਰਗ ਜਿਹੜੇ ਆ ਉਹਨਾਂ ਦੀ ਸਾਂਭ ਸੰਭਾਲ ਜਿਹੜੀ ਆ ਉਹ ਕਰ ਰਹੇ ਹੋ। ਸੋ ਇੱਥੇ ਜਿਹੜੇ ਬਾਥਰੂਮ ਬਣ ਰਹੇ ਆ, ਸੋ ਇਹਨਾਂ ਦੇ ਜਿਹੜੇ ਇੱਥੇ ਬੱਚੇ ਤੇ ਬਜ਼ੁਰਗ ਰਹਿ ਰਹੇ ਆ ਉਹਨਾਂ ਵਾਸਤੇ ਹੀ ਇਹ ਸਾਰੇ ਬਾਥਰੂਮ ਤੇ ਲੈਟਰਿਨ ਜਿਹੜੀਆਂ ਆ ਉਹ ਬਣ ਰਹੀਆਂ ਨੇ। ਸੋ ਤੁਸੀਂ ਵੱਧ ਤੋਂ ਵੱਧ ਜਿਹੜਾ ਜ਼ਰੂਰ ਸਹਿਯੋਗ ਕਰੋ ਤਾਂ ਜੋ ਅਜਿਹੇ ਲੋਕ ਜਿਨ੍ਹਾਂ ਦਾ ਦੁਨੀਆ ਦੇ ਵਿੱਚ ਕੋਈ ਨਹੀਂ, ਜਿਨ੍ਹਾਂ ਨੂੰ ਆਪਣਾ ਕੁਝ ਪਤਾ ਨਹੀਂ ਗਾ, ਉਹਨਾਂ ਦੀ ਸਾਂਭ ਸੰਭਾਲ ਬਾਬਾ ਜੀ ਜਿਵੇਂ ਕਰ ਰਹੇ ਆ ਉਹ ਕਰਦੇ ਰਹਿਣ ਤੇ ਲਗਾਤਾਰ ਇਹ ਕਾਰਜ ਜਿਹੜੇ ਆ ਉਹ ਕਰਦੇ ਰਹਿਣ, ਕਿਉਂਕਿ ਮਨੁੱਖਤਾ ਦੀ ਸਹੀ ਸੇਵਾ ਜਿਹੜੀ ਆ, ਅਸਲ ਦੇ ਵਿੱਚ ਸੇਵਾ ਜਿਹੜੀ ਆ ਉਹ ਇਹ ਆ, ਕਿਉਂਕਿ ਸਿੱਖੀ ਦੇ ਵਿੱਚ ਸੇਵਾ ਤੇ ਸਿਮਰਨ ਦੀ ਸਿੱਖ ਧਰਮ ਦੇ ਵਿੱਚ ਬੜੀ ਮਹੱਤਤਾ ਹੈ। ਸੋ ਸੇਵਾ ਜਿਹੜੀ ਬਾਬਾ ਗੁਰਵਿੰਦਰ ਸਿੰਘ ਜੀ ਕਰ ਰਹੇ ਆ ਖੇੜੀ ਜੱਟਾਂ ਜ਼ਿਲ੍ਹਾ ਸੰਗਰੂਰ, ਜਿਨ੍ਹਾਂ ਦੇ ਅਸੀਂ ਅਨਾਥ ਆਸ਼ਰਮ ਭਾਗਸਰ ਦੇ ਵਿੱਚ ਆ ਕੇ ਦਿਖਾਇਆ ਹੈ ਕਿ ਤੁਹਾਨੂੰ ਕਿਵੇਂ ਇੱਥੇ ਪ੍ਰਬੰਧ ਕੀਤਾ ਜਾ ਰਿਹਾ। ਸੋ ਉੱਥੇ ਜਿਹੜੀ ਬਿਲਡਿੰਗ ਆ ਉਹ ਵੀ ਬਣ ਰਹੀ ਆ, ਜਿਹੜੇ ਹਾਲ ਆ ਉਹ ਵੀ ਬਣ ਰਹੇ ਆ, ਜਿੱਥੇ ਇਹਨਾਂ ਬੱਚਿਆਂ ਨੂੰ, ਬਜ਼ੁਰਗਾਂ ਨੂੰ ਤੇ ਬੀਬੀਆਂ ਨੂੰ ਜਿਹੜਾ ਆ ਉਹ ਰੱਖਣ ਵਾਸਤੇ ਰਿਹਾਇਸ਼ ਦਾ ਪ੍ਰਬੰਧ ਕੀਤਾ ਜਾ ਰਿਹਾ। ਕਮਰੇ ਜਿਹੜੇ ਉਹ ਬਣੇ। ਸੋ ਇਹ ਹਾਲ ਜਿਹੜਾ ਹੈ ਬਣਾ ਕੇ ਪੂਰਾ ਇਸ ਦੇ ਨਾਲ ਜੋੜਨਾ, ਜਿਹਦੇ ਲੈਂਟਰ ਵਾਸਤੇ ਵੀ ਖਰਚਾ ਜਿਹੜਾ ਆ ਉਹ ਕਾਫੀ ਜ਼ਿਆਦਾ ਆਉਣਾ ਹੈ, ਜਿਹਦੇ ਵਾਸਤੇ ਬਾਬਾ ਜੀ ਜਿਹੜੇ ਆ ਸੰਗਤਾਂ ਨੂੰ ਬਾਰ-ਬਾਰ ਬੇਨਤੀਆਂ ਜਿਹੜੀਆਂ ਆ ਉਹ ਕਰ ਰਹੇ ਆ। ਸੋ ਇਸ ਦੇ ਇਲਾਵਾ ਬਾਬਾ ਜੀ ਇੱਥੇ ਜਿਹੜੀਆਂ ਬੀਬੀਆਂ ਰਹਿੰਦੀਆਂ ਉਹਨਾਂ ਨੂੰ ਇਸ਼ਨਾਨ ਕਰਵਾਉਣ ਦਾ ਜਾਂ ਉਹਨਾਂ ਨੂੰ ਜਿਹੜਾ ਆ ਉਹ ਕਿਰਿਆ ਜਿਹੜੀ ਆ ਉਹ ਕਰਾਉਣ ਦਾ ਕੀ ਪ੍ਰਬੰਧ ਆ, ਕਿ ਕਿੰਨੇ ਕੁ ਸੇਵਾਦਾਰ ਤੁਹਾਡੇ ਨਾਲ ਹੈਗੇ ਆ ਜਾਂ ਕਿੱਦਾਂ ਇਹ ਪ੍ਰਬੰਧ ਕਰ? ਹਾਂਜੀ, ਇਹਦੇ ਵਿੱਚ ਦੇਖੋ ਵੀਰ ਜੀ, ਜਿਹੜੇ ਸਾਡੇ ਪੁਰਾਣੇ ਬਾਥਰੂਮ ਬਣਾਏ ਹੋਏ ਸੀ ਉਹਦੇ ਵਿੱਚ ਹੀ ਅਸੀਂ ਅਜੇ ਇਸ਼ਨਾਨ ਕਰਵਾਉਂਦੇ ਹਾਂ। ਜਿਹੜੀ ਇਹ ਤਾਂ ਜਿੱਦਾਂ ਬੱਚੇ ਨੇ ਜਾਂ ਫਿਰ ਛੋਟੇ ਬੱਚੇ ਨੇ ਜਾਂ ਬਜ਼ੁਰਗ ਬੰਦੇ ਨੇ, ਨੌਜਵਾਨ ਨੇ, ਮੰਦਬੁੱਧੀ ਨੇ, ਉਹਨਾਂ ਨੂੰ ਤਾਂ ਸਾਡੇ ਨੌਜਵਾਨ ਵੀਰ ਜਿਹੜੇ ਮੈਂ ਸੇਵਾਦਾਰ ਰੱਖੇ ਆ ਜਾਂ ਮੈਂ ਖੁਦ ਵੀ ਅਸੀਂ ਨਿਭਾ ਸਕਦੇ ਹਾਂ। ਜਿਹੜੀਆਂ ਸਾਡੀਆਂ ਮੰਦਬੁੱਧੀ ਬੀਬੀਆਂ ਨੇ, ਬੱਚੀਆਂ ਨੇ, ਉਹਨਾਂ ਨੂੰ ਤਾਂ ਅਸੀਂ ਸਿਰਫ ਬੀਬੀਆਂ ਹੀ ਨਿਭਾ ਸਕਦੀਆਂ। ਇਸ ਕਰਕੇ ਕੁਛ ਅਸੀਂ ਤਨਖਾਹ 'ਤੇ ਜਾਂ ਇੱਕ ਦੋ ਸਾਡੀਆਂ ਸੇਵਾਦਾਰ ਬੀਬੀਆਂ ਉਹ ਖੁਦ ਉਹਨਾਂ ਨੂੰ ਨਿਭਾਉਂਦੀਆਂ ਨੇ। ਪਰ ਅਸੀਂ ਪਹਿਲਾਂ ਦੇਖੋ ਇੱਥੇ ਨਿਭਾਉਣਾ ਪੈਂਦਾ ਸੀਗਾ, ਜਦੋਂ ਬੀਬੀਆਂ ਨਿਭਾਉਂਦੇ ਸੀ ਉਦੋਂ ਬੰਦੇ ਪਰੇ ਹੋ ਜਾਂਦੇ ਸੀ, ਬਹੁਤ ਪ੍ਰੋਬਲਮ ਆਉਂਦੀ ਆ। ਪਰ ਹੁਣ ਅਸੀਂ ਬੀਬੀਆਂ ਦਾ ਬਿਲਕੁਲ ਵੱਖਰਾ ਕਰ ਰਹੇ ਹਾਂ ਅਤੇ ਬਾਬੇ ਬੱਚਿਆਂ ਦਾ ਬਿਲਕੁਲ ਵੱਖਰਾ ਕਰ ਰਹੇ ਹਾਂ। ਅਤੇ ਇਸ ਕਰਕੇ ਵੀ ਇਹਦੇ ਖਰਚਾ ਵੀ ਹੋਣਾ। ਸਾਡਾ ਇੱਕ ਹਾਲ ਜਿਹੜਾ ਬਾਬਿਆਂ ਵਾਲਾ ਬਣ ਚੁੱਕਿਆ, ਆਹ ਤੁਸੀਂ ਵੇਖ ਸਕਦੇ ਹੋ ਪਿੱਲਰ ਹਜੇ ਬਣੇ ਪਏ ਨੇ। ਇਹ ਮਟੀਰੀਅਲ ਦੀ ਘਾਟ ਕਰਕੇ ਇਹ ਸਾਡਾ ਕੰਮ ਬੰਦ ਹੋ ਚੁੱਕਿਆ। ਜਦੋਂ ਵੀ ਸਾਡੇ ਕੋਲ ਮਟੀਰੀਅਲ ਆ ਜਾਏ ਨਾਲ ਦੀ ਨਾਲ ਸਾਡਾ ਬੀਬੀਆਂ ਦਾ ਵੀ ਬਿਲਕੁਲ ਤਿਆਰ ਹੋ ਜਾਣਾ। ਇਹ 10 ਕਮਰੇ, ਇਹਦੇ ਵਿੱਚ ਵੀ ਕੁਝ ਮਰੀਜ਼ ਬਜ਼ੁਰਗ ਪਏ ਨੇ, ਉਹ ਵੀ ਤੁਹਾਨੂੰ ਵਿਖਾਵਾਂਗੇ। ਇਹਦੇ ਮਗਰਲੇ ਪਾਸੇ ਮੇਰਾ ਆਪਣਾ ਹੀ ਖੇਤ ਆ, ਇਹ ਜਿੰਨੀ ਮੈਨੂੰ ਲੋੜ ਪੈਂਦੀ ਹੈ ਮੈਂ ਉਨਾ ਹੀ ਵਗਲ ਲੈਣਾ। ਮੈਂ ਆਪਣੇ ਹਿੱਸੇ ਦੀ ਜ਼ਮੀਨ ਸਿਰਫ ਇਸੇ ਕੰਮ ਦੇ ਵਿੱਚ ਲਾਈ ਆ। ਅਸੀਂ ਹੋਰ ਵੀ ਵਗ ਲਿਆ। ਦੂਸਰੀ ਗੱਲ, ਅਸੀਂ ਕੋਈ ਡਾਲੀ ਨਹੀਂ ਕਰਦੇ, ਕੋਈ ਪ੍ਰਸ਼ਾਦਾ ਵੀ ਕਿਸੇ ਤੋਂ ਮੰਗ ਕੇ ਨਹੀਂ ਲਿਆਉਂਦੇ। ਕੁਛ ਟਾਈਮ ਲਈ ਸਾਰਾ ਬਾਬਾ ਜੀ ਇੱਥੇ ਤਿਆਰ ਹੁੰਦਾ, ਇੱਥੇ ਤਿਆਰ ਹੁੰਦਾ ਜੀ। ਸਾਡੀਆਂ ਬੀਬੀਆਂ ਭੈਣਾਂ ਕਰਦੀਆਂ ਆਪ, ਅਸੀਂ ਸਹਿਯੋਗ ਨਾਲ ਕਰਦੇ ਹਾਂ। ਰਾਸ਼ਨ ਅਸੀਂ ਆਪਣਾ ਲੈ ਕੇ ਆਉਂਦੇ ਹਾਂ, ਕਿਤੋਂ ਇੱਕ ਪੰਜੀ ਵੀ ਅਸੀਂ ਨਹੀਂ ਕਿਤੋਂ ਮੰਗਣ ਜਾਂਦੇ। ਦੁੱਧ ਅਸੀਂ ਆਪਣੀਆਂ ਮੱਝਾਂ ਰੱਖੀਆਂ, ਆਪਣੀ ਅਸੀਂ ਖੇਤੀ ਕਰਦੇ ਹਾਂ, ਹੱਥੀਂ ਕਿਰਤ ਕਰਦੇ ਹਾਂ। ਕਈ ਵੀਰ ਕਹਿ ਦਿੰਦੇ ਆ ਵੀ ਚਲੋ ਮੈਂ ਤਾਂ ਕੋਈ ਬਾਬਾ ਵੀ ਨਹੀਂ, ਕਈ ਬੰਦੇ ਕਹਿ ਦਿੰਦੇ ਆ ਵੀ ਕਿਰਤ ਨਹੀਂ ਕਰਦੇ। ਮੈਂ ਕਹਿੰਦਾ ਵੀ ਬਾਬੇ ਨਜ਼ਾਰੇ ਲੈਂਦੇ ਆ। ਜਿਹੜੇ ਇਹ ਗੱਲ ਕਹਿੰਦੇ ਆ ਸਾਡੇ ਨਾਲ 1 ਘੰਟਾ ਲਾ ਕੇ ਵੇਖੋ। ਹੱਥੀਂ ਅਸੀਂ ਦੁੱਧ ਵੀ ਪੈਦਾ ਆਪ ਕਰਨਾ, ਮੱਝਾਂ ਰੱਖਣੀਆਂ, ਗਾਵਾਂ ਰੱਖੀਆਂ, ਸਾਡੀਆਂ ਸੰਗਤ ਨੇ ਲੈ ਕੇ ਦਿੱਤੀਆਂ। ਇਹਨਾਂ ਨੂੰ ਦੁੱਧ ਪਿਲਾਉਣਾ ਘਰ ਦਾ ਤਿਆਰ ਕਰਕੇ, ਅਤੇ ਐਦੂ ਵੱਡੀ ਤਾਂ ਕਿਰਤ ਵੀ ਕੋਈ ਹੈ ਨਹੀਂ। ਖਾਣੇ ਦੀ ਗੱਲ ਕਰੀਏ ਤਾਂ ਕਿੰਨੇ ਟਾਈਮ ਜਿਹੜੇ ਇੱਥੇ ਹੈਗੇ ਆ, ਜਿੰਨੇ ਵੀ ਮਰੀਜ਼ ਕਹਿ ਲਈਏ ਜਾਂ ਇਹ ਜਿਹੜੇ ਮੰਦਬੁੱਧੀ ਬੱਚੇ ਜਾਂ ਬਜ਼ੁਰਗ ਰਹਿ ਰਹੇ ਆ, ਕਿੰਨੇ ਟਾਈਮ ਖਾਣਾ ਇਹਨਾਂ ਨੂੰ ਦੇ ਰਹੇ ਤੇ ਹੋਰ ਕੀ ਕੀ ਦੁੱਧ ਵਗੈਰਾ ਕਿੱਦਾਂ ਦਿੰਦੇ? ਇੱਥੇ ਜੀ ਸਵੇਰੇ ਉੱਠ ਕੇ ਸਭ ਤੋਂ ਪਹਿਲਾਂ ਇਹਨਾਂ ਨੂੰ ਚਾਹ ਦੇ ਨਾਲ ਬ੍ਰੈਡ ਮਿਲਦੇ ਆ, ਜਿਹੜੇ ਕੱਚੇ ਹੁੰਦੇ ਆ, ਜਿੱਦਾਂ ਆਪਾਂ ਰਸ ਮਿਲਦੇ ਆ, ਅਤੇ ਚਾਹ ਦੇ ਨਾਲ ਬਿਸਕੁਟ ਮਿਲਦੇ ਆ। ਉਸ ਤੋਂ ਬਾਅਦ ਹੀ ਇਹਨਾਂ ਨੂੰ ਉੱਠਣ ਸਾਰ ਫਿਰ ਇਸ਼ਨਾਨ ਪਾਣੀ ਕਰਾ ਕੇ ਇਹਨਾਂ ਨੂੰ ਲੈਟਰਿੰਗ ਬਾਥਰੂਮ ਕਰਵਾ ਕੇ ਫਿਰ ਇਹਨਾਂ ਨੂੰ 10 ਵਜੇ ਪ੍ਰਸ਼ਾਦਾ ਮਿਲਦਾ ਜੀ। ਦਾਲ ਸਬਜ਼ੀ ਅਤੇ ਇੱਕ ਪ੍ਰਸ਼ਾਦਾ ਹੋ ਸਕਦਾ, ਨਾਲ ਚੌਲ ਵੀ ਹੋ ਜਾਣ ਜੀ। ਫਿਰ ਉਸ ਤੋਂ ਬਾਅਦ ਇਹਨਾਂ ਨੂੰ ਨਾਲ ਦੀ ਨਾਲ 11-12 ਵਜੇ ਇੱਕ ਚਾਹ ਮਿਲਦੀ ਹੈ ਜੀ। ਫਿਰ ਚਾਹ ਤੋਂ ਬਾਅਦ 2 ਵਜੇ ਇਹਨਾਂ ਨੂੰ ਫਲ ਫਰੂਟ ਦਿੱਤਾ ਜਾਂਦਾ ਜੋ ਵੀ ਸੰਗਤ ਦੇ ਕੇ ਜਾਂਦੀ ਹੈ। ਫਿਰ 2 ਵਜੇ ਤੋਂ ਬਾਅਦ ਇਹਨਾਂ ਨੂੰ ਸ਼ਾਮ ਨੂੰ 4 ਵਜੇ ਫਿਰ ਚਾਹ ਮਿਲਦੀ ਹੈ ਜੀ। ਉਸ ਤੋਂ ਬਾਅਦ ਸ਼ਾਮ ਨੂੰ ਫਿਰ ਲੰਗਰ ਪ੍ਰਸ਼ਾਦਾ, ਅਤੇ ਸ਼ਾਮ ਨੂੰ ਪੈਣ ਵੇਲੇ ਰਾਤ ਨੂੰ ਅਸੀਂ ਦੁੱਧ ਜਿਹੜਾ ਇਹਨਾਂ ਨੂੰ ਦਿੰਦੇ ਹਾਂ। ਦੁੱਧ ਸਾਡੇ ਕੋਲ ਬਹੁਤ ਘੱਟ ਆ, ਸੰਗਤ ਵੀ ਆਉਂਦੀ ਹੈ, ਇਸ ਕਰਕੇ ਸਾਨੂੰ ਮੱਝਾਂ ਅਤੇ ਗਾਵਾਂ ਦੀ ਵੀ ਹੋਰ ਲੋੜ ਹੈ। ਚਾਹੇ ਤੁਸੀਂ ਸਾਨੂੰ ਵਧੀਆ ਨਸਲ ਦੀਆਂ ਦੁੱਧ ਵਾਲੀਆਂ ਹੋਣ, ਇੱਦਾਂ ਨਹੀਂ ਵੀ ਇੱਥੋਂ 2-3 ਲੀਟਰ ਵਾਲੀ, ਸਾਡੀ ਕੋਈ ਉੱਦਾਂ ਦੀ ਗਊਸ਼ਾਲਾ ਤਾਂ ਹੈ ਨਹੀਂ।
ਚਾਹੇ ਤੁਸੀਂ ਸਾਨੂੰ ਪੈਸੇ ਦੇ ਦਿਓ, ਸਾਨੂੰ 8-10 ਮੱਝਾਂ ਤੇ ਗਾਵਾਂ ਹੋਰ ਚਾਹੀਦੀਆਂ ਨਹੀਂ ਦੁੱਧ ਲਈ। ਅੰਤ ਦੇ ਉੱਤੇ ਬਾਬਾ ਜੀ ਕੀ ਬੇਨਤੀ ਸੰਗਤਾਂ ਨੂੰ ਦੁਬਾਰਾ ਜਿਹੜੀ ਉਹ ਕਰਨੀ ਚਾਹੋਗੇ? ਜਿਵੇਂ ਤੁਸੀਂ ਦੱਸਿਆ ਕੰਮ ਵੀ ਰੁਕਿਆ ਆ ਤੇ ਖਰਚੇ ਜਿਹੜੇ ਆ ਉਹ ਵੀ ਹੋ ਰਹੇ ਆ, ਤੇ ਇੱਧਰ ਆਹ ਕਮਰੇ ਜਿਹੜੇ ਨਜ਼ਰ ਆ ਰਹੇ ਆ ਇਹ ਕੀ ਨੇ? ਇਹ ਜੀ ਕਮਰੇ ਅਸੀਂ ਸੰਗਤ ਦੇ ਸਹਿਯੋਗ ਨਾਲ ਬਣਾਏ ਨੇ। ਇਹਦੇ ਵਿੱਚ ਵੀ ਸਾਡੀਆਂ ਬਜ਼ੁਰਗ ਬੀਬੀਆਂ ਪਈਆਂ, ਤੇ ਮੈਂ 2 ਮਿੰਟ ਦੇ ਵਿੱਚ ਤੁਹਾਨੂੰ ਉਹਨਾਂ ਕੋਲੇ ਵੀ ਲਿਜਾਣਾ। ਇਹ ਵੀ ਸਾਡੀਆਂ ਬਜ਼ੁਰਗ ਬੀਬੀਆਂ ਜੀ, ਤੇ ਜਿੱਦਾਂ ਇਹ ਜਿਹੜੀਆਂ ਮੰਦਬੁੱਧੀ ਸਾਡੀਆਂ ਭੈਣਾਂ, ਮੈਂ ਕੈਮਰਾਮੈਨ ਨੂੰ ਵੀਰ ਨੂੰ ਕਹੂੰਗਾ ਵੀ ਜ਼ਰੂਰ ਤੁਸੀਂ ਇਹਨੂੰ ਵਿਖਾਓ, ਹੋ ਸਕਦਾ ਇਹਦੇ ਘਰ ਦੇ ਪਰਿਵਾਰ ਦੇ ਨੂੰ ਮਿਲ ਜਾਣ। ਇਹ ਵੀ ਰੋਡ ਤੋਂ ਪਤਾ ਵਿਚਾਰੀ ਮਿਲੀ ਆ, ਫੱਕਰ ਸੁਭਾਅ ਦੀ ਆ, ਵੀਰੋ ਜ਼ਰੂਰ ਇਹਨੂੰ ਸ਼ੇਅਰ ਕਰਿਓ, ਹੋ ਸਕਦਾ ਇਹਦੇ ਪਰਿਵਾਰ ਦੇ ਮਿਲ ਜਾਣ। ਦੇਖੋ ਇਨਸਾਨ ਹੀ ਇਨਸਾਨ ਦੇ ਕੰਮ ਆਉਂਦਾ, ਜੇ ਇਨਸਾਨ ਹੀ ਇਨਸਾਨ ਦੇ ਕੰਮ ਨਹੀਂ ਆਊਗਾ ਤਾਂ ਹੋਰ ਕਿਸ ਨੇ ਆਉਣਾ। ਇਹ ਸਾਡੀ ਮੰਦਬੁੱਧੀ ਭੈਣ ਸੀਗੀ, ਤਰਨਤਾਰਨ ਦਾ ਏਰੀਆ ਸੀਗਾ। ਇਸ ਦੇ ਭਰਾ ਨੇ ਇਹਨੂੰ ਪਾਥੀਆਂ ਵਾਲੇ ਕਮਰੇ ਦੇ ਵਿੱਚ ਬੰਦ ਕੀਤਾ ਹੋਇਆ ਸੀ, ਉਹਦੀ ਮਜਬੂਰੀ ਸੀ, ਮਾਤਾ ਪਿਤਾ ਇਹਦੇ ਚੜ੍ਹਾਈ ਕਰਕੇ ਸੀ, ਕਿਰਿਆ ਵੀ ਪਾਥੀਆਂ ਵਾਲੇ ਕਮਰੇ ਦੇ ਵਿੱਚ ਹੀ ਕਰਨੀ। ਇੱਥੋਂ ਤੱਕ ਉਹਦੇ ਭਰਾ ਨੇ ਦੱਸਿਆ ਵੀ ਇਹ ਵਿਚਾਰੀ ਮੈਨੂੰ ਤਾਂ ਬੰਦ ਕਰਨੀ ਪੈਂਦੀ ਆ ਕਿਉਂਕਿ ਬੜਾ ਗੰਦਾ ਆਪਣਾ ਸਮਾਜ ਹੈ। ਬੰਦੇ ਤਾਂ ਫਿਰ ਵੀ ਬਿਲਕੁਲ ਹੁੰਦਾ, ਪਰ ਇਸ ਭੈਣ ਦਾ ਵੀ ਸਰੀਰਕ ਸ਼ੋਸ਼ਣ ਕੀਤਾ ਗਿਆ। ਕਈ ਬੰਦੇ ਐਡੇ ਜ਼ਿਆਦਾ, ਮੈਂ ਕਹਿੰਦਾ ਮਹਾਰਾਜ ਉਹਨਾਂ ਨੂੰ ਜ਼ਰੂਰ ਸਜ਼ਾ ਦੇਊਗਾ। ਇਸ ਭੈਣ ਨੂੰ ਲੈ ਜਾਂਦੇ ਸੀ, ਸ਼ੋਸ਼ਣ ਕਰਦੇ ਸੀ। ਇਹਨੂੰ ਸਾਲ ਹੋ ਗਿਆ ਸਾਡੇ ਕੋਲ ਛੱਡ ਕੇ ਗਏ ਨੇ। ਇਹ ਭੈਣ ਅੱਜ ਰੋਟੀ ਆਪ ਖਾਂਦੀ ਆ, ਨਹਾਉਂਦੀ ਆ, ਸਭ ਕੁਛ ਕਿਰਿਆ ਕਰਦੀ ਆ। ਇਹਨੂੰ ਪਤਾ ਲੱਗ ਗਿਆ ਇਹਦੀ ਜੂਨ ਸੁਧਰ ਗਈ ਜੀ। ਤੇ ਇੱਦਾਂ ਹੀ ਇਹ ਵਾਹਿਗੁਰੂ ਦੀ ਮਿਹਰ ਨਾਲ ਕੁਛ ਇਹ ਸਾਡੇ ਪਿੰਡ ਤੋਂ ਨੇ ਜੀ ਬੀਬੀ, ਇਹਨਾਂ ਨਾਲ ਤੁਸੀਂ ਗੱਲ ਵੀ ਚਾਹੇ ਕਰ ਸਕਦੇ ਹੋ। ਕੁਛ ਇੱਦਾਂ ਨਹੀਂ ਵੀ ਜਿਹੜੇ ਆਸ਼ਰਮ ਦੇ ਵਿੱਚ ਰਹਿੰਦੇ ਆ ਅਸੀਂ ਉਹਨਾਂ ਦੀ ਮਦਦ ਕਰਦੇ ਹਾਂ। ਪਿੰਡ ਦੇ ਵਿੱਚ ਵੀ ਜਿੱਥੋਂ ਤੱਕ ਹੋ ਸਕਦਾ ਗਰੀਬ ਬਜ਼ੁਰਗ, ਕੋਈ ਗਰੀਬ ਪਰਿਵਾਰਾਂ ਦੀ ਜਿੰਨੀ ਕੁ ਵਾਹਿਗੁਰੂ ਸਾਡੇ ਤੋਂ ਸੰਗਤ ਜਿੰਨਾ ਕਿ ਸਹਿਯੋਗ ਕਰਦੇ ਅਸੀਂ ਕਰਦੇ ਰਹਿੰਦੇ ਹਾਂ। ਕਿਸੇ ਦਾ ਵਿਆਹ, ਕਿਸੇ ਦੀ ਕੋਈ ਬਿਮਾਰੀ ਆ, ਇੱਦਾਂ ਜੀ ਅਸੀਂ ਉੱਥੇ। ਸੋ ਬਿਲਕੁਲ ਇਹ ਨਹੀਂ ਕਿ ਇਕੱਲਾ ਜਿਹੜੇ ਇੱਥੇ ਬਜ਼ੁਰਗ ਜਾਂ ਬੱਚੇ ਰਹਿ ਰਹੇ ਆ ਉਹਨਾਂ ਦੀ ਸੇਵਾ ਜਾਂ ਸਾਂਭ ਸੰਭਾਲ ਦੀ ਗੱਲ ਹੈ। ਜੇਕਰ ਪਿੰਡ ਤੋਂ ਵੀ ਕੋਈ ਲੋੜਵੰਦ ਪਰਿਵਾਰ ਜਿਹੜਾ ਆ ਉਹ ਬਾਬਾ ਗੁਰਵਿੰਦਰ ਸਿੰਘ ਹੋਰਾਂ ਤੱਕ ਪਹੁੰਚ ਕਰਦਾ ਆ ਤਾਂ ਉਹਨਾਂ ਦੀ ਮਦਦ ਜਿਹੜੀ ਆ ਉਹ ਵੀ ਜ਼ਰੂਰ ਕੀਤੀ ਜਾਂਦੀ ਆ। ਸੋ ਤੁਸੀਂ ਦੇਖ ਰਹੇ ਹੋ ਕਿ ਇਹਨਾਂ ਕਮਰਿਆਂ ਦੇ ਵਿੱਚ ਵੀ ਬਹੁਤ ਸਾਰੇ ਅਜਿਹੇ ਜਿਹੜੇ ਮਨੁੱਖ ਨੇ ਉਹ ਰਹਿ ਰਹੇ ਆ ਜਿਨ੍ਹਾਂ ਨੂੰ ਵਾਕਿਆ ਹੀ ਸਾਂਭ ਸੰਭਾਲ ਦੀ ਜਿਹੜੀ ਆ ਉਹ ਜ਼ਰੂਰਤ ਸੀਗੀ, ਜਿਨ੍ਹਾਂ ਦੇ ਜੀ ਇਹ ਮਾਤਾ ਜੀ ਜਿਹੜੀ ਬੜੀ ਵੀਡੀਓ ਵਾਇਰਲ ਹੋਈ ਸੀ, ਕਾਫੀ ਸੰਗਤਾਂ ਨੇ ਵੇਖਿਆ ਸੀ। ਇਹ ਮਾਤਾ ਨੂੰ ਖੰਡਰ ਦੇ ਵਿੱਚੋਂ ਲੈ ਕੇ ਆਏ ਸੀ ਚੱਕ ਕੇ। ਇਹ ਮਾਤਾ ਦੀ ਐਸੀ ਹਾਲਤ ਸੀ, ਘੱਟੋ ਘੱਟ ਇੱਕ ਤਸਲਾ ਕੀੜਿਆਂ ਦਾ ਦੇ ਪੈਰ ਦੇ ਵਿੱਚੋਂ ਨਿਕਲਿਆ ਸੀ। ਪੈਰ ਹੱਡੀਆਂ ਵੀ ਗਲ ਗਈਆਂ ਸੀ। ਡਾਕਟਰਾਂ ਨੇ ਕਹਿਤਾ ਸੀ ਪੈਰ ਵੱਢਣਾ ਪੈਣਾ। ਅਸੀਂ ਪੈਰ ਵੜਾਇਆ ਨਹੀਂ ਸੀ, ਤੇ ਅਸੀਂ ਸੰਗਤ ਨੇ ਵਾਹਿਗੁਰੂ ਨੇ ਅਸੀਸਾਂ ਦਿੱਤੀਆਂ। 4 ਮਹੀਨੇ ਇਸ ਮਾਤਾ ਨੂੰ ਨਵਾ ਕੇ ਦੂਏ ਮੰਜੇ ਤੇ ਪਾ ਦੇਣਾ ਤੇ ਗਲੂਕੋਜ਼ ਲੱਗਣਾ। ਬਸ ਇਹ ਮੰਦਬੁੱਧੀ ਹੋਣ ਕਰਕੇ ਪੂਰੀ ਚੰਗੀ ਤਰ੍ਹਾਂ ਇਲਾਜ ਨਹੀਂ ਕਰਵਾ ਰਹੀ, ਤੇ ਹੁਣ ਇਹ ਤੁਰੀ ਫਿਰਦੀ ਹੈ ਜੀ। ਪਰ ਲੱਤ ਵੱਢ ਰਹੇ ਸੀ, ਗੱਲ ਕਰ ਸਕਦੇ। ਛਿੰਦਾ ਚੰਡੀਗੜ੍ਹ ਲੈ ਗਿਆ ਸੀ ਮੇਰਾ ਮੁੰਡਾ, ਇਹ ਵੀ ਮੇਰਾ ਪੁੱਤ ਹੈ, ਤੇ ਮੇਰੇ ਇੰਨੇ ਕੀੜੇ ਕੱਟੇ, ਕੁੱਤੇ ਨੇ ਖਾ ਲਈ ਸੀ। ਆ ਇੱਥੋਂ ਮੈਂ ਕਿਹਾ ਮੈਂ ਸਹੇਲੀਆਂ ਨੂੰ ਮਿਲਿਆ, ਮੈਂ ਜੀ ਗਈ, ਕੁੱਤੇ ਨੇ ਖਾ ਲਈ। ਹੁਣ ਠੀਕ ਹੈ ਮੁਛਨੇ, ਹੁਣ ਤੁਰਦੀਆਂ ਤਾਂ ਜੀ ਠੀਕ ਆ। ਚੰਡੀਗੜ੍ਹ ਮੈਨੂੰ ਲਿਖਿਆ ਸੀ ਛਿੰਦਾ, ਤੇ ਉਹ ਕਹਿੰਦੇ ਨਾ ਇੱਥੋਂ ਲੱਤ ਵੱਢਾਂਗੇ। ਮੈਂ ਛਿੰਦੇ ਦੀ ਬਾਂਹ ਫੜ ਲਈ। ਮੈਂ ਕਿਹਾ ਪੁੱਤ ਮੈਂ ਤੁਰਿਆ ਨਹੀਂ ਜਾਣਾ, ਮੇਰਾ ਕੋਈ ਹੈ ਹੀ ਨਹੀਂ, ਘਰਾਂ ਵਾਲਾ ਵੀ ਮਰ ਗਿਆ, ਰੱਬ ਕਰ ਗਿਆ। ਤੇ ਮੈਂ ਕਿਹਾ ਫਿਰ ਮੈਂ ਤੁਰੂ ਫਿਰੂ ਨਾ, ਤਾਂ ਫਿਰ ਮੈਂ ਕਿਵੇਂ ਰੋਟੀ ਖਾਵਾਂ? ਕਹਿੰਦਾ ਨਹੀਂ ਬੇਬੇ ਰੋਣਾ। ਫਿਰ ਮੈਨੂੰ ਪੁੱਛੋ ਵੀ ਲਗਾਇਆ ਸੀ। ਪੁੱਛੋ ਫਿਰ ਜਦੋਂ ਪੱਟੀ ਕਰੀ ਉਹਨੇ, ਮੈਂ 4 ਘੰਟੇ ਰੋਈ। ਮੈਂ ਕਿਹਾ ਹਾਏ ਮਾਰਤਾ। ਕਹਿੰਦਾ ਨਹੀਂ ਬੇਬੇ ਨਹੀਂ, ਕੁਛ ਨਹੀਂ, ਆ ਜੇ ਤੇਰੀ ਪੱਟੀ ਕਰਦਾ, ਪੀੜ ਲੱਗੀ। ਬਿਲਕੁਲ ਮਾਤਾ ਜੀ ਨੇ ਦੱਸਿਆ ਸੀਗਾ ਚੰਡੀਗੜ੍ਹ ਡਾਕਟਰ ਕਹਿੰਦੇ ਸੀ, ਕਹਿੰਦੇ ਡਾਕਟਰ ਤੁਸੀਂ, ਅਸੀਂ ਡਾਕਟਰ ਆਏ, ਤੁਸੀਂ ਡਾਕਟਰ ਨਹੀਂ, ਕਹਿੰਦੇ ਇਹਨੂੰ ਤੋੜ ਹੀ ਨਹੀਂ ਸਕਦੇ। ਇਹਦੇ ਬਾਬਾ ਕਹਿ ਦਿੰਦੀ ਆ, ਇਹਨਾਂ ਨੇ ਬਚਾਇਆ। ਡਾਕਟਰ ਕਹਿੰਦੇ ਜੀ ਤੁਰ ਨਹੀਂ ਸਕਦੀ, ਪਰ ਵਾਹਿਗੁਰੂ ਦੀ ਮਿਹਰ ਨਾਲ ਅੱਜ ਤੁਰੀ ਫਿਰਦੀ। ਇਹ ਸਾਡੇ ਪਿੰਡ ਤੋਂ ਜੀ, ਇਹਨਾਂ ਦੀ ਅੱਖ ਦਾ ਜੀ ਆਪਣਾ ਆਪਰੇਸ਼ਨ ਸੀਗਾ, ਤੇ ਬਾਕੀ ਵਾਹਿਗੁਰੂ ਦੀ ਮਿਹਰ ਨਾਲ ਇੱਦਾਂ ਲੋੜਵੰਦ ਪਰਿਵਾਰ ਆਉਂਦੇ ਰਹਿੰਦੇ ਸਾਡੇ ਪਿੰਡ ਜੀ। ਇੱਕ ਬੰਦਾ ਮੈਂ ਇਹਨਾਂ ਦੇ ਪਿੰਡ ਦੀਆਂ ਹੋਈਆਂ, ਇੱਥੇ ਦੀ ਰਹਿਣ ਵਾਲੀਆਂ। ਇਹ ਬਹੁਤ ਵੱਧ ਕੇ ਸੇਵਾ ਕਰਦੇ ਨੇ ਮਰੀਜ਼ਾਂ ਦੀ, ਚੜ੍ਹ ਵੱਧ ਕੇ। ਸਾਨੂੰ ਲੋੜਵੰਦ ਦਵਾਈ ਮਿਲਦੀ ਆ ਬਿਮਾਰਾਂ ਨੂੰ, ਹਰ ਇੱਕ ਚੀਜ਼, ਦਵਾਈ ਬੂਟੀ। ਤੇ ਮੈਨੂੰ ਸਾਲ ਭਰ ਹੋ ਗਿਆ ਇੱਥੇ ਸੇਵਾ ਕਰਦੀ ਨੂੰ। ਮੇਰੀ ਨਿਗਾਹ ਵੀ ਘਟ ਗਈ। ਇਹਨਾਂ ਨੇ ਮੇਰਾ ਉੱਥੇ ਪ੍ਰਾਈਵੇਟ ਹਸਪਤਾਲ 'ਚ ਪਟਿਆਲੇ ਮੇਰਾ ਆਪਰੇਸ਼ਨ ਕਰਾਇਆ ਅੱਖ ਦਾ, ਮੇਰੇ ਲੈਂਚ ਵੀ ਪਵਾਇਆ ਆਪਣੇ ਪੱਲਿਓ ਇਹਨਾਂ ਨੇ ਪੈਸੇ ਲਾ ਕੇ। ਤੇ ਬਹੁਤ ਵਧੀਆ ਸੇਵਾ ਕਰਦੇ ਨੇ। ਇਹਨਾਂ ਨੂੰ ਮਾਲਕ ਚੜ੍ਹਦੀਆਂ ਕਲਾਂ ਵਿੱਚ ਰੱਖੇ। ਸਾਨੂੰ ਬਿਮਾਰਾਂ ਨੂੰ ਦਵਾਈ ਬੂਟੀ ਵੀ ਮਿਲਦੀ ਆ, ਹਰ ਇੱਕ ਚੀਜ਼ ਸਾਨੂੰ ਮੂੰਹ ਮੰਗੀ ਮਦਦ ਵੀ ਮਿਲਦੀ ਹੈ। ਇਹ ਬਜ਼ੁਰਗ ਜੋੜਾ ਸੀਗਾ ਜੀ। ਬੇਬੇ ਅੱਜ ਦਵਾਈ ਦਵਾਉਣ ਗਏ ਨੇ ਬੇਬੇ ਨੂੰ,
ਤੇ ਇਹਨਾਂ ਦੀ ਨੂੰਹ ਨੇ ਇਹਨਾਂ ਨੂੰ ਘਰੋਂ ਕੱਢਤਾ ਸੀਗਾ। ਇਹ ਕਪਿਆਲ ਪਿੰਡ ਦੇ ਵਿੱਚ ਬੈਠੇ ਸੀਗੇ, ਉੱਥੋਂ ਵੀ ਨਹੀਂ ਪਿੰਡ ਦੇ ਵਿੱਚ ਸਾਹਮਣੇ ਆ ਪਾਣੀ ਵਾਲੀ ਟੈਂਕੀ ਤੇ ਬਹਿ ਗਏ, ਜਾ ਕੇ ਪਾਣੀ ਵਾਲੀ ਟੈਂਕੀ ਤੋਂ ਵੀ ਉੱਥੋਂ ਪਿੰਡ ਦੇ ਇਹਨਾਂ ਨੂੰ ਕੱਢਣ ਲੱਗ ਗਏ। ਫਿਰ ਉਸ ਤੋਂ ਬਾਅਦ ਕੋਈ ਇਹਨਾਂ ਨੂੰ ਕੁੜੀ ਮਿਲੀ ਵਿਚਾਰੀ, ਉਹਨੇ ਦੱਸਿਆ ਵੀ ਖੇੜੀ ਕੋਈ ਗੁਰਵਿੰਦਰ ਸਿੰਘ ਬਾਬਾ ਦੱਸਦੇ ਆ ਜਿਹੜਾ ਤੁਹਾਨੂੰ ਰੱਖ ਲੂਗਾ। ਸਾਡੇ ਤੱਕ ਪਹੁੰਚ ਕੀਤੀ ਜੀ। ਹੁਣ ਸਮਾਂ ਵੀ ਬਹੁਤ ਜ਼ਿਆਦਾ ਹੋ ਗਿਆ, ਛੋਟੀ ਮੈਂ ਗੱਲ ਜਨਵੇੜਾ ਵੀ ਅੱਜ ਸਾਡੇ ਕੋਲੇ 6 ਮਹੀਨੇ ਹੋ ਗਏ ਜੀ, ਵਧੀਆ ਰਹਿ ਰਹੇ ਨੇ। ਬਾਕੀ ਹੋਰ ਜੀ ਕਾਫੀ ਹੁਣ ਆਪਣੇ ਕੋਲੇ ਸਮੇਂ ਦੀ ਘਾਟ ਹੈ, ਨਹੀਂ ਤੁਹਾਨੂੰ ਹੋਰ ਵੀ ਮਿਲਾਉਂਦੇ ਸਾਡੇ ਕੋਲੇ ਕਾਫੀ ਨੇ। ਇੱਕ ਮੈਂ ਤੁਹਾਨੂੰ ਹੋਰ ਵੀ ਸਾਡੇ ਕੋਲੇ ਬਜ਼ੁਰਗ ਰਹਿੰਦੇ ਆ ਜਿਨ੍ਹਾਂ ਨਾਲ ਬੜਾ ਤਰਸਯੋਗ ਹਾਲਤ ਦੇ ਵਿੱਚ ਆ, ਪਰ ਉਹ ਇਸ ਸਮੇਂ ਸਾਡੇ ਕੋਲ ਰਹਿ ਰਹੇ ਨੇ ਤੇ ਇਹਨਾਂ ਨਾਲ ਤੁਸੀਂ 1-2 ਮਿੰਟ ਗੱਲ ਵੀ ਕਰ ਸਕਦੇ ਹੋ ਜੀ। ਬਾਬਾ ਜੀ ਕੀ ਕਹਿਣਾ ਚਾਹੋਗੇ, ਕਦੋਂ ਤੋਂ ਇੱਥੇ ਰਹਿ ਰਹੇ ਜੇ, ਕਿਵੇਂ ਇੱਥੇ ਸਾਂਭ ਸੰਭਾਲ ਤੁਹਾਡੀ ਹੋ ਰਹੀ ਹੈ? ਬਾਬਾ ਜੀ ਮੈਂ ਇੱਥੋਂ 2 ਸਾਲ ਤੋਂ ਰਹਿ ਰਿਹਾ ਜੀ। ਸਾਡੀ ਜਿਹੜੀ ਹੈ ਸੰਭਾਲ, ਕੱਪੜਾ ਲੀੜਾ, ਦਵਾਈ ਸਾਰੀ ਬਹੁਤ ਅੱਛਾ ਬਾਬਾ ਜੀ ਕਰ ਰਹੇ ਨੇ ਜੀ, ਬਹੁਤ ਵਧੀਆ ਹੋ ਰਿਹਾ। ਲੰਗਰ ਪਾਣੀ ਸਾਨੂੰ ਬਹੁਤ ਵਧੀਆ ਮਿਲਦਾ। ਬਾਕੀ ਇੱਕ ਹੋਰ ਬੇਨਤੀ ਅਸੀਂ ਕਰਨੀ ਚਾਹੁੰਦੇ ਹਾਂ, ਇਹ ਜਦੋਂ ਅਸੀਂ ਬਜ਼ੁਰਗ ਆਦਮੀ ਆ ਜਾਂ ਸਾਡੀਆਂ ਮਾਤਾ ਜਾਂ ਭੈਣਾਂ ਬੱਚੇ ਆ, ਜਦੋਂ ਰਾਤ ਨੂੰ ਪਿਸ਼ਾਬ ਕਰਨ ਲੈਟਰਿੰਗ ਉੱਠਦੇ ਆ ਤੇ ਇਹ ਜਿਹੜਾ ਸਾਡਾ ਵਿਹੜਾ ਹੈ ਇਹ ਸਾਰਾ ਕੱਚਾ ਹੈਗਾ ਜੀ। ਇੱਥੇ ਸੰਗਤ ਦੇ ਅੱਗੇ ਬੇਨਤੀ ਕਰਦੇ ਆ ਕਿ ਜੇ ਇੱਥੇ ਸਾਡੇ 5-4 ਟਰਾਲੀਆਂ ਮਿੱਟੀ ਦੀਆਂ ਪੈ ਕੇ ਇੱਥੇ ਇੱਟਾਂ ਲੱਗ ਜਾਣ ਜਾਂ ਟੈਲਾਂ ਲੱਗ ਜਾਣ ਤੇ ਅਸੀਂ ਸਾਧ ਸੰਗਤ ਦਾ ਬਹੁਤ ਧੰਨਵਾਦ ਕਰਦੇ ਹਾਂ। ਸਾਡੇ ਬਾਬਾ ਜੀ ਜੋ ਸੇਵਾ ਕਰਦੇ ਆ ਸਿਰਫ ਸਾਧ ਸੰਗਤ ਦੇ ਨਾਲ ਉੱਚੇ ਆ। ਜੇ ਬਾਬਾ ਜੀ ਕਹਿਣਾ ਅਸੀਂ ਮੈਂ ਇਕੱਲਾ ਵਾਂ, ਇਕੱਲਾ ਨਹੀਂ, ਸੰਗਤ ਦੇ ਨਾਲ ਉੱਚਾ, ਜੋ ਵੀ ਕੁਝ ਵੀ ਆ ਸੰਗਤ ਦੇ ਨਾਲ ਸਭ ਕੁਝ ਉੱਚਾ ਹੁੰਦਾ। ਬਾਕੀ ਮੈਂ ਆਪਣੇ ਬਾਰੇ ਕੋਈ ਦੱਸਦਾ ਚਾਹੁੰਦਾ, ਮੈਨੂੰ ਵੀ ਘਰੋਂ ਰਾਸ਼ਨ ਪਾਣੀ ਰੋਟੀ ਪਾਣੀ ਨਹੀਂ ਮਿਲਦਾ। ਮੇਰੇ ਘਰ ਵਾਲੀ ਮਰ ਗਈ ਹੋਈ ਹੈ ਜੀ, ਮੇਰੇ ਇੱਕ ਨੌਜਵਾਨ ਮੁੰਡਾ ਮਰ ਗਿਆ ਜੀ, ਤੇ ਮੈਂ ਇਸ ਕਰਕੇ ਵੀ ਇੱਥੇ ਬਾਬਾ ਜੀ ਦੇ ਚਰਨਾਂ 'ਚ ਰਹਿ ਰਿਹਾ ਹਾਂ। 2 ਸਾਲ ਹੋ ਗਏ ਮੈਨੂੰ ਇੱਥੇ ਰਹਿੰਦਿਆਂ ਨੂੰ। ਫਿਰ ਅਸੀਂ ਬੇਗੋਲ ਵੀ ਮੈਂ ਬਾਬਾ ਜੀ ਲੈ ਕੇ ਗਏ ਸੀ, ਉੱਥੇ ਵੀ ਬਹੁਤ ਅਨਾਥ ਇਸ ਤਰ੍ਹਾਂ ਹੀ ਮਤਲਬ ਲੰਗੜੇ ਲੂਲੀਆਂ ਦਾ ਆਸ਼ਰਮ ਬਾਬਾ ਜੀ ਕਰ ਰਹੇ ਸਾਧ ਸੰਗਤ ਦੇ ਨਾਲ, ਮਤਲਬ ਇਕੱਲੇ ਨੇ ਸੰਗਤ ਦੇ ਨਾਲ ਜੋ ਹੋ ਰਿਹਾ ਉੱਥੇ ਵੀ ਇਹ ਸ਼ੈੱਡ ਬਹੁਤ ਤਗੜਾ ਬਣਾਇਆ ਵਾ ਸੰਗਤ ਨੇ। ਤੇ ਉੱਥੇ ਵੀ ਇਹੋ ਹੀ ਜਿਸ ਤਰ੍ਹਾਂ ਕਮਰੇ ਭਰੇ ਪਏ ਆ ਸਾਡੇ ਇੱਧਰ ਲੰਗੜੇ ਲੂਲੇ ਇਸ ਤਰ੍ਹਾਂ ਮਤ ਬੁੱਧੀ, ਤੇ ਵੀ ਉੱਥੇ ਵੀ ਇਹੋ ਹੀ ਬਾਬਾ ਜੀ ਕਰਨਾ ਚਾਹੁੰਦੇ ਆ ਵੀ ਜੋ ਅਸੀਂ। ਹਾਂਜੀ, ਸੋ ਬਜ਼ੁਰਗਾਂ ਨੇ ਦੱਸਿਆ ਕਿ ਕਿਵੇਂ ਉਹਨਾਂ ਦੇ ਘਰ ਦੇ ਹਾਲਾਤ ਤੇ ਕਿਵੇਂ ਉਹ ਇੱਥੇ ਪਹੁੰਚੇ। ਸੋ ਬਾਬਾ ਜੀ ਅੰਤ ਦੇ ਉੱਤੇ ਸੰਗਤਾਂ ਜਿਹੜੀਆਂ ਆ ਦੇਸ਼ ਵਿਦੇਸ਼ ਦੀਆਂ ਤੁਹਾਨੂੰ ਦੇਖ ਰਹੀਆਂ ਨੇ, ਕੀ ਕਹਿਣਾ ਚਾਹੋਗੇ, ਕੀ ਬੇਨਤੀ ਜਿਹੜੀ ਆ ਉਹ ਕਰਨੀ ਚਾਹੋਗੇ? ਬਸ ਗੁਰੂ ਕੀ ਸੰਗਤ ਨੂੰ ਇਹੀ ਬੇਨਤੀ ਕਰਦੇ ਹਾਂ ਜੀ ਵੀ ਅੱਜ ਸਾਡੀ ਸਵੇਰ ਵੀ ਪੈਸੇ ਨਾਲ ਤੇ ਸ਼ਾਮ ਵੀ ਪੈਸੇ ਨਾਲ ਹੋ ਰਹੀ ਆ, ਬਹੁਤ ਲੋੜ ਆ। ਜੇ ਗੁਰੂ ਕੀ ਸੰਗਤ, ਮੈਂ ਕਹਿਣਾ ਤੁਸੀਂ ਮੈਨੂੰ 5 ਸਾਲ ਦਾ ਸਮਾਂ ਦੇ ਦਿਓ, ਨਾ ਤੁਸੀਂ ਮੈਨੂੰ ਚੰਗਾ ਕਹੋ ਤੇ ਨਾ ਮਾੜਾ ਕਹੋ, ਨਾ ਕਿਸੇ ਨੂੰ ਮੇਰੇ ਬਾਰੇ ਪੁੱਛੋ, ਨਾ ਕਿਸੇ ਨੂੰ ਦੱਸੋ। 5 ਸਾਲ ਅੱਖਾਂ ਮੀਚ ਕੇ ਮੇਰਾ ਸਾਥ ਦੇ ਦਿਓ। ਮੁੜ ਕੇ ਮੈਂ ਨਹੀਂ ਬੋਲਣਾ, ਸਾਡੇ ਕੰਮ ਬੋਲਣਗੇ, ਬਾਕੀ ਬੋਲ ਵੀ ਰਹੇ ਆ। ਇਹ ਜੇ ਤੁਸੀਂ ਸਾਨੂੰ ਸਹਿਯੋਗ ਦਿੱਤਾ ਤਾਂ ਇੰਨਾ ਕੁ ਹੋ ਰਿਹਾ। ਬੇਗੋਵਾਲ ਦਾ ਵੀ ਤੁਹਾਨੂੰ ਵਿਖਾਵਾਂਗੇ। ਨਾਲ ਹੀ ਮੈਂ ਵੀਰ ਜੀ ਨੂੰ ਬੇਨਤੀ ਕਰਦਾ, ਉਹ ਸ਼ਖਸੀਅਤ ਸਰਦਾਰ ਕਸ਼ਮੀਰ ਸਿੰਘ ਜੀ ਸ਼ਾਹੀ ਜਿਨ੍ਹਾਂ ਨੇ ਆਪਣੀ ਜ਼ਮੀਨ ਦਾਨ ਕੀਤੀ ਆ, ਉੱਥੇ ਵੀ ਤੁਹਾਨੂੰ ਦਿਖਾਵਾਂਗੇ। ਦੁਆਬੇ ਵਾਲੇ ਵੀਰੋ ਕਿੱਡਾ ਵੱਡਾ ਸਿਸਟਮ ਬਣਾ ਰਹੇ ਆ, ਸਭ ਤੁਹਾਡੇ ਸਹਿਯੋਗ ਨਾਲ। ਪਰਲੇ ਪਾਸੇ ਉਹ ਵੀ ਤੁਹਾਨੂੰ ਦਿਖਾਵਾਂਗੇ, ਅਸੀਂ ਡੰਗਰਾਂ ਦੀ ਰਿਹਾਇਸ਼ ਬਣਾ ਰਹੇ ਆ, ਉਹ 'ਤੇ ਵੀ ਖਰਚਾ ਆਉਣਾ 8-10 ਲੱਖ ਰੁਪਏ ਦਾ। ਉਹ ਵੀ ਸੰਗਤਾਂ ਨੂੰ ਇਹੀ ਬੇਨਤੀ ਆ, ਦੇਖੋ ਸਾਨੂੰ ਤੁਹਾਡੇ ਪੈਸੇ ਦਾ ਲਾਲਚ ਨਹੀਂ, ਸਾਨੂੰ ਲੋੜ ਹੈ। ਪੈਸੇ ਦੀ ਲੋੜ ਹਰ ਇੱਕ ਨੂੰ ਹੁੰਦੀ ਹੈ, ਤਾਂ ਹੀ ਇਹ ਕਾਰਜ ਚੱਲਦੇ ਨੇ। ਇੱਥੋਂ ਤੱਕ ਕਿ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦਾ ਜਦੋਂ ਅਨੰਦਪੁਰ ਸਾਹਿਬ ਨੂੰ ਛੱਡਣਾ ਪਿਆ, ਸਰਸਾ ਨਦੀ 'ਤੇ ਵਿਛੋੜਾ ਪਿਆ, ਤਾਂ ਮਾਤਾ ਗੁਜਰੀ ਜੀ ਨੇ ਵੀ ਸੋਨੇ ਦੀਆਂ ਮੋਹਰਾਂ ਨਾਲ ਚੱਕੀਆਂ। ਉਹਨਾਂ ਨੂੰ ਸੋਨੇ ਦੀਆਂ ਮੋਹਰਾਂ ਦਾ ਲਾਲਚ ਨਹੀਂ ਸੀ, ਉਹ ਤਾਂ ਐਡੇ ਤਖਤ ਛੱਡ ਦਿੱਤੇ। ਉਹਨਾਂ ਨੇ ਸੋਨੇ ਦੀਆਂ ਮੋਹਰਾਂ ਤਾਂ ਨਾਲ ਚੱਕੀਆਂ ਸੀ ਵੀ ਜੇ ਕੱਲ੍ਹ ਨੂੰ ਸਾਹਿਬਜ਼ਾਦਿਆਂ ਲਈ ਕੁਛ ਖਰੀਦਣਾ ਪਿਆ ਤਾਂ ਕੋਈ ਇਹ ਨਾ ਕਹਿ ਦੇਵੇ ਵੀ ਗੁਰੂ ਗੋਬਿੰਦ ਸਿੰਘ ਜੀ ਦੀ ਮਾਤਾ ਜੀ ਨੇ ਕਿਸੇ ਦਾ ਹੱਕ ਮਾਰ ਲਿਆ। ਉਹਨਾਂ ਨੇ ਤਾਂ ਨਾਲ ਚੱਕੀਆਂ ਸੀ ਵੀ ਕਿਸੇ ਦਾ ਹੱਕ ਦੇ ਕੇ ਫੇਰ ਚੀਜ਼ ਖਰੀਦਾਂਗੇ। ਉਸੇ ਮੋਹਰਾਂ ਨੂੰ ਦੇਖ ਕੇ ਗੰਗੂ ਦੇ ਮਨ 'ਚ ਲਾਲਚ ਆਇਆ ਸੀ। ਗੁਰੂ ਗੋਬਿੰਦ ਸਿੰਘ ਜੀ ਦੀ ਮਾਤਾ ਨੂੰ ਮੋਹਰਾਂ ਦੀ ਲੋੜ ਸੀ, ਨਾ ਕਿ ਲਾਲਚ ਸੀ। ਜਦੋਂ ਉਹਨਾਂ ਨੂੰ ਲੋੜ ਪੈ ਸਕਦੀ ਹੈ, ਸਾਡਾ ਕੰਮ ਉਹ ਤੋਂ ਬਿਨਾਂ ਕਿਵੇਂ ਚੱਲ ਸਕਦਾ? ਇਸ ਕਰਕੇ ਸਾਨੂੰ NRI ਵੀਰੋ, ਸਾਨੂੰ ਤੁਹਾਡੇ ਪੈਸੇ ਦੀ ਜ਼ਰੂਰਤ ਹੈ, ਸਾਨੂੰ ਲਾਲਚ ਕੋਈ ਨਹੀਂ। ਲਾਲਚ ਹੋਣਾ, ਮਾਇਆ ਇਕੱਠੀ ਕਰਨੀ, ਮਾਇਆ ਦੇ ਵਿੱਚ ਫਸਣਾ, ਮਾਇਆ ਨੂੰ ਭੋਗਣਾ, ਉਹ ਗੱਲ ਵੱਖਰੀ ਆ। ਮਾਇਆ ਨੂੰ ਸਹੀ ਇਹਨਾਂ ਬਜ਼ੁਰਗਾਂ ਦੇ ਲੋੜਵੰਦਾਂ ਦੇ ਲੇਖੇ ਲਾਉਣਾ, ਉਹ ਗੱਲ ਵੱਖਰੀ ਆ। ਇੱਕ ਮੈਂ ਤੁਹਾਨੂੰ ਹੋਰ ਦੱਸਦਾ, ਜਿੰਨਾ ਮਰਜ਼ੀ ਇੱਟਾਂ 'ਤੇ ਲਾਈ ਜਾਓ, ਜਿੰਨਾ ਮਰਜ਼ੀ ਕਿਸੇ ਬਾਬਿਆਂ 'ਤੇ ਲਾਈ ਜਾਓ, ਕਿਸੇ ਨੂੰ ਸੋਨੇ ਦੇ ਗਹਿਣੇ, ਕਿਸੇ ਨੂੰ ਗੱਡੀਆਂ, ਕਿਸੇ ਨੂੰ ਕੁਛ, ਜਿੰਨਾ ਮਰਜ਼ੀ ਦੇ ਲਓ, ਰੱਬ ਖੁਸ਼ ਨਹੀਂ ਹੋਣਾ। ਰੱਬ ਉਦੋਂ ਖੁਸ਼ ਹੋਊਗਾ ਜਦੋਂ ਨੀਚਾ ਅੰਦਰ ਨੀਚ ਜਾਤ, ਨੀਚੀ ਹੋ ਅਤ ਨੀਚ, ਨਾਨਕ ਤਿਨ ਕੇ ਸੰਗ ਸਾਥ, ਵੱਡਿਆਂ ਸੋ ਕਿਆ ਰੀਸ, ਜਥਾ ਨੀਚ ਸੰਭਾਲੀ ਹਨ ਤਥਾ ਨਦਰ ਤੇਰੀ ਬਖਸ਼ੀਸ। ਪਰਮਾਤਮਾ ਉਦੋਂ ਖੁਸ਼ ਹੋਊਗਾ ਜਦੋਂ ਨੀਚ ਤੋਂ ਗਰੀਬ ਤੋਂ ਬੇਸਹਾਰਾ ਲੋਕਾਂ ਦੇ ਨਾਲ ਦੋਸਤੀ ਪਾਓਗੇ, ਉਹਨਾਂ ਦੀ ਮਦਦ ਕਰੋਗੇ। ਬਾਕੀ ਜੇ ਕਿਸੇ ਦੇ ਮਨ ਦੇ ਵਿੱਚ ਕੋਈ ਸ਼ੰਕਾ ਹੈ, ਉਹ ਸਾਨੂੰ ਪੈਸੇ ਨਾ ਦੇਵੇ, ਸਾਨੂੰ ਪੁੱਛ ਲਓ ਕਿਸ ਚੀਜ਼ ਦੀ ਲੋੜ ਆ, ਸਾਨੂੰ
ਇੱਟਾਂ ਦੀ, ਟਾਈਲਾਂ ਦੀ, ਸੀਮੈਂਟ ਦੀ, ਬੇਸ਼ੱਕ ਪੈਸੇ ਨਾ ਦਿਓ, ਸਿੱਖ ਚੈਨਲ ਵਾਲੇ ਵੀਰਾਂ ਨਾਲ ਸੰਪਰਕ ਕਰਕੇ ਸਾਨੂੰ ਮਟੀਰੀਅਲ ਦਿਵਾਓ। ਮੇਰੇ ਤੋਂ ਜੇ ਕਿਸੇ ਦਾ ਦਿਲ ਦੁਖਿਆ, ਕੋਈ ਵਾਧਾ ਘਾਟਾ ਬੋਲਿਆ ਗਿਆ ਤਾਂ ਮੈਨੂੰ ਮਾਫ ਕਰੋ। ਮੈਂ ਅੱਜ ਤੱਕ ਜੇ ਕਿਸੇ ਦਾ ਵੀ ਕਦੇ ਜ਼ਿੰਦਗੀ 'ਚ ਦਿਲ ਦਿਖਾਇਆ, ਪਤਾ ਨਹੀਂ ਕਦੋਂ ਭੜਾਕਾ ਪੈ ਜਾਣਾ ਜ਼ਿੰਦਗੀ ਦਾ। ਜੇ ਅੱਜ ਤੱਕ ਕੋਈ ਵੀ ਵੀਰ ਸਾਡਾ ਮੇਰੇ ਨਾਲ ਕੋਈ ਈਰਖਾ ਰੱਖਦਾ, ਕਿਸੇ ਦਾ ਮੈਂ ਦਿਲ ਦਿਖਾਇਆ, ਮੈਂ ਵੀਰੋ ਬੇਨਤੀ ਕਰਦਾ ਵੀ ਮੈਨੂੰ ਮਾਫ ਕਰ ਦਿਓ ਤੇ ਮੈਨੂੰ ਸਿਰਫ ਤੇ ਸਿਰਫ ਸੇਵਾ ਕਰਨ ਦਿਓ। ਇਸ ਕਰਕੇ ਮੈਂ ਆਪਣਾ ਜਿਹੜਾ ਜੀਵਨ, ਆਪਣਾ ਧਿਆਨ ਕਿਸੇ ਹੋਰ ਕੰਮ ਦੇ ਵਿੱਚ ਨਹੀਂ ਲਾਉਣਾ ਚਾਹੁੰਦਾ। ਇਸ ਕਰਕੇ ਵੀ ਵੀਰੋ ਸਾਨੂੰ ਤੁਸੀਂ ਸਹਿਯੋਗ ਦਿਓ, ਸਾਨੂੰ ਤੁਸੀਂ ਪ੍ਰਬੰਧ ਕਰਕੇ ਦਿਓ, ਅਸੀਂ ਆਪਣੀ ਸਾਰੀ ਜ਼ਿੰਦਗੀ ਇਹ ਸੇਵਾ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਬਿਲਕੁਲ ਇਹ ਸਨ ਬਾਬਾ ਗੁਰਵਿੰਦਰ ਸਿੰਘ ਜੀ, ਪਿੰਡ ਖੇੜੀ ਜੱਟਾਂ, ਜ਼ਿਲ੍ਹਾ ਸੰਗਰੂਰ, ਜਿੱਥੇ ਅਸੀਂ ਪਹੁੰਚੇ। ਇਸ ਅਨਾਥ ਆਸ਼ਰਮ ਦੇ ਵਿੱਚ ਰਹਿ ਰਹੇ ਬੱਚੇ, ਬਜ਼ੁਰਗ ਤੇ ਇਹਨਾਂ ਦੇ ਕੁਝ ਪਿੰਡ ਦੇ ਤੇ ਹੋਰ ਲੋਕ ਜਿਨ੍ਹਾਂ ਦੇ ਪਰਿਵਾਰਾਂ ਨੇ ਉਹਨਾਂ ਨੂੰ ਨਹੀਂ ਸਾਂਭਿਆ, ਉਹਨਾਂ ਦੇ ਨਾਲ ਗੱਲਬਾਤ ਵੀ ਕੀਤੀ ਤੇ ਬਾਬਾ ਜੀ ਨੇ ਵੀ ਦੱਸਿਆ। ਸੋ ਸਾਰਾ ਪ੍ਰਬੰਧ ਜਿਹੜਾ ਬਾਬਾ ਜੀ ਇੱਥੇ ਵੀ ਚਲਾ ਰਹੇ ਆ। ਇਸੇ ਤਰ੍ਹਾਂ ਹੀ ਬੇਗੋਵਾਲ ਦੁਆਬੇ ਦੀ ਧਰਤੀ ਦੇ ਉੱਤੇ ਵੀ ਤੁਹਾਨੂੰ ਲੈ ਕੇ ਜਾਵਾਂਗੇ ਅਗਲੇ ਪ੍ਰੋਗਰਾਮ ਦੇ ਵਿੱਚ, ਤੇ ਉੱਥੇ ਵੀ ਤੁਹਾਨੂੰ ਦਿਖਾਵਾਂਗੇ ਕਿ ਕਿਵੇਂ ਪ੍ਰਬੰਧ ਜਿਹੜੇ ਆ ਬਾਬਾ ਜੀ ਹੁਰੀ ਕਰ ਰਹੇ ਆ। ਸੋ ਤੁਸੀਂ ਜ਼ਰੂਰ ਇਹਨਾਂ ਦਾ ਸਹਿਯੋਗ ਕਰੋ। ਸਿੱਖ ਚੈਨਲ ਦੇ ਉੱਤੇ ਤੁਸੀਂ ਸੰਪਰਕ ਕਰ ਸਕਦੇ ਹੋ, ਆਪਣਾ ਦਸਵੰਧ ਜਿਹੜਾ ਆ ਉਹ ਇਹਨਾਂ ਲਵਾਰਸ, ਬੇਸਹਾਰਾ, ਮੰਦਬੁੱਧੀ ਬੱਚੇ ਜਿਹੜੇ ਆ, ਬਜ਼ੁਰਗ ਜਿਹੜੇ ਆ, ਉਹਨਾਂ ਤੱਕ ਪਹੁੰਚਾ ਸਕਦੇ ਹੋ। ਸੋ ਇੱਥੇ ਤੁਹਾਡੇ ਤੋਂ ਆਗਿਆ ਚਾਹਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।